ਵੈਲਕਮ ਟੂ ਨਵਜੋਤ ਢਿੱਲੋਂ ਸ਼ੋ। ਨਵਜੋਤ ਢਿੱਲੋਂ ਸ਼ੋ ਅੱਜ ਦਾ ਤੁਹਾਡਾ ਮੈਂ ਹੋਸਟ ਤਰਲੋਕ ਸਭ ਲੋਕ। ਨਵਜੋਤ ਜੀ ਫਿਰ ਮੇਰਾ ਖਿਆਲ ਇੱਕ ਮਿਨੀ ਹੌਲੀਡੇਜ਼ ਵਾਸਤੇ ਗਏ ਨੇ। ਮੈਂ ਜਨਰਲੀ ਇਹ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਵੱਡੀਆਂ ਛੁੱਟੀਆਂ ਲੈਂਦੇ ਹੋ 8, 10, 15 ਦਿਨ ਦੀਆਂ, ਅਤੇ ਫਿਰ ਤੁਹਾਨੂੰ ਉਸ ਤੋਂ ਨਾਲ ਇੱਕ ਛੋਟੀ ਛੁੱਟੀ ਲੈਣੀ ਪੈਂਦੀ ਹੈ ਕਿ ਉਸ ਵੱਡੀਆਂ ਛੁੱਟੀ ਦੀ ਥਕਾਵਟ ਠੀਕ ਕਰਨ ਵਾਸਤੇ। ਅਤੇ ਐਤਕੀ ਹੁਣ ਨਵਜੋਤ ਜੀ ਮੇਰੇ ਖਿਆਲ ਛੋਟੀ ਛੁੱਟੀ ਲੈ ਕੇ ਅਤੇ ਉਹ ਪਹਿਲੀ ਲੰਬੀ ਛੁੱਟੀ ਦੀ ਥਕਾਵਟ ਹਟਾਉਣ ਵਾਸਤੇ ਗਏ ਨੇ। ਮੈਨੂੰ ਬੜਾ ਹੀ ਚੰਗਾ ਲੱਗਦਾ ਹੈ, ਬੜਾ ਹੀ ਇੱਕ ਮਤਲਬ ਮਾਣ ਵਾਲੀ ਗੱਲ ਲੱਗਦੀ ਹੈ ਕਿ ਮੈਂ ਨਵਜੋਤ ਵਰਗੀ ਸ਼ਖਸੀਅਤ ਦੇ ਸ਼ੋਅ ਨੂੰ ਇੱਥੇ ਕਰਨ ਦਾ ਮੈਨੂੰ ਮੌਕਾ ਮਿਲਦਾ ਹੈ। ਨਵਜੋਤ ਜੀ ਨੇ ਇਸ ਸ਼ੋਅ ਨੂੰ ਬਹੁਤ ਹੀ ਚੰਗੇ ਚੰਗੇ ਸਰੋਤਿਆਂ ਦੇ ਨਾਲ ਰਲ ਕੇ ਬਹੁਤ ਹੀ ਅੱਛੀ ਆਡੀਅנס ਦੇ ਥਰੂ ਇੱਕ ਬਹੁਤ ਹੀ ਵੱਡੀ ਮਿਆਰ ਦੇ ਉੱਤੇ, ਇੱਕ ਪੈਮਾਇਸ਼ ਦੇ ਉੱਤੇ ਇਸ ਸ਼ੋਅ ਨੂੰ ਲੈ ਆਉਂਦਾ ਹੈ। ਅੱਜ ਅਗਲੇ 3 ਦਿਨ ਮੈਂ ਤੁਹਾਡੇ ਨਾਲ ਤਰਲੋਕ ਸਭ ਲੋਕ ਇਸ ਸ਼ੋਅ ਦੇ ਵਿੱਚ ਸਾਂਝ ਪਾਵਾਂਗਾ ਅਤੇ ਮੇਰਾ ਜਿਹੜਾ ਮੇਨ ਸਬਜੈਕਟ ਹੈ ਉਹ ਹੈ ਪੰਜਾਬੀਅਤ, ਪੰਜਾਬੀ ਕਲਾਕਾਰੀ, ਪੰਜਾਬੀ ਵਿਰਸਾ, ਪੰਜਾਬੀ ਜ਼ੁਬਾਨ, ਪੰਜਾਬੀ ਰਿਲੀਜਨ, ਪੰਜਾਬੀ ਰੀਤੀ ਰਿਵਾਜ ਜਾਂ ਪੰਜਾਬ ਦੇ ਨਾਲ ਰੱਖਦੀ ਹੋਈ ਹਰ ਚੀਜ਼ ਦੇ ਬਾਰੇ ਅਸੀਂ ਅਗਲੇ 3 ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਵੱਖ-ਵੱਖ ਪਹਿਲੂਆਂ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਪੇਸ਼ ਕਰਾਂਗੇ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ 3 ਦਿਨ ਹੀ ਮੇਰੇ ਕੋਲ ਬਹੁਤ ਹੀ ਵੱਡਮੁੱਲੇ ਗੈਸਟ ਆ ਰਹੇ ਨੇ ਔਰ ਗੈਸਟ ਵੀ ਉਹ ਨੇ ਜਿਹੜੇ ਕਿ ਬਿਲਕੁਲ ਚਾਨਣ ਮਨਾ ਰਹੇ ਨੇ ਆਪਣੀ ਆਪਣੀ ਫੀਲਡ ਦੇ ਵਿੱਚ, ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਅਸੀਂ ਕਵਰ ਕਰਨ ਜਾ ਰਹੇ ਹਾਂ ਉਹ ਹੈ ਆਰਟ ਜਾਂ ਕਲਾਕਾਰੀ ਜਾਂ ਆਰਟ। ਮੇਰਾ ਖਿਆਲ ਪੰਜਾਬੀਅਤ ਅਤੇ ਜਾਂ ਪੰਜਾਬ ਦੀ ਆਬ-ਹਵਾ, ਪੰਜਾਬ ਦੀ ਜ਼ਮੀਨ ਦੇ ਵਿੱਚ, ਪੰਜਾਬ ਦੇ ਪਾਣੀਆਂ ਦੇ ਵਿੱਚ, ਕਿਉਂਕਿ ਕਲਾ ਜਿਹੜੀ ਹੈ ਸਦੀਆਂ ਤੋਂ ਹੀ ਜਦੋਂ ਦੀ ਇਹ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ ਅਤੇ ਕਲਾ ਦਾ ਰੂਪ ਆਉਂਦਾ ਰਿਹਾ ਹੈ। ਜੇ ਅਸੀਂ ਬਹੁਤ ਪੁਰਾਣੇ ਜ਼ਮਾਨੇ 'ਤੇ ਜਾਈਏ ਕਿ ਜਦੋਂ ਕੁਛ ਵੀ ਨਹੀਂ ਹੁੰਦਾ ਸੀ, ਉਦੋਂ ਵੀ ਲੋਕ ਪੱਥਰਾਂ ਦੇ ਉੱਤੇ ਉਹ ਲਿਖ ਕੇ ਜਾਂ ਪੱਥਰਾਂ ਨੂੰ ਇਨਗਰੇਵ ਕਰਕੇ ਅਤੇ ਫੋਟੋਆਂ ਬਣਾ ਲੈਂਦੇ ਸੀ। ਇਤਿਹਾਸ ਦੀ ਰਚਨਾ, ਇਤਿਹਾਸ ਲਿਖਣ ਤੋਂ ਪਹਿਲੇ ਘਟਨਾ ਵਾਪਰਦੀ ਹੈ, ਚਾਹੇ ਉਹ ਇੱਕ ਕਿਸੇ ਨਾਟਕ ਦੇ ਰੂਪ ਵਿੱਚ ਜਾਂ ਇੱਕ ਹੋਣੀ ਦੇ ਰੂਪ ਵਿੱਚ ਜਾਂ ਕਿਸੇ ਇੱਕ ਲੜਾਈ ਜਾਂ ਵਾਰ ਦੇ ਰੂਪ ਦੇ ਵਿੱਚ ਹੋਵੇ। ਉਸ ਦੇ ਕਾਰਨਾਮਿਆਂ ਨੂੰ ਯਾਦ ਰੱਖਣ ਵਾਸਤੇ ਪਹਿਲੇ ਤਾਂ ਅਸੀਂ ਵੇਖਿਆ ਹੈ ਕਿ ਸਦੀਆਂ ਤੋਂ ਹੀ ਇੱਕ ਨਸਲ ਦਰ ਨਸਲ, ਪਿਓ ਤੋਂ ਪੁੱਤਰ, ਪੁੱਤਰ ਤੋਂ ਉਹਦੇ ਪੁੱਤਰ, ਫਿਰ ਪੋਤੇ ਪੜਪੋਤੇ, ਉਸੇ ਤਰ੍ਹਾਂ ਜਨਰੇਸ਼ਨ ਟੂ ਜਨਰੇਸ਼ਨ ਲੋਕਾਂ ਦੀ ਯਾਦਾਂ ਦੇ ਵਿੱਚ ਇਹ ਆਉਂਦਾ ਰਿਹਾ। ਫਿਰ ਇਹੀ ਯਾਦਾਂ ਜਿਹੜੀਆਂ ਨੇ ਕਿਸੇ ਕਹਾਣੀਆਂ ਦੇ ਵਿੱਚ ਬਦਲ ਗਈਆਂ, ਕਹਾਵਤਾਂ ਦੇ ਵਿੱਚ ਬਦਲ ਗਈਆਂ, ਸਟੋਰੀਜ਼ ਦੇ ਵਿੱਚ ਬਦਲ ਗਈਆਂ। ਫਿਰ ਉਹ ਚਿੱਤਰਕਾਰੀ ਦੇ ਵਿੱਚ ਆ ਗਈਆਂ। ਚਿੱਤਰਕਾਰੀ ਵੀ ਇੱਕ ਕਿਸਮ ਦਾ ਉਹਨਾਂ ਹੀ ਯਾਦਾਂ ਨੂੰ ਸੰਭਾਲ ਕੇ ਰੱਖਣ ਦਾ ਇੱਕ ਤਰੀਕਾ ਸੀ। ਜਿਵੇਂ ਤੁਸੀਂ ਅਜੰਤਾ ਅਤੇ ਐਲੋਰਾ ਦੀਆਂ ਗੁਫਾਵਾਂ ਦੇ ਦੇਖੋ ਅਤੇ ਪੱਥਰਾਂ ਦੇ ਉੱਤੇ ਵੀ ਉਹਨਾਂ ਨੇ ਲਿਖਿਆ। ਫਿਰ ਇਹ ਜਿਹੜੀ ਕਲਾ ਹੈ ਜਾਂ ਜਿਹੜੀ ਆਰਟ ਹੈ, ਆਰਟ ਸਾਡੇ ਹਰ ਜ਼ਿੰਦਗੀ ਦੇ ਭਾਵ ਦੇ ਵਿੱਚ ਕਿ ਹੁਣ ਤੁਸੀਂ ਕਾਰਪੈਂਟਰੀ ਲਾ ਲਓ, ਤਰਖਾਣ ਜਿਹੜੇ ਕਿ ਅਸੀਂ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ, ਹੁਣ ਕਾਰਪੈਂਟਰੀ ਇੰਨਾ ਇੱਕ ਫਾਈਨ ਕਾਈਂਡ ਆਫ ਆਰਟ ਹੈ ਔਰ ਕਿੰਨੀ ਕਮਾਲ ਦੀਆਂ ਉਹਨਾਂ ਨੇ ਕਾਰਪੈਂਟਰੀ ਦੇ ਵਿੱਚ ਕੰਮ ਹੋਏ ਨੇ। ਇਸੇ ਤਰ੍ਹਾਂ ਇੱਕ ਘੁਮਿਆਰ ਨੂੰ ਲੈ ਲਓ, ਘੁਮਿਆਰੀ ਨੂੰ ਲੈ ਲਓ, ਉਹਦੇ ਹੱਥਾਂ ਦੀ ਕਲਾ, ਇੱਕ ਬਿਲਕੁਲ ਮਿੱਟੀ ਨੂੰ ਲੈ ਕੇ ਪਾਣੀ ਦੇ ਵਿੱਚ ਘੋਲ ਕੇ ਚੀਕਣੀ ਜਾਂ ਦੂਜੀ ਮਿੱਟੀ ਨੂੰ ਕਰਕੇ ਉਹਦੇ ਵਿੱਚ ਉਹ ਸਰਕਲ ਦੇ ਉੱਤੇ ਆਪਣੇ ਚਲਾ ਕੇ ਅਤੇ ਭਾਂਤ ਦੀਆਂ ਚੀਜ਼ਾਂ ਬਣਾਉਣੀਆਂ, ਉਹਦੇ ਵਿੱਚੋਂ ਹੀ ਖਿਡੌਣੇ ਵੀ ਬਣਾਉਣੇ, ਉਹਦੇ ਵਿੱਚੋਂ ਹੀ ਬਰਤਨ ਵੀ ਬਣਾਉਣੇ। ਫਿਰ ਤੁਸੀਂ ਦਰਜੀ ਨੂੰ ਲੈ ਲਓ, ਫਿਰ ਤੁਸੀਂ ਲੁਹਾਰ ਨੂੰ ਲੈ ਲਓ, ਸੁਨਿਆਰ ਨੂੰ ਲੈ ਲਓ, ਹਲਵਾਈ ਨੂੰ ਲੈ ਲਓ, ਤੁਸੀਂ ਕਿਸੇ ਨੂੰ ਵੀ ਕਸ਼ੀਦਾਕਾਰੀ ਵਾਲੇ ਨੂੰ ਲੈ ਲਓ। ਕਦੀ ਮੈਂ ਹੈਰਾਨ ਹੁੰਦਾ ਕਿ ਵੀ ਕਾਸ਼ਤਕਾਰੀ ਜਾਂ ਕਸ਼ੀਦਾਕਾਰੀ, ਹੁਣ ਜਿਵੇਂ ਪੇਜ਼ਲੀ ਹੈ ਜਿਹਨੂੰ ਅੰਬ ਦੀ ਬੂਟੀ ਕਹਿੰਦੇ ਆ, ਪੇਜ਼ਲੀ ਇੱਕ ਇੰਟਰਨੈਸ਼ਨਲ ਚੀਜ਼ ਬਣ ਗਈ ਹੈ, ਅੱਜ ਸਾਰੀ ਦੁਨੀਆ ਉਸ ਨੂੰ ਕਰਦੀ ਹੈ। ਜਾਂ ਇਸੇ ਤਰ੍ਹਾਂ ਜਿਹੜੀਆਂ ਫੁਲਕਾਰੀ ਹੈ, ਫੁਲਕਾਰੀ ਹੈਜ਼ ਬਿਕਮ ਏ ਯੂਨੀਵਰਸਲ। ਅਤੇ ਜਦੋਂ ਕੰਪਿਊਟਰ ਨਹੀਂ ਹੁੰਦੇ ਸੀ, ਅੱਜ ਤਾਂ ਹਰ ਡਿਜ਼ਾਈਨ ਅਸੀਂ ਪਹਿਲੇ ਕੰਪਿਊਟਰ ਨਾਲ
ਪਹਿਲੇ ਡਿਜ਼ਾਈਨ ਕਰਕੇ ਉਸ ਨੂੰ ਦੇਖ ਲੈਂਦੇ ਹਾਂ, ਸ਼ੇਪ ਦੇਖ ਲੈਂਦੇ ਹਾਂ, ਕਲਰ ਕੰਬੀਨੇਸ਼ਨ ਦੇਖ ਲੈਂਦੇ ਹਾਂ। ਪਰ ਉਸ ਵਕਤ ਕੋਈ ਕੰਪਿਊਟਰ ਨਹੀਂ ਹੁੰਦਾ ਸੀ, ਪਰ ਫਿਰ ਵੀ ਇਹ ਜਿਹੜੇ ਸਾਡੇ ਆਰਟਿਸਟ ਸਨ ਇਹ ਕਮਾਲ ਦੇ ਆਰਟਿਸਟ ਹੁੰਦੇ ਸਨ। ਤੁਸੀਂ ਦਰੀਆਂ ਲੈ ਲਓ, ਖੇਸ ਲੈ ਲਓ, ਬੁਣਨਾ ਲੈ ਲਓ, ਮੰਜੀ ਲੈ ਲਓ, ਪਾਵੇ ਲੈ ਲਓ, ਕੋਈ ਕਿਸੇ ਤਰ੍ਹਾਂ ਦਾ। ਔਰ ਘਰ ਦੇ ਵਿੱਚ ਤੁਸੀਂ ਉਹ ਦੇਖ ਲਓ ਕਿ ਵੀ ਦੁੱਧ ਰਿੜਕਣ ਵਾਲੀ ਜਿਹੜੀ ਲੜਕੀ ਜਾਂ ਮਾਂ ਜਾਂ ਸੱਸ ਜਾਂ ਹੁੰਦੀ ਸੀ, ਉਹਦੇ ਰਿੜਕਣ ਦੀ ਸ਼ੇਪ ਜਾਂ ਉਹ ਮਧਾਣੀ ਦੀ ਸ਼ੇਪ, ਉਹ ਹਰ ਚੀਜ਼ ਸਾਰੀ ਨਾ ਆਪਣੇ ਆਪ ਰੂਪ ਦੇ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਆਰਟ ਹੁੰਦਾ ਸੀ। ਅਤੇ ਫਿਰ ਗੁਰੂ ਸਾਹਿਬ ਆਏ। ਗੁਰੂ ਸਾਹਿਬ ਦੇ ਵੇਲੇ ਵੀ ਕੁਛ ਜੰਗਾਂ ਹੋਈਆਂ, ਕੁਛ ਸ਼ਹੀਦੀਆਂ ਹੋਈਆਂ, ਅਤੇ ਉਹਨਾਂ ਨੂੰ ਵੀ ਇਤਿਹਾਸਕਾਰਾਂ ਨੇ ਆਪਣੇ ਤੌਰ ਦੇ ਉੱਤੇ ਲਿਖਿਆ। ਪਰ ਫਿਰ ਉਹਨਾਂ ਨੂੰ ਚਿੱਤਰਕਾਰੀ ਦੇ ਰੂਪ ਦੇ ਵਿੱਚ ਇੱਕ ਬੜੀ ਮਹਾਨ ਸ਼ਖਸੀਅਤ ਸਰਦਾਰ ਕਿਰਪਾਲ ਸਿੰਘ ਸਾਡੇ ਨਾਲ ਇਸ ਦੁਨੀਆ ਦੇ ਵਿੱਚ ਆਏ, ਅਤੇ ਉਹਨਾਂ ਨੇ ਇੰਨਾ ਕੁਛ ਕੀਤਾ ਕਿ 1923 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ 1939 'ਚ ਉਹਨਾਂ ਨੇ ਮੈਟ੍ਰਿਕ ਕੀਤੀ। ਪਰ ਸ਼ੁਰੂ ਤੋਂ ਹੀ ਉਹਨਾਂ ਨੂੰ ਚਿੱਤਰਕਾਰੀ ਦਾ ਇੰਨਾ ਸ਼ੌਕ ਸੀ। ਅਤੇ ਉਹਨਾਂ ਦੇ ਪਿਤਾ ਜੀ ਵੀ ਇੱਕ ਸਰਦਾਰ ਭਗਤ ਸਿੰਘ ਰਾਮਗੜੀਆ ਉਹਨਾਂ ਦਾ ਨਾਂ ਸੀ, ਉਹਨਾਂ ਨੂੰ ਵੀ ਮਤਲਬ ਕਾਰੀਗਰੀ ਦਾ ਜਾਂ ਮਤਲਬ ਤਰਖਾਣ ਜਾਂ ਕਾਰਪੈਂਟਰੀ ਦਾ ਇੰਨਾ ਸ਼ੌਕ ਸੀ ਕਿ ਅੱਜ ਵੀ ਜੀਰੇ ਪਿੰਡ ਦੇ ਮੰਦਰ ਦੇ ਵਿੱਚ, ਜੈਨ ਮੰਦਰ ਦੇ ਬਾਹਰ ਜਿਹੜੀ ਉਹਦੀ ਚੌਖਾਟ ਦੇ ਉੱਤੇ ਉਹਦੀ ਕਾਰੀਗਰੀ ਹੋਈ ਹੈ, ਉਹ ਸਰਦਾਰ ਭਗਤ ਸਿੰਘ ਹੋਰਾਂ ਦੀ ਅੱਜ ਵੀ ਲੋਕ ਉਸ ਨੂੰ ਦੇਖਣ ਜਾਂਦੇ ਨੇ, ਕਿਉਂਕਿ ਇਹ ਕਾਰੀਗਰੀਆਂ ਅਤੇ ਸਰਦਾਰ ਕਿਰਪਾਲ ਸਿੰਘ ਦੀਆਂ ਲਿਖਤਾਂ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੇ ਹੱਥ ਦੀ ਚਿੱਤਰਕਾਰੀ, ਉਹਨਾਂ ਨੇ ਸਾਡੇ ਗੁਰੂ ਸਾਹਿਬਾਨ ਦੀਆਂ ਜਾਂ ਸਿੱਖ ਇਤਿਹਾਸ ਨੂੰ ਉਹਨਾਂ ਨੇ ਇੱਕ ਪਰਮਾਨੈਂਟ ਤੌਰ ਦੇ ਉੱਤੇ ਇੱਕ ਨਵੀਂ ਸ਼ੇਪ, ਨਵੀਂ ਰੋਸ਼ਨੀ, ਨਵਾਂ ਜੀਵਨ ਦੇ ਦਿੱਤਾ। ਉਹਨਾਂ ਨੇ ਉਹਨਾਂ ਯੋਧਿਆਂ ਨੂੰ ਜਾਂ ਉਹਨਾਂ ਕੁਰਬਾਨੀਆਂ ਨੂੰ, ਉਹਨਾਂ ਸ਼ਹਾਦਤਾਂ ਨੂੰ ਇੱਕ ਇਹੋ ਜਿਹਾ ਰੂਪ ਦੇ ਦਿੱਤਾ ਕਿ ਜਿਹੜਾ ਹੁਣ ਆਉਣ ਵਾਲੀਆਂ ਸਦੀਆਂ ਬਰ ਸਦੀਆਂ ਹੀ ਸਾਡੇ ਕਾਇਮ ਰਹੇਗਾ। ਅੱਜ ਦੇ ਜਿਹੜੇ ਮੇਰੇ ਗੈਸਟ ਹੈਗੇ ਨੇ, ਮੈਨੂੰ ਬੜੇ ਮਾਣ ਨਾਲ, ਬੜੇ ਖੁਸ਼ੀ ਨਾਲ, ਮਤਲਬ ਉਹ ਵੀ ਇੱਕ ਕਿਸੇ ਵੀ ਵੱਡੇ ਇੱਕ ਮਤਲਬ ਸੇਂਟ ਤੋਂ ਜਾਂ ਇੱਕ ਸਾਧੂ ਸੁਭਾਅ ਤੋਂ ਘੱਟ ਨਹੀਂ ਹਨ। ਉਹ ਹੈਗੇ ਨੇ ਸਰਦਾਰ ਜਰਨੈਲ ਸਿੰਘ ਜੀ ਆਰਟਿਸਟ। ਜਰਨੈਲ ਸਿੰਘ ਜੀ ਆਰਟਿਸਟ ਇੱਕ ਇਹੋ ਜਿਹੀ ਸ਼ਖਸੀਅਤ ਹਨ ਕਿ ਜਿਨ੍ਹਾਂ ਨੂੰ ਸਾਰੇ ਹੀ ਲੋਕ ਜਾਣਦੇ ਨੇ, ਕਿਉਂਕਿ ਕਈ ਵਾਰੀ ਤੁਸੀਂ ਇਤਿਹਾਸ 'ਚ ਦੇਖਿਆ ਹੈ ਕਿ ਜਦੋਂ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀ ਖਾਹਿਸ਼ ਹੁੰਦੀ ਹੈ ਕਿ ਮੇਰੀ ਉਮਰ ਡਬਲ ਹੋ ਜਾਏ, ਮੇਰਾ ਇੱਕ ਜੀਵਨ ਦੀ ਬਜਾਏ 2 ਜੀਵਨ ਹੋ ਜਾਏ। ਜਦੋਂ ਮੈਂ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਲਾਈਫ ਅਤੇ ਸਰਦਾਰ ਜਰਨੈਲ ਸਿੰਘ ਦੀ ਲਾਈਫ ਦੇਖਦਾ ਅਤੇ ਮੈਂ ਇਹਨੂੰ ਇਹ ਲੱਗਦਾ ਕਿ ਇਹ ਸਰਦਾਰ ਜਰਨੈਲ ਸਿੰਘ ਬਲਕਿ ਦੂਜੇ ਕਿਰਪਾਲ ਸਿੰਘ ਹੈਗੇ ਨੇ, ਕਿਰਪਾਲ ਸਿੰਘ 1, ਕਿਰਪਾਲ ਸਿੰਘ 2, ਜਾਂ ਸੈਕਿੰਡ ਜਨਰੇਸ਼ਨ ਨਹੀਂ ਬਲਕਿ ਇੱਕੋ ਹੀ ਲਾਈਫ ਦੇ 2 ਐਕਸਟੈਂਸ਼ਨਸ ਨੇ। ਸੋ ਵੈਲਕਮ ਜੀ ਜਰਨੈਲ ਜੀ, ਮੈਨੂੰ ਬਹੁਤ ਹੀ ਮਾਣ ਨਾਲ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਅੱਜ ਇਸ ਸਟੂਡੀਓ ਦੇ ਵਿੱਚ ਆਪਣੇ ਸਾਹਮਣੇ ਬੈਠਿਆਂ ਵੇਖ ਕੇ। ਵੈਲਕਮ ਟੂ ਦਿਸ। ਮੈਨੂੰ ਕੁਝ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਿੱਥੋਂ ਕਰਾਂ। ਤੁਸੀਂ ਨੌਲੇਜ ਦਾ, ਆਰਟ ਦਾ ਇੱਕ ਭੰਡਾਰਾ ਹੈਗੇ ਹੋ। ਤੁਸੀਂ ਆਪਣਾ ਬਚਪਨ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਬਚਪਨ ਦੇ ਵਿੱਚ ਕਈ ਚੀਜ਼ਾਂ ਮਤਲਬ ਸਿੱਖੀਆਂ ਵੀ ਨੇ। ਉਹ ਵੀ ਕਿਸੇ, ਜਿਵੇਂ ਕਿ ਸਰਦਾਰ ਕਿਰਪਾਲ ਸਿੰਘ ਵੀ ਕਿਸੇ ਫਾਰਮਲ ਸਕੂਲ ਦੇ ਵਿੱਚ ਉਹਨਾਂ ਨੇ ਕੋਈ ਪੇਂਟਿੰਗ ਵਗੈਰਾ ਦੀ ਟ੍ਰੇਨਿੰਗ ਨਹੀਂ ਲਈ। ਤੁਸੀਂ ਵੀ, ਤੁਹਾਨੂੰ ਵੀ ਇੱਕ ਨੈਚੁਰਲ ਜਿਹੜੀ ਵਿਰਸੇ ਦੇ ਵਿੱਚ ਮਿਲੀ ਹੈ। ਕੁਛ ਮੈਨੂੰ ਆਪਣੇ ਕੁਝ ਬਚਪਨ ਦੀਆਂ ਗੱਲਾਂ ਦੱਸੋ ਆਪਣੇ ਡੈਡੀ ਦੇ ਨਾਲ। ਹਾਂਜੀ, ਬਚਪਨ ਦੇ ਵਿੱਚ ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੀ ਆ ਕਿ ਪਿਤਾ ਜੀ ਨੇ ਵੀ ਕਿਤੋਂ ਸਿਖਲਾਈ ਨਹੀਂ ਲਿੱਤੀ ਅਤੇ ਨਾ ਹੀ ਮੈਂ ਸਿਖਲਾਈ ਲਿੱਤੀ ਆ। ਬਸ ਉਹ ਜਿਹੜੀ ਸਕੂਲ ਦੇ ਵਿੱਚ ਡਰਾਇੰਗ ਦਾ ਵਿਸ਼ਾ ਹੁੰਦਾ 10ਵੀਂ ਤਾਈਂ, ਉਹੀ ਜਿਹਾ ਮੇਰੀ ਜਿੰਨੀ ਡਰਾਇੰਗ ਦੀ ਜੇ ਫਾਰਮਲ ਪੜ੍ਹਾਈ ਨੂੰ ਆਪਾਂ ਕਹਿ ਸਕਦੇ ਹਾਂ। ਤੋ ਜਿਵੇਂ ਛੋਟੇ ਬੱਚੇ ਕਰਦੇ ਰਹਿੰਦੇ ਵੀ ਜੇ ਮਾਸਟਰ ਕਲਾਸ 'ਚ ਪੜ੍ਹਾਈ ਜਾਂਦਾ ਤਾਂ ਅਸੀਂ ਆਪਦੇ ਉਹ ਕਾਪੀਆਂ 'ਤੇ ਹੀ ਬਣਾਈ ਜਾਣੇ ਫੁੱਲ ਬੂਟੇ, ਚਿੜੀਆਂ, ਤੋਤੇ, ਉਹੋ ਜਿਹਾ ਕੁਛ ਕਰਦੇ ਰਹਿੰਦੇ। ਅਤੇ ਮੈਨੂੰ ਇੱਕ ਵਾਰੀ ਯਾਦ ਹੈ ਕਿ ਅਸੀਂ ਉਦੋਂ ਦਿੱਲੀ ਹੁੰਦੇ ਸੀ, ਮੈਂ ਤਾਂ ਤੀਸਰੀ ਦੂਸਰੀ 'ਚ ਪੜ੍ਹਦਾ ਸੀ ਅਤੇ ਸਰਦਾਰ ਸੋਭਾ ਸਿੰਘ ਸਾਡੇ
ਘਰੇ ਆਏ ਪਿਤਾ ਜੀ ਨੂੰ ਮਿਲ, ਅਤੇ ਪਿਤਾ ਜੀ ਨੇ ਮੈਨੂੰ ਕਿਹਾ ਵੀ ਲਿਆ ਤੂੰ ਵੀ ਡਰਾਇੰਗਾਂ ਦਿਖਾ ਆਪਣੀਆਂ। ਉਹ ਮੇਰੀਆਂ ਡਰਾਇੰਗਾਂ ਕੀ ਐਡੇ ਵੱਡੇ ਕਲਾਕਾਰ ਦੇ ਸਾਹਮਣੇ ਉਹ ਕੀ ਦਿਖਾਉਣ ਜੋਗੀਆਂ ਹੋਣੀਆਂ ਸੀਗੀਆਂ। ਚਲੋ ਮੈਂ ਆਪਣੀ ਉਹ ਡਰਾਇੰਗ ਬੁੱਕ ਜੀ ਉਹ ਉਹਨਾਂ ਨੂੰ ਦਿਖਾਈ ਅਤੇ ਚਲੋ, ਪਰ ਉਹਨਾਂ ਨੇ ਮੈਨੂੰ ਐਨਕਰੇਜ ਕਰਨ ਦੇ ਵਜੋਂ ਹੀ ਮੈਨੂੰ ਇੱਕ ਅਠਿਆਨੀ ਪਿਆਰ ਵਜੋਂ ਦਿੱਤੀ, ਅਤੇ ਉਹ ਕਿੰਨਾ ਚਿਰ ਮਤਲਬ ਸੰਭਾਲ ਕੇ ਰੱਖੀ। ਕਿੰਨਾ ਵੱਡਾ ਮਾਣ ਸੀ ਸਰਦਾਰ ਸੋਭਾ ਸਿੰਘ। ਮੈਂ ਆਪਣੇ ਸਰੋਤੇ ਨੇ ਦੱਸਦੇ ਹਾਂ ਕਿ ਜਿੰਨੇ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਮਤਲਬ ਫੋਟੋ ਜਾਂ ਜਿਨ੍ਹਾਂ ਦੀ ਇੱਕ ਚਿੱਤਰਕਾਰ ਪਿਕਚਰ ਸਰਦਾਰ ਸੋਭਾ ਸਿੰਘ ਦੀ ਮਤਲਬ ਹਰ ਘਰ ਦੇ ਵਿੱਚ ਹਰ ਜਗ੍ਹਾ 'ਤੇ ਉਹ ਹੈ। ਹਾਂਜੀ, ਔਰ ਹੀ ਵਾਜ਼ ਅ ਗ੍ਰੇਟ ਆਰਟਿਸਟ। ਯੈਸ ਯੈਸ, ਬਿਲਕੁਲ। ਗਿਵ ਅਪ ਯੋਰ ਲਾਈਫ। ਜੇ ਕਰਤਾਰ ਨੂੰ ਦਾਤੇ ਨੂੰ ਮਨਜ਼ੂਰ ਹੋਇਆ ਅਤੇ ਉਹ ਤੁਹਾਨੂੰ ਦੁਬਾਰਾ ਇਸ ਦੁਨੀਆ ਦੇ ਵਿੱਚ ਲੈ ਆਏਗੀ। ਮੈਂ ਜਦੋਂ ਤੁਹਾਡੇ ਵਰਗੀਆਂ ਸ਼ਖਸੀਅਤਾਂ, ਸਰਦਾਰ ਕਿਰਪਾਲ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ, ਸਰਦਾਰ ਸੋਭਾ ਸਿੰਘ ਵਰਗਿਆਂ ਨੂੰ, ਜਾਂ MS ਰੰਧਾਵਾ ਵਰਗੇ, ਜਾਂ ਇਹਨਾਂ ਲੋਕਾਂ ਨੂੰ ਮੈਂ ਅਗਰ ਦੇਖਦਾ ਤਾਂ ਮੈਨੂੰ ਲੱਗਦਾ ਵੀ ਉਹ ਗੁਰੂ ਨਾਨਕ ਦੇਵ ਜੀ ਦੀ ਉਹ ਕਰਨੀ ਕਿ ਜਿਹੜੇ ਉਹ ਯੋਗੀ ਸਨ, ਪ੍ਰੋਫੈਸਰ, ਉਹ ਮੁੜ ਕੇ ਇਸੇ ਜਨਮ ਵਿੱਚ ਦੁਬਾਰਾ ਆਏ ਨੇ। ਅਤੇ ਸਰਦਾਰ ਕਿਰਪਾਲ ਸਿੰਘ ਵੀ ਉਹਨਾਂ ਇੱਕ ਸ਼ਖਸੀਅਤਾਂ ਤੋਂ ਨੇ। ਅਸੀਂ ਬਹੁਤ ਕੁਝ ਉਹਨਾਂ ਬਾਰੇ ਤੁਹਾਡੇ ਤੋਂ ਕੋਈ ਬੈਟਰ ਸਾਨੂੰ ਦੱਸ ਨਹੀਂ ਸਕਦਾ, ਕਿਉਂਕਿ ਤੁਸੀਂ ਉਹਨਾਂ ਨਾਲ ਬਹੁਤ ਸਾਰੇ ਸਾਲ ਜਨਮ ਤੋਂ ਲੈ ਕੇ ਉਹਨਾਂ ਦੀ ਡੈਥ ਤੱਕ ਉਹਨਾਂ ਦੇ ਨਾਲ ਰਹੇ ਹੋ। ਸੋ ਪਲੀਜ਼ ਟੈਲ ਅਸ ਕਿ ਉਹਨਾਂ ਦੀ ਐਗਜ਼ੀਬਿਸ਼ਨ, ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਔਖਿਆਈਆਂ, ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਵੱਧ ਤੋਂ ਵੱਧ ਅਸੀਂ ਸੁਣਨਾ ਚਾਹਵਾਂਗੇ। ਹਾਂਜੀ, ਉਹਨਾਂ ਦਾ ਇਸ ਤਰ੍ਹਾਂ ਸੀ, ਮੈਨੂੰ ਯਾਦ ਹੈ ਜਦੋਂ ਮੈਂ ਤਾਂ ਛੋਟਾ ਹੀ ਸੀ ਉਦੋਂ, ਅਤੇ ਆਮ ਤੌਰ 'ਤੇ ਇਹ ਸਵਾਲ ਪੁੱਛਿਆ ਜਾਂਦਾ ਸੀ, ਮੈਨੂੰ ਵੀ ਉਹੀ ਸਵਾਲ ਪੁੱਛਦੇ ਲੋਕ ਹੁਣ, ਬਈ ਇਹ ਕਿਸ ਤਰ੍ਹਾਂ ਬਣਾਉਂਦੇ ਹੋ ਜੀ ਇਹ ਤਸਵੀਰਾਂ ਸਾਰੀਆਂ। ਅਤੇ ਉਹ ਇਹ ਕਹਿੰਦੇ ਹੁੰਦੇ ਸੀਗੇ ਬਈ ਉਹ ਮੇਰੇ ਦਿਮਾਗ ਦੇ ਵਿੱਚ ਪੂਰੀ ਬਣੀ ਬਣਾਈ ਪੇਂਟਿੰਗ ਆ ਜਾਂਦੀ ਹੈ, ਮੈਂ ਤਾਂ ਉਹਨੂੰ ਅੱਗੇ ਕੈਨਵਸ 'ਤੇ ਉਤਾਰ ਦਿੰਦਾ। ਅਤੇ ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਅਤੇ ਕਈ ਵਾਰੀ ਮੈਂ ਸੋਚਣਾ ਵੀ ਇੱਦਾਂ ਕਿੱਦਾਂ ਹੋ ਜਾਂਦਾ ਬਈ ਪੂਰੀ ਬਣੀ ਬਣਾਈ ਪੇਂਟਿੰਗ ਆ ਜਾਂਦੀ ਆ। ਪਰ ਜੇ ਅੱਜ ਮੈਨੂੰ ਕੋਈ ਪੁੱਛਦਾ ਹੈ ਤਾਂ ਮੈਂ ਵੀ ਉਹੀ ਜਵਾਬ ਦਊਂਗਾ। ਉਹ ਇਸ ਤਰ੍ਹਾਂ ਹੁੰਦਾ ਕਿ ਤੁਹਾਡੀ ਜਿਹੜੀ ਕੰਸਨਟ੍ਰੇਸ਼ਨ ਆ ਔਰ ਵਿਜ਼ੂਅਲਾਈਜੇਸ਼ਨ ਦੀ ਕਪੈਸਿਟੀ ਇੰਨੀ ਡਿਵੈਲਪ ਹੋ ਜਾਂਦੀ ਆ ਹਾਈਲੀ, ਕਿ ਤੁਸੀਂ ਉਹ ਪੂਰਾ ਜਿਹੜਾ ਦ੍ਰਿਸ਼ ਹੈਗਾ ਕੋਈ ਵਾਕਿਆ ਤਾਂ ਉਹਨੂੰ ਉਸੇ ਤਰ੍ਹਾਂ ਹੀ ਦੇਖ ਸਕਦੇ ਹੋ। ਇੱਕ ਉਹਨਾਂ ਦੀ ਪੇਂਟਿੰਗ ਹੈਗੀ ਆ ਵੀ ਹਰੀ ਸਿੰਘ ਨਲੂਆ ਪਿਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਰਿਹਾ। ਪਿਤਾ ਜੀ ਕਦੇ ਪਿਸ਼ਾਵਰ ਨਹੀਂ ਗਏ ਸੀਗੇ, ਪਰ ਉਹ ਜਦੋਂ ਕਿਸੇ ਵਿਅਕਤੀ ਨੇ ਉਹ ਦੇਖੀ ਪੇਂਟਿੰਗ, ਕਹਿੰਦੇ ਵੀ ਇਹ ਤਾਂ ਉਹ ਕਿੱਸਾਖਾਨੀ ਬਾਜ਼ਾਰ ਲੱਗਦਾ ਪਿਸ਼ਾਵਰ ਦਾ। ਮਤਲਬ ਉਹਨਾਂ ਦੀ ਵਿਜ਼ੂਅਲਾਈਜੇਸ਼ਨ ਔਰ ਇਮੈਜੀਨੇਸ਼ਨ ਹੀ ਇੰਨੀ ਸਟਰੋਂਗ ਸੀਗੀ ਕਿ ਉਹਨਾਂ ਨੇ ਹੂ ਉਹੀ ਚੀਜ਼ ਉੱਤੇ ਸਾਕਾਰ ਕਰ ਦਿੱਤੀ। ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਕਿ ਜਦੋਂ ਤੁਸੀਂ ਹਾਈਐਸਟ ਫਾਰਮ ਆਫ ਕੰਸਨਟ੍ਰੇਸ਼ਨ, ਮੈਂਟਲ ਕੰਸਨਟ੍ਰੇਸ਼ਨ ਦੇ ਉਸ ਮੁਕਾਮ 'ਤੇ ਪਹੁੰਚਦੇ ਹੋ ਤਾਂ ਜਿਵੇਂ ਕਹਿੰਦੇ ਨਾ ਵੀ ਤੁਸੀਂ ਤ੍ਰੈ ਕਾਲਦਰਸ਼ੀ ਹੋ ਜਾਂਦੇ ਹੋ। ਤੁਸੀਂ ਕੁਛ ਵੀ ਜਿੱਥੇ ਕਿਤੇ ਵੀ ਜੋ ਕੁਛ ਵਾਪਰ ਰਿਹਾ ਉਹ ਦੇਖ ਸਕਦੇ ਆ। ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਵੀ ਜੇ ਅੱਜ ਤੋਂ ਕੋਈ 50 ਸਾਲ ਜਾਂ 100 ਸਾਲ ਪਹਿਲਾਂ ਕਹਿੰਦਾ ਕਿ ਹਵਾ ਦੇ ਵਿੱਚ ਤਸਵੀਰਾਂ ਉੱਡੀਆਂ ਫਿਰਦੀਆਂ ਨੇ ਜਾਂ ਗੀਤ ਸੰਗੀਤ ਉੱਡਿਆ ਫਿਰਦਾ, ਤਾਂ ਉਹ ਸੁਣਨ ਵਾਲਾ ਇਹੀ ਕਹਿੰਦਾ ਹੋਊਗਾ ਵੀ ਇਹਦਾ ਦਿਮਾਗ ਸਹੀ ਨਹੀਂ। ਪਰ ਅੱਜ ਦੇਖੋ ਵੀ ਵਾਇਰਲੈਸ ਦੇ ਨਾਲ, ਵਾਈਫਾਈ ਦੇ ਨਾਲ ਤੁਹਾਡੇ ਕੋਲ ਸਾਰਾ ਕੁਛ ਤੁਹਾਡੇ ਫੋਨ ਦੇ ਵਿੱਚ, ਮਿਊਜ਼ਿਕ ਵੀ ਹੈ, ਮੂਵੀਜ਼ ਵੀ ਹੈਗੀਆਂ ਨੇ, ਸਭ ਕੁਛ ਤੁਸੀਂ ਦੇਖ ਸਕਦੇ ਹੋ, ਹੈ ਨਾ। ਇਹ ਹੈ ਕਿ ਉਦੋਂ ਤੱਕ ਸਾਡਾ ਮਾਈਂਡ ਜਿਹੜਾ ਸਾਇੰਸ ਦਾ ਉਹ ਹਾਇਰ ਲੈਵਲ ਆ, ਉਦੋਂ ਤੱਕ ਨਹੀਂ ਸੀ ਸੋਚ ਸਕਦਾ, ਪਰ ਇਹ ਚੀਜ਼ਾਂ ਆਲਰੇਡੀ ਸੀਗੀਆਂ। ਠੀਕ ਹੈ, ਬਿਲਕੁਲ ਠੀਕ ਹੈ ਨਾ। ਸੋ ਇਸੇ ਤਰ੍ਹਾਂ ਹੀ ਜਿਹੜੀ ਹਿਊਮਨ ਮਾਈਂਡ ਦੀ ਜਿਹੜੀ ਹੈਗੀ ਆ, ਮੈਂ ਸਮਝਦਾ ਕਿ ਪਿਤਾ ਜੀ ਉਸ ਲੈਵਲ 'ਤੇ ਉਹਨਾਂ ਦੀ ਸੀਗੀ ਕੰਸਨਟ੍ਰੇਸ਼ਨ ਕਿ ਉਹ ਕਹਿੰਦੇ ਵੀ ਮੈਂ ਤਾਂ 2-3 ਚੀਜ਼ਾਂ ਹੀ ਮੈਨੂੰ ਆਉਂਦੀਆਂ ਬਣਾਉਣੀਆਂ, ਬਈ ਪੁਰਾਤਨ ਸਿੰਘ ਅਤੇ ਘੋੜੇ ਅਤੇ ਮੁਸਲਮਾਨ। ਇਹ ਉਹਨਾਂ ਦੀ ਸਪੈਸ਼ਲਿਟੀ ਸੀ। ਉਹਨਾਂ ਦੀ ਸਪੈਸ਼ਲਿਟੀ ਸੀ। ਔਰ ਉਹ ਜਿਹੜੇ ਉਹਨਾਂ ਨੇ ਉਸ ਟਾਈਮ ਦਾ
ਜਿਹੜਾ ਟਾਰਚਰ ਆਫ ਸਿੱਖਸ ਜਾਂ ਹੋਰ ਚੀਜ਼ਾਂ ਚਿਤਰੀਆਂ, ਜਰਨੈਲ ਚਿੱਤਰੇ, ਜੰਗ ਯੁੱਧ ਚਿੱਤਰੇ, ਉਹ ਤੁਹਾਨੂੰ ਆਪ ਮਹਿਸੂਸ ਹੁੰਦਾ ਕਿ ਤੁਸੀਂ ਉਸ ਮੁਕਾਮ 'ਤੇ ਜੰਗ ਦੇ ਵਿੱਚ ਖੜ੍ਹੇ ਹੋ। ਅਸੀਂ ਅਤੇ ਉਹ ਮਤਲਬ ਇਹ ਆ ਵੀ ਕੰਸਨਟ੍ਰੇਸ਼ਨ, ਵਿਜ਼ੂਅਲਾਈਜੇਸ਼ਨ, ਔਰ ਫਿਰ ਉਹਨਾਂ ਦੀ ਹਿਸਟਰੀ ਦੀ ਸਟੱਡੀ ਬਹੁਤ ਸੀਗੀ। ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਤਲਬ ਦੱਸਦੇ ਕੁਦਰਤ ਹੁੰਦੇ ਵੱਲੋਂ ਉਹਨਾਂ ਸੀ। ਨੂੰ ਮਤਲਬ ਅਸੀਂ ਬੜੇ ਇੱਕ ਇੰਟਰਸਟਿੰਗ ਸਬਜੈਕਟ ਦੇ ਉੱਤੇ ਗੱਲ ਕਰ ਰਹੇ ਹਾਂ, ਪੰਜਾਬ ਦੀ ਕਲਾ ਦੇ ਉੱਤੇ, ਆਰਟ ਦੇ ਉੱਤੇ। ਮੈਂ ਜਦੋਂ ਸਰਦਾਰ ਕਿਰਪਾਲ ਸਿੰਘ ਦੀ ਲਾਈਫ ਦੇ ਬਾਰੇ ਪੜ੍ਹ ਰਿਹਾ ਸੀ, ਬੜੇ ਸਾਲ ਪਹਿਲੇ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਵੱਡੀ ਸ਼ਖਸੀਅਤ ਸਨ, ਸਰਦਾਰ ਇੰਦਰਜੀਤ ਸਿੰਘ, ਅਤੇ ਉਹ ਸਰਦਾਰ ਕਿਰਪਾਲ ਸਿੰਘ ਉਹਨਾਂ ਦੇ ਵੀ ਬੜੇ ਫੈਨ ਸੀ ਅਤੇ ਮੇਰੇ ਵੀ ਬੜੇ ਚੰਗੇ ਦੋਸਤ ਸੀ ਪੰਜਾਬ ਐਂਡ ਸਿੰਧ ਬੈਂਕ ਦੇ। ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਹਨ। 1998 ਦੇ ਵਿੱਚ ਮੈਂ ਉਹਨਾਂ ਨੂੰ, ਜਦੋਂ ਠੀਕ ਨਹੀਂ ਸਨ, ਉਹਨਾਂ ਦੀ ਡੈਥ ਤੋਂ ਤਕਰੀਬਨ 15-20 ਦਿਨ, 1 ਮਹੀਨਾ ਪਹਿਲੇ ਮੈਂ ਉਹਨਾਂ ਨੂੰ ਮਿਲਣ ਗਿਆ। ਉਹਨਾਂ ਦੇ ਲਿਵਿੰਗ ਰੂਮ ਦੇ ਵਿੱਚ ਇੱਕ ਬਹੁਤ ਹੀ ਵੱਡੀ, ਆਲਮੋਸਟ 10x20 ਫੀਟ ਦੀ ਬੜੀ ਵੱਡੀ ਇੱਕ ਗੁਰੂ ਸਾਹਿਬਾਨ ਦੇ ਉੱਤੇ ਫੋਟੋ ਸੀ। ਮੈਨੂੰ ਬਹੁਤ ਹੀ ਚੰਗੀ ਲੱਗੀ, ਮੈਂ ਕਿੰਨੀ ਦੇਰ ਦੇਖਦਾ ਰਿਹਾ। ਪਰ ਉਦੋਂ ਮੈਨੂੰ, ਕਿਉਂਕਿ ਮੈਂ ਸਰਦਾਰ ਕਿਰਪਾਲ ਸਿੰਘ ਬਾਰੇ ਬਹੁਤਾ ਵਾਕਫੀਅਤ ਨਹੀਂ ਸੀ, ਹੁਣ ਮੈਂ ਜਦੋਂ ਉਹਨਾਂ ਦੇ ਬਾਰੇ ਪੜ੍ਹਿਆ, ਉਹਨਾਂ ਦਾ ਜ਼ਿਕਰ ਪੜ੍ਹਿਆ, ਹੁਣ ਮੈਂ 2 and 2 4 ਜੋੜ ਕੇ ਫਿਰ ਤੁਹਾਡੇ ਨਾਲ ਮੁਲਾਕਾਤ ਕੀਤੀ, ਅਤੇ ਮੈਂ ਇੰਨੇ ਸਾਲਾਂ ਬਾਅਦ ਉਸ ਸਾਰੀ ਪਿਕਚਰ ਨੂੰ ਇਕੱਠਿਆ ਕਰ ਸਕਦਾ। ਹੁਣ ਮੈਨੂੰ ਲੱਗਾ ਕਿ ਮੈਂ ਉਹਨਾਂ ਦੀ 1998 ਦੇ ਵਿੱਚ ਸਰਦਾਰ ਕਿਰਪਾਲ ਸਿੰਘ ਦੀ ਉਹ ਫੋਟੋ ਦੇਖੀ, ਅਤੇ ਵੀਡ ਲਾਈਕ ਟੂ ਲਿਸਨ ਲੋਟ ਮੋਰ ਅਬਾਊਟ ਹਿਸ ਸ਼ਖਸੀਅਤ ਐਂਡ ਹਿਸ ਵਰਕਸ। ਹਾਂਜੀ ਸਬਲੋਕ ਜੀ, ਉਹ ਜਿਹੜੀ ਪੇਂਟਿੰਗ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਡਾਕਟਰ ਇੰਦਰਜੀਤ ਸਿੰਘ ਹੋਰਾਂ ਦੇ ਘਰ ਲੱਗੀ ਸੀ, ਉਹ ਪਿਤਾਈ ਦੀ ਬਣਾਈ ਹੋਈ ਪੇਂਟਿੰਗ ਸੀਗੀ। ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਅਕਾਲ ਤਖਤ ਉੱਤੇ, ਅਤੇ ਉੱਤੇ ਬਾਕੀ ਸਿੰਘ ਸ਼ਸਤਰ ਭੇਟਾ ਲਿਆ ਰਹੇ ਨੇ, ਸੰਗਤ ਜੁੜੀ ਬੈਠੀ ਹੈ, ਹਥਿਆਰ, ਘੋੜੇ, ਉਹ ਸਭ ਚੀਜ਼ਾਂ ਦਾ ਉਹ ਪੂਰਾ ਵੱਡਾ ਪੈਨੋਰਾਮਿਕ ਦ੍ਰਿਸ਼ ਹੈਗਾ। ਡਾਕਟਰ ਇੰਦਰਜੀਤ ਸਿੰਘ ਹੋਰੀ ਜਦੋਂ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸੀਗੇ ਤਾਂ ਉਦੋਂ ਵੀ ਉਹਨਾਂ ਨੇ ਕਈ ਕੰਮ ਇਸ ਤਰ੍ਹਾਂ ਦੇ ਕੀਤੇ ਜਿਸ ਦੇ ਨਾਲ ਜਿਹੜੇ ਸਿੱਖ ਗੁਰੂ ਸਾਹਿਬਾਨ ਔਰ ਸਿੱਖੀਜ਼ਮ ਦੀ ਜਿਹੜਾ ਫਿਲਾਸਫੀ ਆ ਉਹਦੇ ਪ੍ਰਚਾਰ ਵਾਸਤੇ ਉਹਨਾਂ ਨੇ ਉਦੋਂ ਕੈਲੰਡਰਸ ਦੀ ਛਾਪਣ ਦੀ ਰਵਾਇਤ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸ਼ੁਰੂ ਕੀਤੀ, ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ 'ਤੇ, ਜਿਸ ਤਰ੍ਹਾਂ ਲੰਗਰ ਦੀ ਪਰੰਪਰਾ, ਸੇਵਾ ਦੀ ਪਰੰਪਰਾ, ਹੋਰ ਇਹੋ ਜਿਹੀਆਂ ਚੀਜ਼ਾਂ, ਗੁਰੂ ਸਾਹਿਬ ਨੇ ਸਮਾਜ ਸੁਧਾਰ ਦੇ ਕੰਮ ਜਿਹੜੇ ਕੀਤੇ ਉਹਨਾਂ ਨੂੰ ਦਰਸਾਉਂਦੀਆਂ ਪੇਂਟਿੰਗ ਦੇ ਬਹੁਤ ਸੋਹਣਾ ਕੈਲੰਡਰ ਹੁੰਦੇ ਸਨ ਉਹਨਾਂ ਦੇ ਬਣਵਾਉਣੇ ਸ਼ੁਰੂ ਕੀਤੇ। ਅਤੇ ਉਹਦੇ ਵਿੱਚ ਮੇਰੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ, ਦਵਿੰਦਰ ਸਿੰਘ ਹੋਰੀ, ਅਤੇ ਬਾਅਦ ਵਿੱਚ ਮੇਰੇ ਤੋਂ ਵੀ ਉਹਨਾਂ ਨੇ ਇਹ ਸੇਵਾਵਾਂ ਲਈਆਂ। ਅਤੇ ਉਹ ਮਤਲਬ ਉਹਨਾਂ ਦਾ ਇਹ ਸੀ ਕਿ ਗੁਰੂ ਸਾਹਿਬ ਦਾ ਸੁਨੇਹਾ, ਉਹਨਾਂ ਦੇ ਇਤਿਹਾਸ ਚਿੱਤਰਾਂ ਰਾਹੀਂ ਲੋਕਾਂ ਤੱਕ ਪਹੁੰਚਾਏ। ਔਰ ਜਦੋਂ ਕੈਲੰਡਰ ਘਰ ਦੇ ਵਿੱਚ ਰਹਿੰਦਾ ਤਾਂ ਸਾਰਾ ਸਾਲ ਉਹ ਚੀਜ਼ਾਂ ਤੁਹਾਡੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਨੇ। ਬਿਲਕੁਲ ਠੀਕ। ਅਤੇ ਤੁਸੀਂ ਉਹਨਾਂ ਤੋਂ ਕੁਝ ਸਿੱਖਦੇ ਹੋ। ਤੋ ਬਹੁਤ ਹੀ ਉਹਨਾਂ ਦਾ ਮੈਂ ਸਮਝਦਾ ਯੋਗਦਾਨ ਆ। ਫਿਰ ਉਹਨਾਂ ਨੇ ਉਹਨਾਂ ਤਸਵੀਰਾਂ ਦੇ ਨਾਲ ਨਾਲ ਗੁਰੂ ਇਤਿਹਾਸ ਦੇ ਸਚਿੱਤਰ ਕਿਤਾਬਚੇ ਵੀ ਕਾਫੀ ਛਾਪੇ, ਜੋ ਕਾਫੀ ਉਦੋਂ ਪਾਪੂਲਰ ਹੋਏ, ਅਤੇ ਬਹੁਤ ਹੀ ਵਧੀਆ ਸ਼ਖਸੀਅਤ ਸੀ। ਬੈਂਕਿੰਗ ਦੇ ਖੇਤਰ ਦੇ ਵਿੱਚ ਤਾਂ ਉਹਨਾਂ ਦਾ ਯੋਗਦਾਨ ਹੈ ਹੀ ਹੈ, ਜੋ ਆਪਾਂ ਜਾਣਦੇ ਹਾਂ ਸਾਰਾ, ਪਰ ਉਹਨਾਂ ਨੇ ਜਿਹੜਾ ਸੱਭਿਆਚਾਰਕ ਯੋਗਦਾਨ ਜਿਹੜਾ ਪਾਇਆ ਉਹ ਵੀ ਬਹੁਤ ਸ਼ਲਾਘਾਯੋਗ। ਪਿਤਾ ਜੀ ਦੀਆਂ ਮਤਲਬ ਜਿਹੜੀਆਂ ਖਾਸ ਕੁਝ ਪੇਂਟਿੰਗਸ ਦੇ ਵਿੱਚੋਂ, ਜਿਵੇਂ ਹੁਣ ਚਮਕੌਰ ਦੀ ਗੜੀ ਦੀ ਬੜੀ ਕਲਾਸਿਕ, ਇੱਕ ਉਹ ਬੜਾ ਹੀ ਵੱਡਾ, ਮਤਲਬ ਇੱਕ ਛੋਟੀ ਜਿਹੀ, ਮਤਲਬ ਇੱਕ ਛੋਟੇ ਜਿਹੇ ਇੱਕ ਆਕਾਰ ਦੇ ਵਿੱਚ ਬੜਾ ਹੀ ਵੱਡੀ ਹਿਸਟਰੀ, ਉਹ ਪੂਰਾ ਇਤਿਹਾਸ ਸੀ ਉਸ। ਹਾਂਜੀ, ਉਹਦੇ ਵਿੱਚ ਪਿਤਾ ਜੀ ਦਾ ਇਹ ਸੀ ਕਿ ਗੁਰੂ ਸਾਹਿਬਾਨ ਦੀ ਜਿਹੜੀ ਸੋਚ ਹੈ, ਉਸਾਰੂ, ਬਰਾਬਰੀ, ਭਾਈਚਾਰਾ ਔਰ ਜ਼ੁਲਮ ਔਰ ਜੱਦੋ-ਜਹਿਦ ਦੇ ਖਿਲਾਫ ਜੱਦੋ-ਜਹਿਦ, ਉਹਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਸੋਚ ਦੇ ਸਦਕਾ ਸਾਰੀ ਸਿੱਖ ਕੌਮ ਦੇ ਵਿੱਚ ਉਹ ਜਿਹੜੀ ਭਾਵਨਾ ਆਈ, ਉਹਨੂੰ ਦਰਸਾਉਂਦੀਆਂ ਚੀਜ਼ਾਂ ਉਹਨਾਂ ਨੇ ਮਤਲਬ ਬਹੁਤ ਚਿੱਤਰੀਆਂ। ਜਿਸ ਤਰ੍ਹਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ,
ਭਾਈ ਮਨੀ ਸਿੰਘ ਦੇ ਬੰਦ ਖਿੱਟੇ, ਮਤਲਬ ਸਿੱਖੀ ਸਿਦਕ ਔਰ ਸਿੱਖ ਸਿਧਾਂਤ ਦੀ ਗੱਲ ਜਿਹੜੀ ਜਿਨ੍ਹਾਂ ਚੀਜ਼ਾਂ ਦੇ ਵਿੱਚ ਪ੍ਰਗਟ, ਹੁਣ ਭਾਈ ਕਨ੍ਹਈਆ ਦੀ ਹਾਂ ਉਹ ਬੜੀ ਵਧੀਆ ਯੂਨੀਵਰਸਲ ਹੈਗੀ ਹੈ ਕਿ ਰੈੱਡ ਕਰਾਸ ਬਰਾਬਰੀ ਦਾ ਮਤਲਬ ਕਿ ਪਾਣੀ ਪਿਲਾਣਾ ਉਹਨਾਂ ਦੋਨੋਂ ਪਾਸੇ ਦੇ, ਉਹਨਾਂ ਨੇ ਦੋਨੋਂ ਹੀ ਪੇਂਟਿੰਗਸ ਵੀ ਬਣਾਈਆਂ। ਜਦੋਂ ਭਾਈ ਕਨ੍ਹਈਆ ਜੀ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਨੇ ਉਹ ਵੀ ਬਣਾਈ, ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੀ ਇਹ ਸੇਵਾ ਬਾਰੇ ਕੁਛ ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਬਈ ਇਹ ਤਾਂ ਦੇਖੋ ਦੂਜੇ ਸਿਪਾਹੀਆਂ ਨੂੰ ਵੀ ਪਾਣੀ, ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ, ਅਤੇ ਗੁਰੂ ਸਾਹਿਬ ਨੇ ਬੁਲਾਇਆ ਅਤੇ ਭਾਈ ਕਨ੍ਹਈਆ ਜੀ ਨੇ ਕਿਹਾ ਕਿ ਮੈਨੂੰ ਤਾਂ ਜੀ ਤੁਹਾਡਾ ਹੀ ਸਰੂਪ ਦਿਸਦਾ ਹੈ ਹਰ ਪਾਸੇ। ਅਤੇ ਗੁਰੂ ਸਾਹਿਬ ਬਹੁਤ ਖੁਸ਼ ਹੋਏ, ਉਹ ਕਹਿੰਦੇ ਵੀ ਤੁਸੀਂ ਸਾਡੇ ਜਿਹੜਾ ਮਿਸ਼ਨ ਆ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਅਤੇ ਅੱਗੇ ਤੋਂ ਜ਼ਖਮੀਆਂ ਦੀ ਮਰਹਮ ਪੱਟੀ ਵੀ ਕਰਿਆ ਕਰੋ। ਤੇ ਉਹ ਮਰਹਮ ਪੱਟੀ ਕਰਦਿਆਂ ਦੀ ਵੀ ਪੇਂਟਿੰਗ ਔਰ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਉਹ ਰੈੱਡ ਕਰਾਸ ਦੀ ਫਾਊਂਡੇਸ਼ਨ ਸੀ। ਰੈੱਡ ਕਰਾਸ ਤਾਂ ਬਹੁਤ ਪਿੱਛੋਂ ਆਈ ਹੈ, ਪਰ ਇਹ ਉਸ ਦਿਨ ਇਹ ਪ੍ਰਿੰਸੀਪਲ ਰੈੱਡ ਕਰਾਸ ਦਾ ਪ੍ਰਿੰਸੀਪਲ ਸੀ ਕਿ ਹਰ ਇੱਕ ਦੀ ਸੇਵਾ ਕਰਨੀ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਪਿਤਾ ਜੀ ਨੇ ਜ਼ਿਆਦਾ ਹਿਸਟੋਰੀਕਲ ਪੱਖ ਜਿਹੜਾ ਹੈਗਾ। ਪਰ ਜਿਹੜੀ ਚੀਜ਼ ਮੈਨੂੰ ਲੱਗੀ ਹੈ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ, ਹੁਣ ਤੁਸੀਂ ਚਮਕੌਰ ਦੀ ਗੜੀ ਦੀ ਗੱਲ ਲੈ ਲਓ ਵੀ ਉਹਨਾਂ ਨੇ ਇਤਿਹਾਸ ਦੇ ਵਿੱਚ, ਤੇ ਮੇਰਾ ਖਿਆਲ ਅਸੀਂ ਸੈਂਕੜੇ ਪੰਨਿਆਂ ਦੇ ਵਿੱਚ ਉਹ ਸਟੋਰੀ ਲਿਖ ਸਕਦੇ ਹਾਂ, ਪਰ ਉਹਨਾਂ ਨੇ ਇੱਕ ਪਿਕਚਰ ਦੇ ਵਿੱਚ, ਹੁਣ ਤੁਸੀਂ ਇਹ ਦੇਖ ਲਓ ਕਿ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਅਵਸਥਾ ਦੇਖ ਲਓ, ਇੱਕ ਤੇ ਉਹਨਾਂ ਦੇ ਚਿਹਰੇ ਤੇ ਆਉਂਦਾ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਮਤਲਬ ਉਹ ਪਿਕਚਰ ਦੇ ਵਿੱਚ ਇਹ ਤੁਕ ਦਾ ਸਾਫ਼ ਨਜ਼ਰ ਆਉਂਦਾ ਹੈ। ਉਹਨਾਂ ਦੀ ਆਈਜ਼ ਦੇ ਵਿੱਚ ਉਹ ਥੋੜ੍ਹਾ ਜਿਹਾ ਦੁੱਖ ਵੀ ਹੈ ਕਿ ਉਹਨਾਂ ਦੇ ਦੋਨੋਂ ਸਾਹਿਬਜ਼ਾਦੇ ਉਸੇ ਲੜਾਈ ਦੇ ਵਿੱਚ, ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ, ਔਰ ਨਾਲ ਇਹ ਵੀ ਹੈ ਕਿ ਵੀ ਮੈਂ ਨਿਸ਼ਚੈ ਕਰ ਆਪਣੀ, ਗੁੱਸਾ ਵੀ ਹੈ, ਪ੍ਰਾਈਡ ਵੀ ਹੈਗਾ, ਫਖਰ ਵੀ ਹੈਗਾ ਕਿ ਵੀ ਮੈਂ ਕਿਸੇ ਚੰਗੇ ਕੰਮ ਵਾਸਤੇ ਆਪਣੀ ਜ਼ਿੰਦਗੀ ਮਤਲਬ ਵਾਰ ਰਿਹਾ। ਹਾਂਜੀ, ਉਹ ਤੋਂ ਵੱਡੀ ਗੱਲ ਹੈ, ਉਹ ਤੁਸੀਂ ਇਤਿਹਾਸ ਜਾਣਦੇ ਹੀ ਹੋ, ਜਦੋਂ ਫਿਰ ਦੁਬਾਰਾ ਆਪਣਾ ਦਮਦਮਾ ਸਾਹਿਬ ਮੁਕਤਸਰ ਦੀ ਜੰਗ ਤੋਂ ਬਾਅਦ ਇਕੱਠੇ ਹੋਏ ਅਤੇ ਫਿਰ ਉਹਦੇ ਮਾਤਾ ਜੀ ਵੀ ਸੀਗੇ, ਅਤੇ ਉਹਨਾਂ ਨੇ ਪੁੱਛਿਆ ਵੀ ਕਿੱਥੇ ਨੇ ਮੇਰੇ ਲਾਲ, ਕਿੱਥੇ ਨੇ, ਅਤੇ ਅੱਗੇ ਸਿੱਖ ਸੰਗਤ ਜਿਹੜੀ ਜੁੜੀ ਸੀ ਗੁਰੂ ਸਾਹਿਬ ਨੇ ਉਹਨਾਂ ਵੱਲ ਇਸ਼ਾਰਾ ਕਿਹਾ ਕਰ ਬਈ ਇਹਨਾਂ ਦੇ ਸਿਰ ਤੋਂ ਮੈਂ 4 ਸੀਸ ਵਾਰ ਗਏ ਤਾਂ ਕੀ ਗੱਲ ਹੈ ਵੀ ਇਹ ਅੱਗੇ ਖਾਲਸਾ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ। ਔਰ ਉਹ ਅੱਜ ਦੀ ਸਥਿਤੀ 'ਚ ਆਪਾਂ ਦੇਖੀਏ ਹਿੰਦੁਸਤਾਨ ਤੋਂ ਬਾਹਰ ਕਿੱਥੇ ਕਿੱਥੇ ਖਾਲਸੇ ਦੀ ਸੋਚ ਫੈਲੀ ਹੋਈ ਆ। ਔਰ ਆਪਾਂ ਸਰੀ 'ਚ ਬੈਠੇ, ਸਰੀ ਤਾਂ ਲਾਰਜੈਸਟ ਖਾਲਸਾ ਡੇ ਪਰੇਡ ਇਨ ਦਾ ਵਰਲਡ ਹੁੰਦੀ ਹੈਗੀ ਆ, 5 ਬਿਲੀਅਨ ਬੰਦਾ ਉਧਰ ਸੜਕ ਤੇ ਸਰੀ ਭਾਗਾਂ ਭਰੀ ਵੀ ਤਾਂ ਹੀ ਹੈ ਕਿ ਪੰਜਾਬੀਅਤ ਉੱਥੇ ਵਸਦੀ ਹੈ, ਗੁਰੂ ਸਾਹਿਬ ਦੀ ਮਤਲਬ ਉੱਥੇ ਹੈਗੀ ਹੈ, ਮਿਹਰ ਹੈਗੀ ਹੈ, ਆਸ਼ੀਰਵਾਦ ਹੈਗਾ ਉੱਥੇ। ਅਤੇ ਪਰ ਦੂਜਾ ਦੇਖਿਆ ਨਾ ਤੁਸੀਂ, ਹੁਣ ਦੁਨੀਆ 'ਚ 3-4 ਬੜੇ ਵੱਡੇ ਆਰਟਿਸਟ ਨੇ, ਮਾਈਕਲ ਐਂਜਲੋ ਲੈ ਲਓ, ਵਿੰਸੀ ਲੈ ਲਓ। ਹੁਣ ਤੁਸੀਂ ਜਦੋਂ ਤੁਸੀਂ ਮਿਊਜ਼ੀਅਮ ਹੀ ਪੈਰਿਸ ਦੇ ਵਿੱਚ ਮਿਊਜ਼ੀਅਮ ਜਾਂਦੇ ਹੋ, ਮੋਨਾਲੀਜ਼ਾ ਵਗੈਰਾ ਦੇਖਦੇ ਹੋ, ਜਾਂ ਤੁਸੀਂ ਵੈਟੀਕਨ ਵਿੱਚ ਜਾਂਦੇ ਹੋ ਜਦੋਂ ਇਟਲੀ ਦੇ ਵਿੱਚ, ਅਤੇ ਉੱਥੇ ਤੁਸੀਂ ਜੋ ਮਾਈਕਲ ਐਂਜਲੋ ਦੀਆਂ ਦੇਖਦੇ ਹੋ ਕਈ ਫੋਟੋਆਂ ਨੂੰ ਤੁਸੀਂ ਅਗਰ ਘੰਟਿਆਂ ਬੱਧੀ ਵੀ ਦੇਖਦੇ ਰਹੋ ਅਤੇ ਤੁਸੀਂ ਜਿੰਨੀ ਵਾਰੀ ਵੀ ਵੇਖੋ ਤੁਹਾਨੂੰ ਉਹਦੇ ਵਿੱਚੋਂ ਕੋਈ ਨਾ ਕੋਈ ਨਵਾਂ ਲੱਭਦਾ। ਪਰ ਦੈਟ ਸ਼ੋਜ਼ ਕਿ ਵੀ ਇੱਕ ਆਰਡੀਨਰੀ, ਅਗਰ ਮੈਂ ਦੇਖ ਰਿਹਾ, ਕੋਈ ਇੱਕ ਆਰਡੀਨਰੀ ਬੰਦਾ ਦੇਖ ਰਿਹਾ ਅਤੇ ਮੈਨੂੰ ਤਾਂ 10 ਸਾਲ ਲੱਗ ਜਾਣਗੇ ਉਸ ਨੂੰ ਵੇਖਦਿਆਂ, ਪਰ ਜਿਸ ਬੰਦੇ ਨੇ ਬਣਾਈ ਹੈ ਉਹਨੇ ਹੋ ਸਕਦਾ 2 ਸਾਲ 'ਚ ਜਾਂ 1 ਸਾਲ ਜਾਂ 4 ਸਾਲ 'ਚ ਬਣਾਈ ਹੋਵੇ, ਪਰ ਕਿੰਨਾ ਵਿਜ਼ਨ ਹੋਵੇਗਾ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਬਰਸ਼ ਚੱਕਣ ਤੋਂ ਪਹਿਲੇ ਕਿੰਨੀ ਸਾਰੀ ਸਟੋਰੀ, ਮਤਲਬ ਉਹਨਾਂ ਨੇ ਇੱਕ ਇਤਿਹਾਸਕ ਇੱਕ ਪਾਤਰ ਨੂੰ ਜੀਵਤ ਕਰ ਦਿੱਤਾ। ਹਾਂਜੀ ਬਿਲਕੁਲ ਸਮਲੋਕ ਜੀ, ਇਸ ਤਰ੍ਹਾਂ ਕਿ ਅੱਜ ਕੱਲ੍ਹ ਤਾਂ ਹੁਣ ਸਾਇੰਟੀਫਿਕਲੀ ਉਹ ਮਤਲਬ ਰਿਸਰਚ ਵੀ ਉਹ ਵੀ ਆ ਚੁੱਕੀਆਂ ਨੇ ਵੀ ਬੰਦਾ ਜਿੰਨਾ ਨੌਲੇਜ ਆਪਣੀ ਲਾਈਫ 'ਚ ਗੇਨ ਕਰਦਾ ਉਹ 80% ਵਿਜ਼ੂਅਲੀ ਗੇਨ ਕਰਦਾ, ਦੇਖ ਕੇ ਗੇਨ ਕਰਦਾ ਹੈਗਾ। ਸੋ ਜਿਹੜਾ ਹੁਣ ਜਿਸ ਤਰ੍ਹਾਂ ਗੁਰਇਤਿਹਾਸ ਹੈ, ਜਿਸ ਤਰ੍ਹਾਂ ਮਾਈਕਲ ਐਂਜਲੋ ਦਾ ਕੰਮ ਹੁਣ ਪਿਛਲੇ ਦਿਨੀਂ ਇੱਥੇ ਵੈਨਕੂਵਰ ਦੇ ਵਿੱਚ ਵੀ ਮਾਈਕਲ ਐਂਜਲੋ ਦੇ ਵੈਟੀਕਨ ਜਿਹੜਾ ਕੰਮ ਕੀਤਾ ਉਹਦੀ ਐਗਜ਼ੀਬਿਸ਼ਨ ਲੱਗੀ ਸੀ, ਔਰ ਮੈਂ ਉਹ ਦੇਖੀ। ਔਰ ਉਹਦੇ ਬਾਰੇ, ਮਾਈਕਲ ਐਂਜਲੋ ਦੇ ਬਾਰੇ ਜਿਹੜਾ ਫਿਲੋਸਫਰ ਗੇਟੇ ਜਰਮਨ, ਉਹਦਾ ਇਹ ਕਹਿਣਾ ਸੀ, ਕਹਿੰਦਾ ਵੀ ਜਦੋਂ ਤੱਕ ਲੋਕੀ ਸਿਸਟੀਨ ਚੈਪਲ ਦੀ ਸੀਲਿੰਗ ਨਹੀਂ ਨਾ ਦੇਖ ਲੈਂਦੇ
ਔਰ ਸੀਲਿੰਗ ਤੇ ਬਣਾਉਣਾ ਮੈਂ ਗਿਆ ਹਾਂ। ਆਪ ਹਾਂਜੀ। ਤੁਸੀਂ ਜਾਣਾ ਕਿਤੇ ਮੌਕਾ ਮਿਲੇ ਤੇ ਮੈਂ ਗਿਆ ਹਾਂ ਉੱਥੇ, ਮੈਂ ਕਾਫੀ ਟਾਈਮ ਲਗਾਇਆ ਹੈ। ਜੋ ਤੁਸੀਂ ਉਹ ਸੀਲਿੰਗ ਵੱਲ ਵੇਖ ਕੇ ਤੁਹਾਨੂੰ ਵੇਖਦਿਆਂ ਥੱਕ ਜਾਂਦੇ ਹੋ ਤੁਸੀਂ ਉੱਪਰ, ਪਰ ਉਸ ਹਾਂਜੀ। ਬੰਦੇ ਨੇ ਉਹਦੇ ਤੇ ਬੈਠ ਕੇ ਜਾਂ ਸਪੋਰਟ ਲੈ ਕੇ ਤੇ ਲੇਟ ਕੇ ਬਣਾਈਆਂ ਨੇ ਉਹ। ਹਾਂਜੀ। ਮਤਲਬ ਉਹ ਕਹਿੰਦੇ ਵੀ ਜਦ ਤੱਕ ਤੁਸੀਂ ਇਹ ਦੇਖ ਨਹੀਂ ਨਾ ਲੈਂਦੇ, ਤੁਹਾਨੂੰ ਮਨੁੱਖ ਦੀ ਕ੍ਰੀਏਟਿਵ ਕੈਪੇਬਿਲਿਟੀ ਬਾਰੇ ਅੰਦਾਜ਼ਾ ਹੀ ਨਹੀਂ ਹੋ ਸਕਦਾ। ਬਿਲਕੁਲ ਨਹੀਂ, ਬਿਲਕੁਲ ਠੀਕ ਤੁਸੀਂ ਕਹਿੰਦੇ ਹੋ। ਔਰ ਮੈਂ ਕਦੀ ਕਦੀ ਇਹ ਸੋਚਦਾ ਕਿ ਕੋਈ ਅੰਤ ਹੀ ਨਹੀਂ ਹੈਗਾ ਹਾਂਜੀ, ਪਰਫੈਕਸ਼ਨ ਦਾ ਨਾ। ਬਿਲਕੁਲ ਔਰ ਜਾਂ ਤੁਸੀਂ ਕਹੋ ਵੀ ਇੱਕ ਜਿਹੜੀ ਐਕਸਟ੍ਰੀਮਨੈਸ ਦਾ ਕੋਈ ਅੰਤ ਹੀ ਨਹੀਂ ਹੈ। ਬਿਲਕੁਲ ਬਿਲਕੁਲ ਜਿਹੜਾ ਵੀ ਤੁਸੀਂ ਕਹਿੰਦੇ ਹੋ ਕਿ ਹੁਣ ਇਹ ਓਲੰਪਿਕ ਜਿੱਤਿਆ, ਇਹ ਪਲੇ ਹੋ ਗਿਆ, ਇਹ ਮਿਊਜ਼ਿਕ ਹੋ ਗਿਆ, ਹਾਂਜੀ। ਇਹ ਮਾਈਕਲ ਐਂਜਲੋ ਹੋ ਗਿਆ, ਇਹ ਅੰਤ ਹੈ ਨਹੀਂ। ਬਿਲਕੁਲ ਕੋਈ ਹੋਰ ਮਾਈਕਲ ਐਂਜਲੋ ਆ ਜਾਏਗਾ, ਕੋਈ ਹੋਰ। ਬਿਲਕੁਲ। ਹੁਣ ਜਿਸ ਤਰ੍ਹਾਂ ਕਿਰਪਾਲ ਸਿੰਘ ਗਏ ਨੇ ਤੇ ਜਰਨੈਲ ਸਿੰਘ ਆ ਗਏ ਨੇ, ਜਰਨੈਲ ਸਿੰਘ ਤੋਂ ਬਾਅਦ ਉਹਨਾਂ ਦਾ ਕੋਈ ਹੋਰ ਬੇਟਾ ਆ ਜਾਏਗਾ, ਕੋਈ ਹੋਰ। ਮੇਰਾ ਮਤਲਬ ਦੇयर इज़ नो एंड, देयर इज़ नो ਹਾਂਜੀ। ਨਹੀਂ, एंड। ਇਹ ਤਾਂ ਤੁਸੀਂ ਬਹੁਤ ਚਲੋ ਮੇਰੇ ਦੋਸਤ ਹੋ ਤੇ ਮੇਰੀ ਵਡਿਆਈ ਕਰ ਰਹੇ ਹੋ। ਜਿੰਨੀ ਉਹਨਾਂ ਦੀ ਓਰੀਜਨਲ ਟੈਲੈਂਟ ਕ੍ਰੀਏਟਿਵਿਟੀ ਸੀਗੀ, ਮੈਂ ਸਮਝਦਾ ਵੀ ਮੈਂ ਤਾਂ ਉਹਦੇ 5% ਵੀ ਨਹੀਂ ਹੈਗਾ। ਯੂ ਆਰ ਹੈਡਿੰਗ ਟੂਵਰਡਸ दैट, ਕਿਉਂਕਿ ਰੂਹ ਤਾਂ ਉਹੀ ਹੈ ਨਾ, ਇੰਸਪੀਰੇਸ਼ਨ ਵੀ ਉਹੀ ਹੈ ਔਰ ਜੈਨੇਟਿਕਲੀ ਬਲੱਡ ਵੀ ਉਹੀ ਹੈ ਔਰ ਉਹਨਾਂ ਦੀ ਆਸ਼ੀਰਵਾਦ ਹੀ ਤੁਹਾਡੇ ਨਾਲ ਹੈਗਾ। ਕਿਉਂਕਿ ਜਿਹੜਾ ਕੰਮ ਉਹ ਨਹੀਂ ਕਰ ਸਕੇ, ਸਡਨਲੀ ਐਕਸੀਡੈਂਟ ਹੋ ਗਿਆ, ਉਹਨਾਂ ਦੀ ਹਾਂਜੀ। ਅਚਾਨਕ ਡੈਥ ਹੋ ਗਈ, ਪਰ ਜਿਹੜਾ ਕੰਮ ਉਹਨਾਂ ਕੋਲੋਂ ਨਹੀਂ ਹੋਇਆ ਤੇ ਕੁਦਰਤ ਨੇ ਉਹਨਾਂ ਨੂੰ ਤੁਸੀਂ ਦਿੱਤੇ ਹੋਏ ਸੀ ਤੇ ਉਹਨਾਂ ਨੇ ਤੁਹਾਡੇ ਜਿੰਮੇ ਲਾ ਦਿੱਤਾ। ਹਾਂਜੀ। ਉਹ ਮੈਂ ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਵੀ ਉਹ ਜਿਹੜਾ ਹਰ ਆਰਟ ਦੀ ਪ੍ਰੋਜਨੀ ਉਹਦੀ ਅੱਗੇ ਇੱਕ ਐਕਸਟੈਂਸ਼ਨ ਹੀ ਹੁੰਦੀ ਹੈ। ਐਕਸਟੈਂਸ਼ਨ ਹੁੰਦੀ, ਬਿਲਕੁਲ। ਤੇ ਹਾਂਜੀ, ਬਿਲਕੁਲ ਇਹ ਬਿਲਕੁਲ ਮਤਲਬ ਮੈਂ ਸਰ ਕਿਰਪਾਲ ਸਿੰਘ ਹੋਰਾਂ ਨੇ ਦੋ ਚੀਜ਼ਾਂ 'ਚ ਤੇ ਬੜੀ ਉਹਨਾਂ ਦੀ ਮਹਾਰਤ ਸੀ। ਇੱਕ ਯੋਧੇ, ਹਾਂਜੀ, ਜਰਨੈਲ, ਲੜਾਈਆਂ, ਵੱਖਰੇ ਵੱਖਰੇ ਲੜਾਈਆਂ ਦੇ ਸੀਨ, ਬਿਲਕੁਲ ਚਾਹੇ ਗੁੱਡ ਔਰ ਬੈਡ ਜਾਂ ਜਿਸ ਤਰ੍ਹਾਂ ਵੀ ਹੈ। ਹਰੀ ਸਿੰਘ ਨਲੂਆ ਲੈ ਲਓ, ਕੁਦਰ ਵੀ ਲੈ ਲਓ, ਉਹਨੂੰ ਪਿਕਚਰਾਈਜ਼ ਕਰਨਾ। ਬਿਲਕੁਲ। ਬਲਕਿ ਇੱਥੋਂ ਤੱਕ ਵੀ ਉਹਨਾਂ ਨੇ ਕੀਤਾ ਹੈ ਕਿ ਜਦੋਂ 65 ਦੀ ਵਾਰ ਹੋਈ ਉਦੋਂ ਵੀ ਸ਼ਹਾਦਤਾਂ ਹੋਈਆਂ, ਹਾਂਜੀ। ਉਦੋਂ ਵੀ ਜੰਗ ਹੋਈਆਂ, ਉਦੋਂ ਵੀ ਕਮਾਲ ਕੀਤੇ ਲੋਕਾਂ ਨੇ। ਤੇ ਪ੍ਰੈਜ਼ੈਂਟ ਇੰਡੀਅਨ ਆਰਮੀ ਦੇ ਵੀ ਉਹਨਾਂ ਨੇ ਕਈਆਂ ਦੇ ਮਤਲਬ ਉਹਨਾਂ ਦੇ ਕਈਆਂ ਨੇ ਚਿੱਤਰਕਾਰੀ ਕੀਤੀ। ਹਾਂਜੀ, ਉਹਨਾਂ ਨੇ ਬਣਾਈਆਂ ਜਿਹੜੀਆਂ ਪਾਕਿਸਤਾਨ ਜੰਗਾਂ ਹੋਈਆਂ। ਇੱਕ ਬਰਕੀ ਦੀ ਬੈਟਲ ਬਹੁਤ ਮਸ਼ਹੂਰ ਹੋਈ ਸੀਗੀ ਤੇ ਉਹ ਜਗ੍ਹਾ ਜਾ ਕੇ ਦੇਖ ਕੇ ਆਏ। ਫਿਰ ਉੱਧਰ ਜੰਮੂ ਕਸ਼ਮੀਰ ਦੇ ਵਿੱਚ ਬੈਟਲ ਆਫ ਓਪੀ ਹਿੱਲ ਬੜੀ ਮਾਰਕੇ ਦੀ ਇੱਕ ਜੰਗ ਹੋਈ ਸੀ, ਉਹ ਵੀ ਉਹਨਾਂ ਨੇ ਪੇਂਟ ਕੀਤੀ। ਤੇ ਇਸੇ ਕਰਕੇ ਨਾ ਬਹੁਤ ਸਾਰੇ ਆਰਮੀ ਜਨਰਲ ਔਰ ਆਰਮੀ ਪਰਸਨਲ, ਜਨਰਲ ਸੁਬੇਗ ਸਿੰਘ ਵਗੈਰਾ ਔਰ ਉਹ ਸਾਰੇ ਉਹਨਾਂ ਦੇ ਨਾਲ ਕਾਫੀ ਇਨਵੋਲਵ, ਇਸੇ ਕਰਕੇ ਕੋਈ ਸਪੈਸ਼ਲਾਈਜ਼ਸ ਕਿ ਇਨ ਆਰਮਾਮੈਂਟ, ਆਰਮੀ, ਵਾਰ, ਘੋੜੇ, ਹਾਥੀ, ਹਥਿਆਰ, ਉਹ ਸਾਰੇ ਉਸ ਚੀਜ਼ ਨਾ ਉਹਨਾਂ ਦੀ ਸਪੈਸ਼ਲਿਟੀ ਸੀ। ਉਹ ਤਾਂ ਉਹਨਾਂ ਦੀਆਂ ਪੇਂਟਿੰਗ ਦੇਖ ਕੇ ਤੁਸੀਂ ਉਸ ਮੌਕੇ ਦੇ ਵਿੱਚ ਉਸ ਟਾਈਮ ਦੀਆਂ ਐਥੋਸ ਉਹਦੇ ਨੇੜੇ ਪਹੁੰਚ ਜਾਂਦੇ ਹੋ। ਉਹ ਜਿਹੜੇ ਕਰੈਕਟਰ ਸੀ ਜਾਂ ਮਾਹੌਲ ਉਦੋਂ ਉਸ ਤਰ੍ਹਾਂ ਦਾ ਹੁੰਦਾ ਸੀਗਾ। ਔਰ ਮਤਲਬ ਮੈਂ ਇਟਸ ਅਮੇਜ਼ਿੰਗ ਕਿ ਮੈਂ ਬਈ ਇੰਨੀ ਇਮੈਜੀਨੇਸ਼ਨ ਉਹਨਾਂ ਦੀ। ਇੱਕ ਸੇਂਟ ਪੇਂਟਰ ਸੀ ਜਿਹਦੇ 'ਚ ਵਾਰੀਅਰ ਕੁਆਲਿਟੀਜ਼ ਵੀ ਹੈਗੀਆਂ ਸੀ। ਜਿਵੇਂ ਸਾਡੇ ਗੁਰੂ ਸਾਹਿਬ ਵਿੱਚ ਵੀ ਤਾਂ ਇਹੀ ਹੈ ਨਾ ਕਿ ਭਗਤੀ ਵੱਲ ਵੀ ਬਹੁਤ ਜ਼ਿਆਦਾ ਸਨ, ਪਰ ਜਦੋਂ ਲੋੜ ਪਈ ਹੈ ਤਲਵਾਰ ਉਠਾਉਣ ਦੀ ਤੇ ਹੁਣ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਓ, ਜੇ ਤੁਸੀਂ ਉਹਨਾਂ ਦਾ ਨੌਲੇਜ ਦੇਖੋ, ਉਹਨਾਂ ਦੀ ਲੈਂਗੁਏਜ ਦੀ ਕਮਾਂਡ ਦੇਖੋ, ਸੰਸਕ੍ਰਿਤ, ਪਰਸ਼ੀਅਨ, ਅਰਬੀ, ਇਹ ਵਗੈਰਾ ਇੰਨੀ ਔਰ ਇੰਨਾ ਕੁਝ ਕਰਕੇ। ਪਰ ਜੇ ਜੰਗ ਦੀ ਕਮਾਲ ਵੇਖੋ ਤੇ ਉਹ ਵੀ ਕਮਾਲ ਸੀ, ਮਤਲਬ ਸੋ ਲਾਈਕ ਦੈਟ। ਅਤੇ ਸਰ ਕਿਰਪਾਲ ਸਿੰਘ ਹੋਰਾਂ ਨੇ ਇਹਦੇ ਨਾਲ ਨਾਲ ਸ਼ਹਾਦਤਾਂ ਦੇ ਉੱਤੇ ਵੀ ਬੜਾ ਕੁਛ ਮਤਲਬ ਉਹ ਵੀ ਉਹ ਪਾਸਾ ਉਹਨਾਂ ਦਾ ਨਾ ਬੜਾ ਹੀ ਸੌਖਾ ਹੈ ਕਿ ਸ਼ਹੀਦੀਆਂ ਜਿਵੇਂ ਭਾਈ ਬੰਨੀ ਸਿੰਘ ਦੀ। ਐਕਚੁਅਲੀ ਜਦੋਂ ਉਹ 1956 ਦੇ ਵਿੱਚ ਉਹਨਾਂ ਨੂੰ SGPC ਉੱਥੇ ਅੰਮ੍ਰਿਤਸਰ ਉਹਨਾਂ ਨੂੰ ਲੈ ਕੇ ਗਏ ਅਤੇ ਫਿਰ ਉਹ ਸੈਂਟਰਲ ਸਿੱਖ ਮਿਊਜ਼ੀਅਮ ਦਾ ਕੰਮ ਸ਼ੁਰੂ ਹੋਇਆ, ਕੇਂਦਰੀ ਸਿੱਖ ਕਰ। ਉਸ ਟਾਈਮ ਉਹਨਾਂ ਨੇ ਜਿਹੜੇ ਪਹਿਲੇ ਚਿੱਤਰ ਬਣਾਏ ਉਹਦੇ 'ਚ ਉਹੀ ਨੇ ਸ਼ਹੀਦੀਆਂ ਦੇ, ਜਿਹੜਾ ਆਪਾਂ ਰੋਜ਼ ਗੁਰਦੁਆਰਿਆਂ ਦੀ ਅਰਦਾਸ 'ਚ ਆਪਾਂ ਯਾਦ ਕਰਦੇ ਵੀ ਜਿੰਨਾ ਸਿੰਘਾਂ ਸਿੰਘਣੀਆਂ ਬੰਦ ਕਟਾਏ, ਚਰਖੜੀਆਂ ਦੇ ਚੜ੍ਹੇ, ਖੋਪੜੀਆਂ ਲੋਹਾਈਆਂ, ਮਾਤਾਵਾਂ ਨੇ ਸਵਾ ਸਵਾ ਮਣ ਪੀਸੇ। ਉਹ ਸਾਰੀਆਂ ਚੀਜ਼ਾਂ ਮਤਲਬ ਇੱਕ ਥੀਮਿਕ ਉਹ ਯੂਨਿਟੀ ਰੱਖ ਕੇ ਪੇਂਟ ਕੀਤੇ ਸ਼ੁਰੂ ਦੇ ਵਿੱਚ। ਫਿਰ ਉਦੋਂ ਜਰਨੈਲ ਜੱਸਾ ਸਿੰਘ
ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਪਹਿਲਾ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਜਿਹਨੇ ਰਾਜ ਕਾਇਮ ਕੀਤਾ, ਗੁਰੂ ਸਾਹਿਬ ਦੇ ਨਾਂ ਦਾ ਸਿੱਕਾ ਚਲਾਇਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਮਤਲਬ ਕੌਨਸ਼ੀਅਸਲੀ ਇਹ ਸੋਚ ਕੇ ਪੇਂਟ ਕੀਤੀਆਂ ਬਈ ਮਤਲਬ ਮੈਂ ਸੋਚਾਂ ਜੇ ਅੱਜ ਆਪਾਂ ਇਤਿਹਾਸ ਦੇ ਉਹਨਾਂ ਸੂਰਬੀਰਾਂ ਨੂੰ ਜਾਣਦੇ ਤੇ ਉਹਨਾਂ ਦੀ ਚਿੱਤਰਾਂ ਰਾਹੀਂ, ਕਿਉਂਕਿ ਉਦੋਂ ਪਹਿਲਾਂ ਤਾਂ ਕੋਈ ਹੈ ਨਹੀਂ ਸੀ, ਬਿਲਕੁਲ ਵਾਕਫੀਅਤ ਉਹਨਾਂ ਨਾਲ ਉਹਨਾਂ ਨੇ ਸਾਨੂੰ ਇੰਟਰੋਡਿਊਸ ਕਰਾਤਾ, ਉਹਨਾਂ ਦੀਆਂ ਪੇਂਟਿੰਗ ਨੇ ਦਿੱਤੀ ਸਾਨੂੰ ਬਿਲਕੁਲ ਇੰਟਰੋਡਕਸ਼ਨ ਦੇ ਦਿੱਤੀ ਉਹਨਾਂ ਦੀ, ਔਰ ਇੱਕ ਸਦੀਵੀ ਯਾਦ ਦੇ ਦਿੱਤੀ ਹੈ। ਬਿਲਕੁਲ ਕਰੈਕਟ। ਹੁਣ ਅੱਜ ਦੀ ਡੇਟ 'ਚ ਕੋਈ ਜੇ ਉਹਨਾਂ ਦੇ ਬਾਬਾ ਦੀਪ ਸਿੰਘ ਹੋਰਾਂ ਨਾਲੋਂ ਵੱਖਰਾ ਬਾਬਾ ਦੀਪ ਸਿੰਘ ਬਣਾਊਗਾ ਤਾਂ ਲੋਕਾਂ ਨੇ ਇਹ ਕਹਿਣਾ ਵੀ ਇਹਦੀ ਸ਼ਕਲ ਨਹੀਂ ਰਲਦੀ ਉਹਨਾਂ ਨੇ ਨਾ ਇੱਕ ਲੈਂਡਮਾਰਕ ਕ੍ਰੀਏਟ ਕਰ ਦਿੱਤਾ, ਇਮੇਜ ਇੱਕ ਇਹੋ ਜਿਹੀ ਪਰਸਨੈਲਿਟੀ ਦਾ ਕ੍ਰੀਏਟ ਕਰ ਦਿੱਤਾ ਕਿ ਉਹ ਲੋਕਾਂ ਦੇ ਮਨਾਂ 'ਚ ਵਸ ਗਏ ਵੀ ਇਹੋ ਜਿਹੇ ਹੀ ਹੁੰਦੇ ਹੋਣਗੇ। ਉਹਨਾਂ ਨੇ ਨਾ ਉਹ ਯੋਧਿਆਂ ਦਾ ਨਾ ਜਾਂ ਜਰਨੈਲਾਂ ਦਾ ਜਾਂ ਉਹ ਸ਼ਹਾਦਤ ਦਾ ਮਤਲਬ ਇੱਕ ਹਾਈਟ 'ਤੇ ਲਿਜਾ ਕੇ ਨਾ ਬਿਲਕੁਲ ਇੱਕ ਪਰਮਾਨੈਂਟ ਇਮੇਜ ਕ੍ਰੀਏਟ ਕਰਦੇ ਨੇ ਕਿ ਜੇ ਸ਼ਹਾਦਤ ਹੈਗੀ ਤੇ ਇਸ ਤਰ੍ਹਾਂ ਦੀ ਹੈਗੀ ਹੈ, ਜੇ ਖੋਪੜੀ ਮਤਲਬ ਲਵਾਣੀ ਹੈ ਜਾਂ ਕੁਰਬਾਨੀ ਦੇਣੀ ਹੈ, ਜਾਂ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਦੇ ਉੱਤੇ ਜਾਂ ਗੁਰੂ ਤੇਗ ਬਹਾਦਰ, ਉਹਨਾਂ ਨੇ ਨਾ ਮਤਲਬ ਹਰ ਚੀਜ਼ ਦਾ ਨੇ ਇੱਕ ਲੈਂਡਮਾਰਕ ਬਣਾਤਾ ਹੈ ਕਿ ਦਿਸ ਇਜ਼ ਦੀ ਅਲਟੀਮੇਟ, ਇਸ ਤੋਂ ਬਿਯੋਂਡ ਨਹੀਂ ਹੋ ਸਕਦਾ। ਪਰ ਮੈਂ ਜ਼ਰੂਰ ਇਹ ਕਹਾਂਗਾ ਵੀ ਸਾਡੇ ਕੌਮ ਦੇ ਵਿੱਚ ਇਹ ਰਵਾਇਤ ਹੈ ਕਿ ਤਕਰੀਬਨ ਅਸੀਂ ਹਰ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਜੇ ਪ੍ਰਕਾਸ਼ ਨਹੀਂ ਕੀਤਾ ਹੁੰਦਾ ਤਾਂ ਥੋੜ੍ਹਾ ਜਿਹਾ ਇੱਕ ਪੂਜਾ ਸਥਾਨ ਜ਼ਰੂਰ ਬਣਾਇਆ ਹੁੰਦਾ ਜਿੱਥੇ ਅਸੀਂ ਅਰਦਾਸ ਕਰਦੇ ਹਾਂ, ਉੱਥੇ ਕੋਈ ਨਾ ਕੋਈ ਫੋਟੋ ਗੁਰੂ ਨਾਨਕ ਦੇਵ ਜੀ ਦੀ ਜਾਂ ਕਿਸੇ ਨਾ ਕਿਸੇ ਦੀ। ਮੇਰੀ ਇਹ ਦਿਲੀ ਖਾਸ਼ ਹੈ ਔਰ ਮੇਰੀ ਇਹ ਦਰਖਾਸਤ ਹੈ ਹਰ ਆਪਣੇ ਸਰੋਤੇ ਨੂੰ ਵੀ ਕਿ ਵੀ ਜਿੱਥੋਂ ਤੱਕ ਹੋ ਸਕੇ ਆਪਣੇ ਉਹਨਾਂ ਅਰਦਾਸ ਵਾਲੀ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਆਪਣੇ ਗੁਰੂ ਸਾਹਿਬਾਨ ਦਾ ਨਾਂ ਲੈਂਦੇ ਹੋ, ਉੱਥੇ ਇਹ ਆਪਣੇ ਉਹਨਾਂ ਦੇ ਕਾਰਨਾਮਿਆਂ ਦੀਆਂ ਚਿੱਤਰਕਾਰੀ ਦੀ ਵੀ ਨਾ ਇੱਕ ਜਾਂ ਦੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਕੋਈ ਵੀਰ ਰਾਸੇ 'ਚ ਹੈਗੇ ਨੇ, ਕੋਈ ਭਗਤੀ ਰਾਸੇ 'ਚ ਨੇ, ਕੋਈ ਸ਼ਹਾਦਤ ਦੇ ਵੀ ਨੇ, ਜੋ ਵੀ ਤੁਹਾਡਾ ਮਨ ਲੱਗਦਾ ਉੱਥੇ ਉਹਨਾਂ ਦੀ ਨਾ ਇੱਕ ਦੋ ਫੋਟੋਆਂ ਜ਼ਰੂਰ ਰੱਖੋ। ਅਤੇ ਘਰਾਂ ਦੇ ਤੁਹਾਡੇ ਟੇਬਲਾਂ ਦੇ ਉੱਤੇ ਜਨਰਲੀ ਕੀ ਹੁੰਦਾ ਕਿ ਐਲਬਮਸ ਪਈਆਂ ਹੁੰਦੀਆਂ ਨੇ, ਤੁਹਾਡੇ ਬੱਚਿਆਂ ਦੇ ਬਚਪਨ ਤੋਂ ਲੈ ਕੇ ਦੀਆਂ ਫੋਟੋਆਂ, ਤੁਹਾਡੇ ਮੈਰਿਜ ਦੀਆਂ ਫੋਟੋਆਂ, ਅਤੇ ਕੋਸ਼ਿਸ਼ ਕਰੋ ਕਿ ਹਰ ਘਰ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਮਤਲਬ ਜਿਹੜੀਆਂ ਹੈਗੀਆਂ ਨਾ ਕੀ ਕਹਿੰਦੇ ਨੇ ਅਮਰ ਜਿਹੜੀਆਂ ਇਹ ਹੈਗੀਆਂ ਨੇ ਕਾਰਨਾਮੇ ਅਮਤ ਜਿਹੜੀਆਂ ਬਿਲਕੁਲ ਅਮਰ ਹੋ ਗਈਆਂ ਨੇ ਜਿਹੜੀਆਂ ਇਹ ਲਿਖਤਾਂ ਜਾਂ ਜਿਹੜੀਆਂ ਕਿਤਾਬਾਂ ਜਾਂ ਚਿੱਤਰਕਾਰੀ ਉਹ ਜ਼ਰੂਰ ਤੁਹਾਡੇ ਟੇਬਲ ਦੇ ਉੱਤੇ, ਕਿਉਂਕਿ ਜੇ ਸਾਰੇ ਬੱਚੇ ਨਹੀਂ ਤੇ ਹੋ ਸਕਦੇ ਅੱਧੇ ਬੱਚੇ, ਕੋਈ ਬੱਚਾ ਕੋਈ ਗੈਸਟ ਹੀ ਫਲਿੱਪ ਕਰੇਗਾ, ਸ਼ਾਇਦ ਉਸ ਨੂੰ ਕੋਈ ਚੀਜ਼ ਚੰਗੀ ਕੀ ਕਿਹਾ ਜਾ ਸਕਦਾ, ਕਿੱਥੇ ਕਿਸ ਨੂੰ ਮਤਲਬ ਕੋਈ ਨਵੀਂ ਚੀਜ਼ ਬਣ ਜਾਏ, ਨਵੀਂ ਚੀਜ਼ ਲੱਗ ਜਾਏ। ਇਹ ਐਕਚੁਅਲੀ ਸਾਡਾ ਸਬਜੈਕਟ ਇੰਨਾ ਜ਼ਿਆਦਾ ਰੋਚਕ ਹੈਗਾ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਟਾਈਮ ਨਿਕਲ ਜਾਂਦਾ ਔਰ ਫਲਾਈ ਕਰ ਜਾਂਦਾ। ਮੈਂ ਵੈਰੀ ਸੌਰੀ, ਮੈਂ ਆਪਣੇ ਸਰੋਤਿਆਂ ਕੋਲੋਂ ਮਾਫੀ ਮੰਗਦਾ ਕਿਉਂਕਿ ਮੈਂ ਤੁਹਾਡੀਆਂ ਕਾਲਸ ਨਹੀਂ ਲੈ ਸਕਿਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਸਬਜੈਕਟ ਹੀ ਇੰਨੇ ਇੰਟਰਸਟਿੰਗ ਔਰ ਇੰਨੇ ਲੰਬੇ ਹੁੰਦੇ ਨੇ ਕਿ ਟਾਈਮ ਹੀ ਨਹੀਂ ਨਿਕਲਦਾ। ਅਸੀਂ ਕੋਸ਼ਿਸ਼ ਕਰਾਂਗੇ ਲਾਸਟ ਹਾਫ ਐਨ ਆਵਰ ਦੇ ਵਿੱਚ ਮੈਂ ਸਰਦਾਰ ਜਰਨੈਲ ਸਿੰਘ ਜੀ ਕੁਛ ਤੇ ਪਹਿਲੇ ਪਿਤਾ ਜੀ ਬਾਰੇ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਕੁਛ ਐਗਜ਼ੀਬਿਸ਼ਨਸ ਬਾਰੇ ਕੁਛ ਥੋੜ੍ਹਾ ਜਿਹਾ ਜ਼ਿਕਰ ਦੱਸੋ ਸਾਨੂੰ। ਹਾਂਜੀ, ਉਹਨਾਂ ਦੀ ਜਿਹੜੀ ਪਹਿਲੀ ਐਗਜ਼ੀਬਿਸ਼ਨ ਹੈਗੀ ਉਹ ਦਿਆਲ ਸਿੰਘ ਕਾਲਜ ਕਰਨਾਲ ਦੇ ਵਿੱਚ ਲੱਗੀ ਸੀਗੀ, ਔਰ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਐਗਜ਼ੀਬਿਸ਼ਨ ਸੀ ਉਹ ਜਲੰਧਰ ਲਾਇਲਪੁਰ ਖਾਲਸਾ ਕਾਲਜ ਵਿੱਚ ਲੱਗੀ ਸੀ, ਔਰ ਉਦੋਂ ਗੁਰਬਚਨ ਸਿੰਘ ਤਾਲਬ ਪ੍ਰਿੰਸੀਪਲ ਹੁੰਦੇ ਸੀਗੇ। ਔਰ ਉਸ ਐਗਜ਼ੀਬਿਸ਼ਨ ਤੋਂ ਹੀ ਉਹਨਾਂ ਦਾ ਜਿਹੜਾ ਸਮਝੋ ਇਹ ਮਿਸ਼ਨ ਸੀ ਗੁਰੂਆਂ ਦੇ ਮੈਸੇਜ ਨੂੰ ਪੇਂਟ ਕਰਨ ਦਾ, ਉਹ ਨੇ ਕੰਕਰੀਟ ਸ਼ੇਪ ਲਈ ਕਿ ਉਹਨਾਂ ਦਿਨਾਂ ਵਿੱਚ ਪ੍ਰੋਫੈਸਰ ਸਤਵੀਰ ਸਿੰਘ ਉਦੋਂ ਪ੍ਰੋਫੈਸਰ ਹੁੰਦੇ ਸੀ, ਉਹ ਉੱਥੇ ਪੜ੍ਹਾਉਂਦੇ ਸੀਗੇ ਖਾਲਸਾ ਕਾਲਜ ਦੇ ਵਿੱਚ, ਔਰ ਉਹਨਾਂ ਨੇ ਦੇਖਿਆ ਕਿ ਇਹ ਮਤਲਬ ਬਹੁਤ ਚੰਗਾ ਕੰਮ ਹੈਗਾ, ਵਧੀਆ ਕਲਾਕਾਰ ਹੈ ਅਤੇ ਕਿਉਂ ਨਾ ਇਹਦੀਆਂ ਸੇਵਾਵਾਂ ਲਈਆਂ ਜਾਣ। ਅਤੇ ਉਹ ਉਦੋਂ ਜਿਹੜੀ SGPC ਦੀ ਧਰਮ ਪ੍ਰਚਾਰ ਕਮੇਟੀ ਸੀ ਉਹਦੇ ਵਿੱਚ ਸੀਗੇ, ਅਤੇ ਉਹਨਾਂ ਦੇ ਫਿਰ ਉਹਨਾਂ SGPC ਨਾਲ ਗੱਲਬਾਤ ਕੀਤੀ ਕਿ ਦੇਖੋ ਆਰਟਿਸਟ ਹੈਗਾ ਔਰ ਆਪਾਂ ਇਹਨਾਂ ਤੋਂ ਕੰਮ ਕਰਵਾਈਏ। ਉਦੋਂ ਫਿਰ ਉਹ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ
ਉੱਥੇ ਉਹਨਾਂ ਨੇ ਪੇਂਟਿੰਗਸ ਬਣਾਈਆਂ ਔਰ ਜਿਹੜੀ ਸਮੁੱਚੀ ਪਹਿਲਾਂ ਅਰਦਾਸ ਚਿੱਤਰੀ ਸਿੱਖ ਜਰਨੈਲਾਂ ਦੇ ਚਿੱਤਰ ਉਹ ਬਣਾਏ। ਮਤਲਬ ਕਿ ਜਿਹੜਾ ਅਰਦਾਸ ਦੇ ਵਿੱਚ ਆਪਾਂ ਜਿਹੜਾ ਸਾਰਾ ਸਿੱਖ ਇਤਿਹਾਸ ਯਾਦ ਕਰਦੇ ਹਾਂ ਰੋਜ਼ਾਨਾ ਗੁਰਦੁਆਰਿਆਂ ਦੇ ਪ੍ਰੋਫੈਸਰ ਸਤਬੀਰ ਸਿੰਘ ਦੀ ਬੜੀ ਵੱਡੀ ਦੇਣ ਹੈਗੀ ਇਸ ਸਿੱਖ ਨੂੰ। ਤੇ ਉਹਨਾਂ ਨੇ ਮਤਲਬ ਉਹਨਾਂ ਦੇ ਵਿਚਲੀ ਉਹ ਜਿਹੜੀ ਸੀ ਚਿਣਗ ਸੀਗੀ ਉਹਨੂੰ ਪਛਾਣ ਲਿਆ। ਅਤੇ ਫਿਰ 56 ਤੋਂ ਉਹਨਾਂ ਨੇ 2 ਸਾਲ ਲਗਾਤਾਰ ਇਹ ਸਾਰਾ ਸਿੱਖ ਇਤਿਹਾਸ ਚਿੱਤਰਿਆ। ਅਤੇ ਫਿਰ 1958 ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਦਰਬਾਰ ਸਾਹਿਬ ਵਿਖੇ ਆਪਾਂ ਦੇਖਦੇ ਹਾਂ ਉਹਦਾ ਰਸਮੀ ਉਦਘਾਟਨ ਹੋਇਆ। ਅਤੇ ਉਸ ਤੋਂ ਬਾਅਦ ਫਿਰ 6 ਸਾਲ ਉੱਥੇ ਕੰਮ ਕੀਤਾ। ਫਿਰ ਦਿੱਲੀ ਆ ਗਏ। ਦਿੱਲੀ ਕਾਫੀ ਉੱਥੇ ਗੋਲਡਨ ਟੈਂਪਲ 'ਚ ਵੀ ਕਾਫੀ ਰੈਕਗਨਾਈਜੇਸ਼ਨ ਕਿਉਂਕਿ ਉਸ ਅਜਾਇਬ ਘਰ 'ਚ ਕਿਉਂਕਿ ਜਿਹੜਾ ਵੀ ਸ਼ਰਧਾਲੂ ਜਾਂਦਾ ਦਰਬਾਰ ਸਾਹਿਬ ਉੱਥੇ ਅਜਾਇਬ ਘਰ ਤਾਂ ਦੇਖਦਾ ਹੀ ਅਜਾਇਬ ਘਰ ਔਰ ਉੱਥੇ ਪਹਿਲੀ ਵਾਰੀ ਸੀ ਕਿ ਇਸ ਤਰ੍ਹਾਂ ਇਤਿਹਾਸ ਚਿੱਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ। ਔਰ ਪਿਤਾ ਜੀ ਦੱਸਦੇ ਹੁੰਦੇ ਵੀ ਕਈ ਤਾਂ ਲੋਕੀ ਉੱਥੇ ਮਤਲਬ ਉਹ ਜਿਹੜੇ ਸਿੰਘਣੀਆਂ ਅਤੇ ਜ਼ੁਲਮ ਜਾਂ ਹੋਰ ਉਹ ਜਿਹੇ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਮੈਂ ਖੁਦ ਕਈ ਤਸਵੀਰਾਂ ਦੇਖ ਕੇ ਪਹਿਲੀ ਵਾਰੀ ਰੈਕਗਨਾਈਜ਼ ਕੀਤਾ ਹੈ ਕਿ ਇਹ ਵੀ ਇਤਿਹਾਸ 'ਚ ਹੋਇਆ ਹੈ। ਹਾਂਜੀ ਕਿਉਂਕਿ ਇਤਿਹਾਸ ਪੜ੍ਹਨ ਲੱਗਿਆ ਤੇ ਘੰਟਿਆਂ ਬੱਧੀ ਤੁਹਾਨੂੰ ਚਾਹੀਦੇ ਨੇ, ਦਿਨਾਂ ਦੇ ਦਿਨ ਚਾਹੀਦੇ ਨੇ। ਪਿਕਚਰ ਤੇ ਤੁਸੀਂ 15 ਮਿੰਟ 'ਚ ਰਾਊਂਡ ਲਾ ਲਿਆ ਐਂਡ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ। ਅਤੇ ਉਹ ਲੋਕੀ ਬਹੁਤ ਹੀ ਮਤਲਬ ਪ੍ਰਭਾਵਿਤ ਹੁੰਦੇ ਸੀ ਔਰ ਦੇਖਦੇ ਸੀ ਵੀ ਕਿਉਂਕਿ ਜਿਹੜੀ ਸੁਣਨ ਵਾਲੀ ਚੀਜ਼ ਹੈ ਜੇ ਆਪਾਂ ਰੋਜ਼ ਅਰਦਾਸ 'ਚ ਸੁਣਦੇ ਪਰ ਹੁਣ ਜਦੋਂ ਸਾਹਮਣੇ ਸਾਕਾਰ ਹੋਇਆ ਦੇਖਦੇ ਹਾਂ ਕਿ ਇੰਨਾ ਜ਼ੁਲਮ ਹੋਇਆ। ਫਿਰ ਉਸ ਤੋਂ ਮਤਲਬ ਉਸ ਅਰਦਾਸ ਦਾ ਨਾ ਮਤਲਬ ਜਿਹੜੀ ਉਹ ਕੁਰਬਾਨੀਆਂ ਦਾ ਜ਼ਿਕਰ ਤੇ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਨਾ ਉਹ ਪਿਕਚਰ ਸਾਹਮਣੇ ਆ ਕੇ ਫਿਰ ਉਹ ਪਰ ਮੀਨਿੰਗ ਨਜ਼ਰ ਆ ਜਾਂਦਾ, ਬਣ ਜਾਂਦਾ, ਵਿਜ਼ੂਅਲਸ ਬਣ ਜਾਂਦੇ। ਕਿੰਨੀਆਂ ਕੁਰਬਾਨੀਆਂ ਗੁਰੂ ਸਾਹਿਬ ਨੇ ਔਰ ਸਿੱਖਾਂ ਨੇ ਧਰਮ ਦੇ ਖਾਤਰ ਸਹਿਣ ਕੀਤੀਆਂ। ਅਤੇ ਉਸ ਤੋਂ ਬਾਅਦ ਫਿਰ ਦਿੱਲੀ ਚਲੇ ਗਏ। ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿਹੜਾ ਅਜਾਇਬ ਘਰ ਆ ਉਹਦੇ ਵਾਸਤੇ ਚਿੱਤਰ ਬਣਾਏ ਔਰ ਫਿਰ ਉੱਥੇ ਦਿੱਲੀ ਵੀ ਐਗਜ਼ੀਬਿਸ਼ਨ ਲਾਈ। ਅਤੇ ਉਸ ਤੋਂ ਬਾਅਦ ਫਿਰ ਦਰਅਸਲ 1966 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ 300 ਸਾਲਾ ਸ਼ਤਾਬਦੀ ਸੀ। ਅਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਉਹ ਪਹਿਲਾਂ ਪਿਤਾ ਜੀ ਨੂੰ ਮਿਲ ਚੁੱਕੇ ਸੀ, ਅੰਮ੍ਰਿਤਸਰ ਆ ਕੇ ਉਹਨਾਂ ਦਾ ਕੰਮ ਦੇਖ ਚੁੱਕੇ ਸੀ। ਉਦੋਂ ਦਿੱਲੀ ਹੁੰਦੇ ਸੀਗੇ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ। ਰੰਧਾਵਾ ਸਾਹਿਬ ਦੀ ਵੀ ਪੰਜਾਬੀਅਤ ਨੂੰ ਬੜੀ ਕੰਟਰੀਬਿਊਸ਼ਨ ਹਾਂਜੀ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ। ਅਤੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਪੇਂਟਿੰਗ ਸੀ ਉਹ ਬਣਾਈਆਂ ਦਿੱਲੀ ਸੀਗੀਆਂ ਔਰ ਦਿੱਲੀੋਂ ਫਿਰ ਉਹ ਜਦੋਂ ਪਟਿਆਲੇ ਉੱਤੇ ਲੈ ਕੇ ਆਉਣੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਪਟਿਆਲੇ ਤਾਂ ਮੈਂ ਆਇਆ ਅਤੇ ਉਦੋਂ ਚਿਰ ਤੱਕ ਡਾਕਟਰ ਐਮ ਐਸ ਰੰਧਾਵਾ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਲੱਗ ਕੇ ਚੰਡੀਗੜ੍ਹ ਆ ਚੁੱਕੇ ਸੀ। ਅੱਛਾ ਅੱਛਾ ਅੱਛਾ। ਅਤੇ ਉਹਨਾਂ ਨੇ ਸੋਚਿਆ ਵੀ ਚਲੋ ਰੰਧਾਵਾ ਸਾਹਿਬ ਨੂੰ ਵੀ ਮਿਲ ਚੱਲਦੇ, ਮੈਂ ਹੁਣ ਆਇਆ ਅਤੇ ਰੰਧਾਵਾ ਸਾਹਿਬ ਨੂੰ ਮਿਲੇ। ਰੰਧਾਵਾ ਸਾਹਿਬ ਕਹਿੰਦੇ ਕਿਰਪਾਲ ਸਿੰਘ ਹੁਣ ਮੈਂ ਇੱਥੇ ਆ ਗਿਆ, ਤੂੰ ਵੀ ਇੱਥੇ ਹੀ ਆ ਸੀ। ਕਿੰਨਾ ਉਹਦੇ 'ਚ ਗ੍ਰੇਟਨੈਸ ਸੀ, ਕਿੰਨੀ ਮਤਲਬ ਕਿੰਨਾ ਲਾਈਫ ਸਿੰਪਲ ਹੁੰਦੀ ਸੀ। ਮੈਂ ਆ ਗਿਆ ਤੂੰ ਵੀ ਆ ਜਾ। ਬਿਲਕੁਲ। ਔਰ ਉਹਨਾਂ ਨੇ ਵੀ ਕਿਹਾ ਚੱਲ ਮੈਂ ਵੀ ਆ ਜਾਣਾ। ਯੈਸ। ਅਤੇ ਉਸ ਤੋਂ ਬਾਅਦ ਫਿਰ 1966 ਦੇ ਵਿੱਚ ਪਿਤਾ ਜੀ ਚੰਡੀਗੜ੍ਹ ਆ ਗਏ ਅਤੇ ਫਿਰ ਉੱਥੇ ਰਹੇ। ਗੁੱਡ। ਤੁਸੀਂ ਆਪਣੀਆਂ ਤੁਸੀਂ ਵੀ ਤਾਂ ਐਗਜ਼ੀਬਿਸ਼ਨਸ ਕੀਤੀਆਂ ਨੇ ਕੈਨੇਡਾ 'ਚ ਆ ਕੇ ਵੀ, ਉਂਝ ਵੀ ਕੁਝ ਆਪਣੇ ਬਾਰੇ ਵੀ ਸਾਨੂੰ ਦੱਸੋ ਕੁਝ। ਹਾਂਜੀ ਮੇਰੀ ਪਹਿਲੀ ਐਗਜ਼ੀਬਿਸ਼ਨ ਤਾਂ ਉੱਥੇ ਸੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿੱਚ ਲੱਗੀ ਸੀ। ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਲੱਗਦੀਆਂ ਰਹੀਆਂ। ਉਸ ਤੋਂ ਬਾਅਦ ਦਿੱਲੀ, ਬੰਬੇ, ਕੈਲਕਟਾ, ਬਾਹਰ ਇੰਗਲੈਂਡ 'ਚ ਹੋਰ ਫਿਰ ਤਾਂ ਸਾਰੀ ਜਗ੍ਹਾ ਮਤਲਬ ਲੱਕੀ ਆ ਮੈਂ ਇਸ ਗੱਲੋਂ ਕਿ ਲੋਕ ਬਹੁਤ ਪਿਆਰ ਕਰਦੇ ਨੇ। ਔਰ ਜਿਹੜਾ ਸਭ ਤੋਂ ਮਤਲਬ ਕਮੈਂਟ ਮੈਨੂੰ ਰੈਗੂਲਰ ਮਿਲਦਾ ਨਾ ਜਿੱਥੇ ਵੀ ਐਗਜ਼ੀਬਿਸ਼ਨ ਲਗਾਈ ਦੀਆਂ ਨੇ, ਉਹ ਕਹਿੰਦੇ ਵੀ ਸਾਨੂੰ ਇਹ ਲੱਗਦਾ ਵੀ ਇਹ ਸਾਡੀਆਂ ਆਪਣੀਆਂ ਪੇਂਟਿੰਗ ਨੇ। ਔਰ ਲੋਕ ਐਨੀਮੇਟਡ ਆਪਣੇ ਜੀਵਨ 'ਚੋਂ ਨੇ, ਆਪਣੇ ਜੀਵਨ ਸਾਡੇ ਨਾਲ ਜੁੜੀਆਂ ਹੋਈਆਂ ਨੇ। ਅਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਐਗਜ਼ੀਬਿਸ਼ਨ ਲਾਈ ਸੀ, ਸਟੂਡੈਂਟ ਹੋਮਸ ਲੱਗੀ ਸੀਗੀ, ਔਰ ਉਹਨਾਂ ਦਿਨਾਂ ਦੇ ਵਿੱਚ ਹੀ ਕਿਸਾਨ ਮੇਲਾ ਵੀ ਚੱਲ ਰਿਹਾ ਸੀਗਾ। ਅਤੇ ਮੈਂ ਵੀ ਉੱਥੇ ਚੰਡੀਗੜ੍ਹੋਂ ਕਦੇ ਕਦੇ ਚਲੇ ਜਾਂਦਾ ਸੀ, ਅਤੇ ਉਹਨਾਂ ਦਿਨਾਂ 'ਚ ਮੈਂ ਵੀ ਉੱਥੇ ਗਿਆ ਹੋਇਆ ਸੀਗਾ। ਅਤੇ ਮੈਂ ਬੈਠਾ ਸੀ ਐਗਜ਼ੀਬਿਸ਼ਨ 'ਤੇ, ਇੱਕ ਬਜ਼ੁਰਗ ਆਏ ਕਿਉਂਕਿ ਕਿਸਾਨ ਮੇਲਾ ਸੀ, ਅਤੇ ਸਧਾਰਨ ਮਤਲਬ ਜ਼ਿਮੀਂਦਾਰ ਸੀਗੇ। ਅਤੇ ਉਹਨਾਂ ਨੇ ਉੱਥੇ ਮੁੰਡਾ ਸੀ, ਉਹਨੂੰ ਪੁੱਛਿਆ ਵੀ ਇਹ ਕਿਹਨੇ ਬਣਾਈਆਂ ਪੇਂਟਿੰਗਸ। ਅੱਛਾ। ਅਤੇ ਉਹਨੇ ਮੇਰੇ ਵੱਲ ਇਸ਼ਾਰਾ ਕੀਤਾ ਵੀ ਉਹਨਾਂ ਜਰਨੈਲ ਸਿੰਘ ਨੇ, ਉਹਨਾਂ ਨੇ ਬਣਾਈਆਂ। ਚਲੋ ਮੇਰੇ ਕੋਲ ਆ ਕੇ ਮੈਂ ਉੱਠ ਕੇ ਉਹਨਾਂ ਨੂੰ ਮਿਲਿਆ, ਅਤੇ ਉਹਨਾਂ ਮੈਨੂੰ ਪੁੱਛਿਆ ਵੀ ਇਹ ਤਸਵੀਰਾਂ ਤੁਹਾਡੀਆਂ ਬਣਾਈਆਂ? ਮੈਂ ਕਿਹਾ ਹਾਂਜੀ ਮੇਰੀਆਂ ਬਣਾਈਆਂ। ਅੱਛਾ, ਉਹ ਬਜ਼ੁਰਗਾਂ ਨੇ ਮੇਰੇ ਹੱਥ ਫੜੇ ਦੋਨੋਂ ਹੱਥਾਂ ਨਾਲ, ਉਹਨਾਂ ਨੂੰ ਚੁੰਮਿਆ ਅਤੇ ਮੱਥੇ ਨਾਲ ਲਾਇਆ ਸੀ, ਔਰ ਬੋਲੇ ਕੁਛ ਨਹੀਂ, ਅਤੇ ਹੱਥ ਜੋੜ ਕੇ ਵਾਪਸ ਚਲੇ ਗਏ। ਮਤਲਬ ਮੈਂ ਸਮਝਦਾ ਅੰਦਾਜ਼ਾ ਲਾ ਸਕਦੇ ਹੋ ਵੀ ਉਹਨੂੰ ਕਿੰਨੀ ਤਸੱਲੀ ਹੋਈ ਹੋਣੀ ਉਹਨਾਂ ਦੇ ਦਿਲ ਨੂੰ। ਵੱਡਾ ਜਿਹੜਾ ਮਾਨ ਸਨਮਾਨ ਮੇਰੇ ਵਾਸਤੇ ਉਹ ਸੀ ਵੀ ਉਹਨਾਂ ਕੋਲੇ ਲਫ਼ਜ਼ ਨਹੀਂ ਸੀ ਆਪਣੀ ਪ੍ਰਸ਼ੰਸਾ ਜਾਂ, ਪਰ ਇਸ ਤੋਂ ਵੱਡਾ ਸਤਿਕਾਰ ਕੋਈ ਦੇ ਨਹੀਂ ਸਕਦਾ। ਹਾਂਜੀ ਹਾਂ, ਬਿਨੇ ਬੋਲੇ ਮਤਲਬ ਤੁਹਾਨੂੰ ਸਾਰਾ ਕੁਝ ਦੱਸ ਕੇ ਸਾਰਾ ਕੁਝ ਕਹਿ ਗਏ। ਐਕਚੁਅਲੀ ਕੀ ਹੁੰਦਾ ਹੈ ਕਿ ਸਾਡਾ ਇਤਿਹਾਸ ਇੰਨਾ ਵਧੀਆ ਹੈ ਕਿ ਜਿਹੜੇ ਲੋਕ ਇਸ ਨੂੰ ਪੜ੍ਹਦੇ ਵੀ ਨਹੀਂ ਨਾ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਗੁਰਦੁਆਰੇ ਜਾਂਦੇ ਸੀ, ਅਤੇ ਉੱਥੇ ਇੱਕ ਭਾਈ ਸਾਹਿਬ ਕਥਾਵਾਚਕ ਸਨ, ਅਤੇ ਹੁਣੇ ਨੇ 30-35, ਮੈਂ ਤਾਂ ਬੱਚਾ ਸੀ, ਛੋਟਾ ਸੀ, 10-12 ਸਾਲ ਦਾ, ਅਤੇ 35-36 ਸਾਲ ਦੇ ਹੋਣੇ ਨੇ। ਉਹ ਜਦੋਂ ਕਥਾ ਕਰਦੇ ਸੀ ਨਾ, ਅਤੇ ਕਥਾ ਸੁਣਾਉਂਦਿਆਂ ਅਤੇ ਬੜਾ ਰੋਂਦੇ ਸਨ। ਜਿਵੇਂ ਉਹ ਇਸ ਤਰ੍ਹਾਂ ਕਰਦੇ ਸਨ ਵੀ ਜਿਵੇਂ ਹੁਣ ਕੋਈ ਸਾਹਿਬਜ਼ਾਦਿਆਂ ਦੀ ਕੋਈ ਦੇਣਾ, ਕੋਈ ਕੁਰਬਾਨੀ ਦੇਣੀ, ਕੋਈ ਜੰਗ ਹੋਣੀ, ਕੋਈ ਤਪੱਸਿਆ, ਗੁਰੂ ਅਰਜਨ ਦੇਵ ਜੀ ਦੀ ਗੱਲ ਕਰਨਾ, ਗੁਰੂ ਤੇਗ ਬਹਾਦਰ ਦੀ, ਉਹ ਰੋਂਦੇ ਸਨ। ਨਹੀਂ, ਵਿਰਾਗ ਆ ਜਾਂਦਾ। ਅੱਛਾ, ਉਹ ਅਥਰੂ ਬਿਲਕੁਲ ਉਹਨਾਂ ਦੇ ਅਥਰੂ ਡਿੱਗਦੇ ਸਨ। ਉਹਨਾਂ ਦਾ ਜਿਹੜਾ ਨਾ ਉਹ ਕੁੜਤਾ ਭਰ ਜਾਂਦਾ ਸੀ। ਅੱਛਾ, ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ, ਕਹਿੰਦੇ ਆਈ ਫੀਲ ਕਿ ਵੀ ਇਹ ਹੈਪਨ ਹੋ ਰਿਹਾ ਹੈ, ਮੇਰੇ ਸਾਹਮਣੇ ਵਾਪਰ ਰਿਹਾ ਹੈ। ਕਹਿੰਦੇ ਆਈ ਗੋ ਇਨ ਟੂ ਦੈਟ। ਉਹ ਹੁਣ ਮੈਨੂੰ ਉਦੋਂ ਉਸ ਚੀਜ਼ ਦੀ ਮੈਨੂੰ ਇੰਨੀ ਰੀਅਲਾਈਜੇਸ਼ਨ ਨਹੀਂ। ਹੁਣ ਮੈਂ ਜਦੋਂ ਇਹ ਦੇਖਦਾ ਨਾ, ਹੁਣ ਉਹ ਤੁਸੀਂ ਇੰਨੇ 100 ਸਾਲ 500 ਸਾਲ ਹੋ ਗਏ, ਅੱਜ ਵੀ ਤੁਸੀਂ ਵੇਖ ਲਓ ਕਿ ਜਿਹੜਾ ਸਿੱਖੀ ਭਾਵ, ਸਿੱਖੀ ਜਜ਼ਬਾ, ਉਹ ਜਜ਼ਬਾਤ, ਉਹ ਕੁਰਬਾਨੀਆਂ, ਉਹ ਦੇਸ਼ ਸੇਵਾ, ਆਪਣੇ ਕਿਸਾਨ ਅੰਦੋਲਨ ਨੂੰ ਲੈ ਲਓ, ਉਹ ਅੱਜ ਵੀ ਉਨਾ ਹੀ ਹੈਗਾ ਕਿ ਉਹ ਘੱਟ ਨਹੀਂ ਹੈਗਾ। ਔਰ ਇਹ ਉਹਨਾਂ ਕੁਰਬਾਨੀਆਂ ਦਾ ਹੀ ਸਿਦਕਾ ਹੈ ਕਿ ਉਹਦੀ ਪਾਣ ਜਿਹੜੀ ਹੈ ਨਾ ਹੁਣ ਵੀ ਮਟੀ ਕੱਟੀ ਨਹੀਂ, ਉਹ ਉਨੇ ਹੀ ਉਸ ਤਰੀਕੇ ਨਾਲ ਚੱਲ ਰਹੀ ਹੈ। ਤੁਸੀਂ ਜਦੋਂ ਇੱਥੇ ਆ ਗਏ ਅਤੇ ਕੈਨੇਡਾ ਦੀ ਨਵੀਂ ਤੁਹਾਡੇ ਲਈ ਨਵੀਂ ਧਰਤੀ ਸੀ, ਆਫਕੋਰਸ ਬਈ ਸਾਰੇ ਆਪਣੇ ਬੰਦੇ ਕਾਫੀ ਪਾਪੂਲੇਸ਼ਨ, ਇਟਸ ਅ ਮਿਨੀ ਪੰਜਾਬ, ਇਟਸ ਅਨਦਰ ਪੰਜਾਬ। ਬਿਲਕੁਲ। ਪਰ ਤੁਹਾਨੂੰ ਇੱਕ ਤਾਂ ਜਿਹੜੇ ਆਪਣੇ ਵੀ ਅੱਧੇ ਲੋਕ ਗੋਰੇ ਬਣ ਜਾਂਦੇ ਨੇ, ਅਤੇ ਕੁਛ ਗੋਰੇ ਹੀ ਹੁੰਦੇ ਨੇ, ਉਹ ਸਾਰਿਆਂ ਨਾਲ ਰਲ ਕੇ ਅੱਧੇ ਪੰਜਾਬੀ ਬਣ ਜਾਂਦੇ ਨੇ। ਕੁਛ ਪੰਜਾਬੀ ਅੱਧੇ ਗੋਰੇ ਹੋ ਜਾਂਦੇ ਅਤੇ ਗੋਰੇ ਅੱਧੇ ਪੰਜਾਬੀ ਹੋ ਜਾਂਦੇ ਨੇ। ਕੁਝ ਇੱਥੇ ਦੇ ਐਕਸਪੀਰੀਅੰਸ ਦੱਸੋ ਐਗਜ਼ੀਬਿਸ਼ਨਸ ਦੇ ਵਿੱਚ। ਇੱਥੇ ਉਹਦੇ ਵੀ ਇੱਕ ਬਹੁਤ ਮਤਲਬ ਟੱਚਵੁੱਡ ਮੈਂ ਕਹਿੰਦਾ ਕਿ ਆਈ ਐਮ ਵੈਰੀ ਬਹੁਤ ਲੱਕੀ ਹੈਗਾ ਮੈਂ ਕਿ ਮੈਂ ਜਿੱਥੇ ਵੀ ਗਿਆ ਓਨਾ ਹੀ ਵਧੀਆ ਦੋਸਤ ਮਿੱਤਰ ਮਾਹੌਲ ਔਰ ਸਮਾਜ ਵੱਲੋਂ ਓਨਾ ਹੀ ਸਤਿਕਾਰ ਮਿਲਿਆ। ਅਤੇ ਮਤਲਬ ਮੈਂ ਤਾਂ ਸ਼ੁਕਰ ਹੀ ਕਰਦਾ ਵਾਹਿਗੁਰੂ ਦਾ ਬਈ ਇਸ ਤਰ੍ਹਾਂ ਹੋਇਆ ਇੱਥੇ। ਮਤਲਬ ਮੈਂ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਨਾ ਕਿ ਉਹ ਸਮੇਂ ਦੇ ਵਿੱਚ ਪਹੁੰਚ ਜਾਂਦੇ। ਜਦੋਂ ਮੈਂ ਇੱਥੇ ਆਇਆ ਤਾਂ ਚਰਨਪਾਲ ਗਿੱਲ ਹੋਰਾਂ ਨਾਲ ਮੁਲਾਕਾਤ ਹੋਈ ਉਹਨਾਂ, ਅਤੇ ਉਹ ਫਿਰ ਉਹ ਕਾਮਾਗਾਟਾ ਮਾਰੂ ਦੀ ਗੱਲ ਚੱਲੀ, ਕਹਿੰਦੇ ਵੀ ਆਪਾਂ ਕਾਮਾਗਾਟਾ ਮਾਰੂ ਬਾਰੇ ਕੁਛ ਕਰੀਏ। ਅਤੇ ਉਦੋਂ ਉਹਨਾਂ ਦੀ ਜਿਹੜੀ ਪਿਕਸ ਵਾਲੀ ਬਜ਼ੁਰਗਾਂ ਵਾਲੀ ਸੀਨੀਅਰ ਆ ਉਹ ਬਿਲਡਿੰਗ ਬਣ ਚੁੱਕੀ ਸੀਗੀ, ਅਤੇ ਮੈਂ ਕਿਹਾ ਆਪਾਂ ਕਾਮਾਗਾਟਾ ਮਾਰੂ ਦਾ ਮਿਊਰਲ ਬਣਾਉਣੇ ਇੱਥੇ। ਕਹਿੰਦੇ ਠੀਕ ਹੈ। ਅਤੇ ਉਹ 3-4 ਮਹੀਨੇ ਉਹਨੂੰ ਲੱਗ ਗਏ ਬਣਾਉਂਦਿਆਂ। ਅਤੇ ਵੈਨਕੂਵਰ ਦਾ ਮੌਸਮ ਤੁਹਾਨੂੰ ਪਤਾ ਹੀ ਆ, ਬਿਲਕੁਲ ਸਕੈਫੋਲਡ ਲਾਈ, ਉੱਤੇ ਤਰਪਾਲ ਸੁੱਟੀ, ਅਤੇ ਪੇਂਟਿੰਗਸ ਬਣਾਉਂਦਿਆਂ ਮਤਲਬ ਕਿਉਂਕਿ ਸਾਰਾ ਹੀ ਉਹ ਹਿਸਟਰੀ ਪੜ੍ਹੀ ਸੀਗੀ। ਅਤੇ ਮੈਂ ਸੋਚਣਾ ਬਈ ਦੇਖੋ ਉਹਨਾਂ ਸਮਿਆਂ ਦੇ ਵਿੱਚ, ਹੁਣ ਤਾਂ ਹਰ ਜਗ੍ਹਾ ਜਿੱਥੇ ਆਪਾਂ ਨੂੰ ਮਿਲ ਜਾਂਦੇ ਨੇ ਆਪਣੇ ਬੰਦੇ ਮਿਲ ਜਾਂਦੇ ਪੰਜਾਬੀ
ਬੋਲਣ ਵਾਲੇ ਮਿਲ ਜਾਂਦੇ ਨੇ। ਉਹਨਾਂ ਸਮਿਆਂ 'ਚ ਜਹਾਜ਼ ਦੇ ਵਿੱਚ ਸਮੁੰਦਰ 'ਚ ਖੜ੍ਹੇ ਰਹਿਣਾ 2 ਮਹੀਨੇ 3 ਮਹੀਨੇ, ਭੁੱਖਣ ਪਾਣੇ, ਰਾਸ਼ਨ ਨਹੀਂ। ਤੁਸੀਂ ਯਕੀਨ ਕਰੋ ਵੀ ਉਹਨਾਂ ਦੀ ਸਥਿਤੀ ਸੋਚ ਕੇ ਹੀ ਮੇਰੀਆਂ ਅੱਖਾਂ 'ਚ ਹੰਝੂ ਆ ਜਾਣ ਵੀ ਦੇਖੋ ਕਿੰਨਾ ਔਖਾ ਟਾਈਮ। ਪਰ ਤੁਸੀਂ ਦੇਖ ਲਓ ਜਜ਼ਬਾ ਕਿੰਨਾ ਪੱਕਾ ਸੀ। ਪਰ ਜਜ਼ਬਾ ਉਹਨਾਂ ਦਾ ਕਿੰਨਾ ਸੀ, ਜਦੋਂ ਟੁੱਟੇ ਨਹੀਂ ਸੀ, ਟੁੱਟੇ ਨਹੀਂ, ਹਾਂਜੀ, ਮੁੜ ਗਏ ਨੇ ਬਿਲਕੁਲ, ਜਾ ਕੇ ਵੀ ਕੁਰਬਾਨੀਆਂ, ਕਈ ਉਹਨਾਂ ਚੋਂ ਸ਼ਹੀਦ ਹੋ ਗਏ ਨੇ, ਪਰ ਟੁੱਟੇ ਨਹੀਂ, ਟੁੱਟੇ ਨਹੀਂ। ਮਤਲਬ ਉਹ ਜਿਹੜੀ ਸਪਿਰਿਟ ਹੈਗੀ ਆ ਨਾ, ਉਹ ਮਤਲਬ ਔਰ ਉਹਨਾਂ ਦੀ ਜਿਹੜੀ ਜੱਦੋ-ਜਹਿਦ ਔਰ ਸਟਰਗਲ ਆ, ਉਹ ਤੁਹਾਨੂੰ ਮੂਵ ਕਰਦੀ ਆ। ਅਤੇ ਉਸ ਤੋਂ ਬਾਅਦ ਫਿਰ ਇੱਥੇ ਦੂਜੀਆਂ ਐਗਜ਼ੀਬਿਸ਼ਨਸ ਮੈਂ ਲਗਾਈਆਂ, ਸਾਰੀ ਆਰਟ ਗੈਲਰੀ ਦੇ ਵਿੱਚ ਲਗਾਈਆਂ, ਅਤੇ ਉਹਦਾ ਵੀ ਬੜਾ ਭਰਵਾਂ ਹੁੰਗਾਰਾ ਮਿਲਿਆ। ਤੁਸੀਂ ਜਦੋਂ ਐਗਜ਼ੀਬਿਸ਼ਨ ਲੱਗਦੀਆਂ ਉੱਥੇ ਫਿਰ ਪੇਂਟਿੰਗਸ ਵਗੈਰਾ ਫਿਰ ਕੁਛ ਵਿਕਦੀਆਂ ਵੀ ਨੇ? ਹਾਂਜੀ, ਪਿਤਾ ਜੀ ਦੀਆਂ ਪੇਂਟਿੰਗਸ ਅਜੇ ਵੀ ਅਵੇਲੇਬਲ ਹੈਗੀਆਂ ਨੇ ਕਿਧਰੇ? ਹਾਂਜੀ, ਹੈਗੀਆਂ ਕੁਛ ਤੁਹਾਡੇ ਕੋਲ ਵੀ ਹੋਣਗੀਆਂ ਇੱਥੇ? ਅਵੇਲੇਬਲ ਹੈਗੀਆਂ ਨੇ। ਗੁੱਡ। ਤੁਹਾਡੀਆਂ ਵੀ ਫਿਰ ਵਿਕਦੀਆਂ ਨੇ? ਮੇਰੀਆਂ ਵੀ ਉੱਥੇ ਕੁਛ ਚੰਡੀਗੜ੍ਹ ਵਾਲੇ ਸਾਡੇ ਸਟੂਡੀਓ 'ਚ ਵੀ ਹੈਗੀਆਂ ਪਈਆਂ ਹਾਲੇ। ਅੱਛਾ। ਅਤੇ ਅਵੇਲੇਬਲ ਨੇ, ਹਾਂਜੀ। ਤੁਹਾਨੂੰ ਵੇਲੇ ਕੁ ਵੇਲੇ ਕੋਈ ਈਵੈਂਟ, ਕੋਈ ਇਤਿਹਾਸ, ਕੋਈ ਚੀਜ਼, ਕੋਈ ਨਵਾਂ ਫੁਰਨਾ, ਕੋਈ ਨਵੀਂ ਇੰਸਪੀਰੇਸ਼ਨ? ਹਾਂਜੀ, ਨਵਾਂ ਫੁਰਨਾ ਤਾਂ ਆਉਂਦੇ ਰਹਿੰਦੇ। ਜਦੋਂ ਮੈਨੂੰ ਯਾਦ ਆ ਉੱਥੇ 88 'ਚ ਮੈਂ ਐਗਜ਼ੀਬਿਸ਼ਨ ਲਾਈ ਬੰਬੇ ਦੇ ਵਿੱਚ, ਅਤੇ ਮੇਰਾ ਥੀਮ ਤਾਂ ਉਹੀ ਹੁੰਦਾ ਪੰਜਾਬ, ਤਾਜ ਆਰਟ ਗੈਲਰੀ ਸੀਗੀ ਲਗਾਈ। ਅਤੇ ਬਹੁਤ ਲੋਕਾਂ ਦਾ ਇਹੀ ਸਵਾਲ ਸੀ ਬਈ ਇਹ ਤਾਂ ਚਲੋ ਗੁਰੂਆਂ ਦੇ ਵੇਲੇ ਦਾ ਪੰਜਾਬ ਆ, ਅਤੇ ਚਲੋ ਕਲਚਰਲ ਹਿਸਟਰੀ ਹੈਗੀ ਆ, ਇਹ ਠੀਕ ਹੈ, ਪਰ ਅੱਜ ਕੱਲ੍ਹ ਜੋ ਪੰਜਾਬ 'ਚ ਹੋ ਰਿਹਾ ਉਹਦੇ ਬਾਰੇ ਨਹੀਂ ਕੋਈ ਤੁਹਾਡੀ ਪੇਂਟਿੰਗ ਬਣਾਈ। ਅਤੇ ਉਦੋਂ ਮੈਂ ਉਹ ਜਵਾਬ ਦਿੱਤਾ ਸੀ, ਮੈਂ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਪੰਜਾਬ 'ਚ ਹੋ ਕੀ ਰਿਹਾ, ਕਿਉਂਕਿ ਉਦੋਂ ਹਾਲਾਤ ਇੰਨੇ ਸੀ ਵੀ ਕੋਈ ਕਲੀਅਰ ਪਿਕਚਰ ਹੀ ਨਹੀਂ ਸੀ ਬਣ ਰਹੀ, ਕੋਈ ਪਤਾ। ਰਾਈਟ। ਅਤੇ ਉਹ ਤਾਂ ਹੁਣ ਸਹੀ ਇਤਿਹਾਸ ਵੀ ਜਿਹੜਾ ਉਹ 100 ਸਾਲ ਬਾਅਦ ਆਉਂਦਾ ਸਹੀ, ਕਿਉਂਕਿ ਉਸ ਵਕਤ ਦੇ ਜਿਹੜੇ ਹੁਕਮਰਾਨ ਨੇ ਉਹ ਆਪਣੇ ਮਤਲਬ ਦੀ ਨਿਊਜ਼, ਆਪਣੇ ਮਤਲਬ ਦਾ ਜਿਹੜਾ ਇਤਿਹਾਸ ਕਰਦੇ ਰਹੇ। ਤੁਸੀਂ ਮਤਲਬ ਗੁਰੂ ਸਾਹਿਬ ਦੀ ਸ਼ਹਾਦਤ ਕਿਉਂ ਲੰਬੀ ਕੀਤੀ ਹੋਈ ਹੈ ਕਿ ਤੁਸੀਂ ਯੂ ਗਿਵ ਅਪ ਯੋਰ ਲਾਈਫ? ਜੇ ਕਰਤਾਰ ਨੂੰ, ਦਾਤੇ ਨੂੰ ਮਨਜ਼ੂਰ ਹੋਇਆ ਅਤੇ ਉਹ ਤੁਹਾਨੂੰ ਦੁਬਾਰਾ ਇਸ ਦੁਨੀਆ ਦੇ ਵਿੱਚ ਲੈ ਆਏਗੀ। ਮੈਂ ਜਦੋਂ ਤੁਹਾਡੇ ਵਰਗੀਆਂ ਸ਼ਖਸੀਅਤਾਂ, ਸਰਦਾਰ ਕਿਰਪਾਲ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ, ਸਰਦਾਰ ਸੋਭਾ ਸਿੰਘ ਵਰਗਿਆਂ ਨੂੰ, ਜਾਂ MS ਰੰਧਾਵਾ ਵਰਗੇ, ਜਾਂ ਇਹਨਾਂ ਲੋਕਾਂ ਨੂੰ ਮੈਂ ਅਗਰ ਦੇਖਦਾ ਤਾਂ ਮੈਨੂੰ ਲੱਗਦਾ ਵੀ ਉਹ ਗੁਰੂ ਨਾਨਕ ਦੇਵ ਜੀ ਦੀ ਉਹ ਕਰਨੀ ਕਿ ਜਿਹੜੇ ਉਹ ਯੋਗੀ ਸਨ, ਪ੍ਰੋਫੈਸਰ, ਉਹ ਮੁੜ ਕੇ ਇਸੇ ਜਨਮ ਵਿੱਚ ਦੁਬਾਰਾ ਆਏ ਨੇ। ਅਤੇ ਸਰਦਾਰ ਕਿਰਪਾਲ ਸਿੰਘ ਵੀ ਉਹਨਾਂ ਇੱਕ ਸ਼ਖਸੀਅਤਾਂ ਤੋਂ ਨੇ। ਅਸੀਂ ਬਹੁਤ ਕੁਝ ਉਹਨਾਂ ਬਾਰੇ ਤੁਹਾਡੇ ਤੋਂ ਕੋਈ ਬੈਟਰ ਸਾਨੂੰ ਦੱਸ ਨਹੀਂ ਸਕਦਾ, ਕਿਉਂਕਿ ਤੁਸੀਂ ਉਹਨਾਂ ਨਾਲ ਬਹੁਤ ਸਾਰੇ ਸਾਲ, ਜਨਮ ਤੋਂ ਲੈ ਕੇ ਉਹਨਾਂ ਦੀ ਡੈਥ ਤੱਕ ਉਹਨਾਂ ਦੇ ਨਾਲ ਰਹੇ ਹੋ। ਸੋ ਪਲੀਜ਼ ਟੈਲ ਅਸ ਕਿ ਉਹਨਾਂ ਦੀ ਐਗਜ਼ੀਬਿਸ਼ਨ, ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਔਖਿਆਈਆਂ, ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਵੱਧ ਤੋਂ ਵੱਧ ਅਸੀਂ ਸੁਣਨਾ ਚਾਹਵਾਂਗੇ। ਹਾਂਜੀ, ਉਹਨਾਂ ਦਾ ਇਸ ਤਰ੍ਹਾਂ ਸੀ, ਮੈਨੂੰ ਯਾਦ ਹੈ ਜਦੋਂ ਮੈਂ ਤਾਂ ਛੋਟਾ ਹੀ ਸੀ ਉਦੋਂ, ਅਤੇ ਆਮ ਤੌਰ 'ਤੇ ਇਹ ਸਵਾਲ ਪੁੱਛਿਆ ਜਾਂਦਾ ਸੀ, ਮੈਨੂੰ ਵੀ ਉਹੀ ਸਵਾਲ ਪੁੱਛਦੇ ਲੋਕ ਹੁਣ, ਬਈ ਇਹ ਕਿਸ ਤਰ੍ਹਾਂ ਬਣਾਉਂਦੇ ਹੋ ਜੀ ਇਹ ਤਸਵੀਰਾਂ ਸਾਰੀਆਂ? ਅਤੇ ਉਹ ਇਹ ਕਹਿੰਦੇ ਹੁੰਦੇ ਸੀਗੇ ਬਈ ਉਹ ਮੇਰੇ ਦਿਮਾਗ ਦੇ ਵਿੱਚ ਪੂਰੀ ਬਣੀ ਬਣਾਈ ਪੇਂਟਿੰਗ ਆ ਜਾਂਦੀ ਹੈ, ਮੈਂ ਤਾਂ ਉਹਨੂੰ ਅੱਗੇ ਕੈਨਵਸ 'ਤੇ ਉਤਾਰ ਦਿੰਦਾ। ਅਤੇ ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਅਤੇ ਕਈ ਵਾਰੀ ਮੈਂ ਸੋਚਣਾ ਵੀ ਇੱਦਾਂ ਕਿੱਦਾਂ ਹੋ ਜਾਂਦਾ ਬਈ ਪੂਰੀ ਬਣੀ ਬਣਾਈ ਪੇਂਟਿੰਗ ਆ ਜਾਂਦੀ ਆ। ਪਰ ਜੇ ਅੱਜ ਮੈਨੂੰ ਕੋਈ ਪੁੱਛਦਾ ਹੈ ਤਾਂ ਮੈਂ ਵੀ ਉਹੀ ਜਵਾਬ ਦਊਂਗਾ। ਉਹ ਇਸ ਤਰ੍ਹਾਂ ਹੁੰਦਾ ਕਿ ਤੁਹਾਡੀ ਜਿਹੜੀ ਕੰਸਨਟ੍ਰੇਸ਼ਨ ਆ ਔਰ ਵਿਜ਼ੂਅਲਾਈਜੇਸ਼ਨ ਦੀ ਕਪੈਸਿਟੀ ਇੰਨੀ ਡਿਵੈਲਪ ਹੋ ਜਾਂਦੀ ਆ ਹਾਈਲੀ, ਕਿ ਤੁਸੀਂ ਉਹ ਪੂਰਾ ਜਿਹੜਾ ਦ੍ਰਿਸ਼ ਹੈਗਾ ਕੋਈ ਵਾਕਿਆ, ਤਾਂ ਉਹਨੂੰ ਉਸੇ ਤਰ੍ਹਾਂ ਹੀ ਦੇਖ ਸਕਦੇ ਹੋ। ਇੱਕ ਉਹਨਾਂ ਦੀ ਪੇਂਟਿੰਗ ਹੈਗੀ ਆ ਵੀ ਹਰੀ ਸਿੰਘ ਨਲੂਆ ਪਿਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਰਿਹਾ। ਪਿਤਾ ਜੀ ਕਦੇ ਪਿਸ਼ਾਵਰ ਨਹੀਂ ਗਏ ਸੀਗੇ, ਪਰ ਉਹ ਜਦੋਂ ਕਿਸੇ ਵਿਅਕਤੀ ਨੇ ਉਹ ਦੇਖੀ ਪੇਂਟਿੰਗ, ਕਹਿੰਦੇ ਵੀ ਇਹ ਤਾਂ ਉਹ ਕਿੱਸਾਖਾਨੀ ਬਾਜ਼ਾਰ ਲੱਗਦਾ ਪਿਸ਼ਾਵਰ ਦਾ। ਮਤਲਬ ਉਹਨਾਂ ਦੀ ਵਿਜ਼ੂਅਲਾਈਜੇਸ਼ਨ ਔਰ ਇਮੈਜੀਨੇਸ਼ਨ ਹੀ ਇੰਨੀ
ਸਟਰੋਂਗ ਸੀਗੀ ਕਿ ਉਹਨਾਂ ਨੇ ਹੂ ਉਹੀ ਚੀਜ਼ ਉੱਤੇ ਸਾਕਾਰ ਕਰ ਦਿੱਤੀ। ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਕਿ ਜਦੋਂ ਤੁਸੀਂ ਹਾਈਐਸਟ ਫਾਰਮ ਆਫ ਕੰਸਨਟ੍ਰੇਸ਼ਨ, ਮੈਂਟਲ ਕੰਸਨਟ੍ਰੇਸ਼ਨ ਦੇ ਉਸ ਮੁਕਾਮ 'ਤੇ ਪਹੁੰਚਦੇ ਹੋ ਤਾਂ ਜਿਵੇਂ ਕਹਿੰਦੇ ਨਾ ਵੀ ਤੁਸੀਂ ਤ੍ਰੈ ਕਾਲਦਰਸ਼ੀ ਹੋ ਜਾਂਦੇ ਹੋ। ਤੁਸੀਂ ਕੁਛ ਵੀ ਜਿੱਥੇ ਕਿਤੇ ਵੀ ਜੋ ਕੁਛ ਵਾਪਰ ਰਿਹਾ ਉਹ ਦੇਖ ਸਕਦੇ ਆ। ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਵੀ ਜੇ ਅੱਜ ਤੋਂ ਕੋਈ 50 ਸਾਲ ਜਾਂ 100 ਸਾਲ ਪਹਿਲਾਂ ਕਹਿੰਦਾ ਕਿ ਹਵਾ ਦੇ ਵਿੱਚ ਤਸਵੀਰਾਂ ਉੱਡੀਆਂ ਫਿਰਦੀਆਂ ਨੇ ਜਾਂ ਗੀਤ ਸੰਗੀਤ ਉੱਡਿਆ ਫਿਰਦਾ ਤਾਂ ਉਹ ਸੁਣਨ ਵਾਲਾ ਇਹੀ ਕਹਿੰਦਾ ਹੋਊਗਾ ਵੀ ਇਹਦਾ ਦਿਮਾਗ ਸਹੀ ਨਹੀਂ। ਪਰ ਅੱਜ ਦੇਖੋ ਵੀ ਵਾਇਰਲੈਸ ਦੇ ਨਾਲ, ਵਾਈਫਾਈ ਦੇ ਨਾਲ ਤੁਹਾਡੇ ਕੋਲੇ ਸਾਰਾ ਕੁਛ ਤੁਹਾਡੇ ਫੋਨ ਦੇ ਵਿੱਚ ਮਿਊਜ਼ਿਕ ਵੀ ਹੈ, ਮੂਵੀਜ਼ ਵੀ ਹੈਗੀਆਂ ਨੇ, ਸਭ ਕੁਛ ਤੁਸੀਂ ਦੇਖ ਸਕਦੇ ਹੋ, ਹੈ ਨਾ। ਇਹ ਹੈ ਕਿ ਉਦੋਂ ਤੱਕ ਸਾਡਾ ਮਾਈਂਡ ਜਿਹੜਾ ਸਾਇੰਸ ਦਾ ਉਹ ਹਾਇਰ ਲੈਵਲ ਆ, ਉਦੋਂ ਤੱਕ ਨਹੀਂ ਸੀ ਸੋਚ ਸਕਦਾ, ਪਰ ਇਹ ਚੀਜ਼ਾਂ ਆਲਰੇਡੀ ਸੀਗੀਆਂ। ਠੀਕ ਹੈ, ਬਿਲਕੁਲ ਠੀਕ ਹੈ ਨਾ। ਸੋ ਇਸੇ ਤਰ੍ਹਾਂ ਹੀ ਜਿਹੜੀ ਹਿਊਮਨ ਮਾਈਂਡ ਦੀ ਜਿਹੜੀ ਹੈਗੀ ਆ, ਮੈਂ ਸਮਝਦਾ ਕਿ ਪਿਤਾ ਜੀ ਉਸ ਲੈਵਲ 'ਤੇ ਉਹਨਾਂ ਦੀ ਸੀਗੀ ਕੰਸਨਟ੍ਰੇਸ਼ਨ ਕਿ ਉਹ ਕਹਿੰਦੇ ਵੀ ਮੈਂ ਤਾਂ 2-3 ਚੀਜ਼ਾਂ ਹੀ ਮੈਨੂੰ ਆਉਂਦੀਆਂ ਬਣਾਉਣੀਆਂ, ਬਈ ਪੁਰਾਤਨ ਸਿੰਘ ਅਤੇ ਘੋੜੇ ਅਤੇ ਮੁਸਲਮਾਨ। ਇਹ ਉਹਨਾਂ ਦੀ ਸਪੈਸ਼ਲਿਟੀ ਸੀ। ਇਹ ਉਹਨਾਂ ਦੀ ਸਪੈਸ਼ਲਿਟੀ ਸੀ। ਔਰ ਉਹ ਜਿਹੜੇ ਉਹਨਾਂ ਨੇ ਉਸ ਟਾਈਮ ਦਾ ਜਿਹੜਾ ਟਾਰਚਰ ਆਫ ਸਿੱਖਸ ਜਾਂ ਹੋਰ ਚੀਜ਼ਾਂ ਚਿੱਤਰੀਆਂ, ਜਰਨੈਲ ਚਿੱਤਰੇ, ਜੰਗ ਯੁੱਧ ਚਿੱਤਰੇ, ਉਹ ਤੁਹਾਨੂੰ ਆਪ ਮਹਿਸੂਸ ਹੁੰਦਾ ਕਿ ਤੁਸੀਂ ਉਸ ਮੁਕਾਮ 'ਤੇ ਜੰਗ ਦੇ ਵਿੱਚ ਖੜ੍ਹੇ ਹੋ। ਅਤੇ ਉਹ ਮਤਲਬ ਇਹ ਆ ਵੀ ਕੰਸਨਟ੍ਰੇਸ਼ਨ, ਵਿਜ਼ੂਅਲਾਈਜੇਸ਼ਨ, ਔਰ ਫਿਰ ਉਹਨਾਂ ਦੀ ਹਿਸਟਰੀ ਦੀ ਸਟੱਡੀ ਬਹੁਤ ਸੀਗੀ। ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਤਲਬ ਦੱਸਦੇ ਹੁੰਦੇ ਸੀ, ਮਤਲਬ ਫੁਰਤੀਆਂ ਸਨ। ਅਤੇ ਉਹਨਾਂ ਕੋਲ ਇੰਨੀਆਂ ਬਹੁਤ ਰੇਅਰ ਬੁੱਕਸ ਦੀਆਂ। ਮੈਂ ਜਦੋਂ ਸਰਦਾਰ ਕਿਰਪਾਲ ਸਿੰਘ ਦੀ ਲਾਈਫ ਦੇ ਬਾਰੇ ਪੜ੍ਹ ਰਿਹਾ ਸੀ, ਬੜੇ ਸਾਲ ਪਹਿਲੇ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਵੱਡੀ ਸ਼ਖਸੀਅਤ ਸਨ, ਸਰਦਾਰ ਇੰਦਰਜੀਤ ਸਿੰਘ, ਅਤੇ ਉਹ ਸਰਦਾਰ ਕਿਰਪਾਲ ਸਿੰਘ ਉਹਨਾਂ ਦੇ ਵੀ ਬੜੇ ਫੈਨ ਸੀ ਅਤੇ ਮੇਰੇ ਵੀ ਬੜੇ ਚੰਗੇ ਦੋਸਤ ਸੀ ਪੰਜਾਬ ਐਂਡ ਸਿੰਧ ਬੈਂਕ ਦੇ। ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹਨ। 1998 ਦੇ ਵਿੱਚ ਮੈਂ ਉਹਨਾਂ ਨੂੰ, ਜਦੋਂ ਠੀਕ ਨਹੀਂ ਸਨ, ਉਹਨਾਂ ਦੀ ਡੈਥ ਤੋਂ ਤਕਰੀਬਨ 15-20 ਦਿਨ, 1 ਮਹੀਨਾ ਪਹਿਲੇ ਮੈਂ ਉਹਨਾਂ ਨੂੰ ਮਿਲਣ ਗਿਆ। ਉਹਨਾਂ ਦੇ ਲਿਵਿੰਗ ਰੂਮ ਦੇ ਵਿੱਚ ਇੱਕ ਬਹੁਤ ਹੀ ਵੱਡੀ, ਆਲਮੋਸਟ 10x20 ਫੀਟ ਦੀ ਬੜੀ ਵੱਡੀ ਇੱਕ ਗੁਰੂ ਸਾਹਿਬਾਨ ਦੇ ਉੱਤੇ ਫੋਟੋ ਸੀ। ਮੈਨੂੰ ਬਹੁਤ ਹੀ ਚੰਗੀ ਲੱਗੀ। ਮੈਂ ਕਿੰਨੀ ਦੇਰ ਦੇਖਦਾ ਰਿਹਾ, ਪਰ ਉਦੋਂ ਮੈਨੂੰ, ਕਿਉਂਕਿ ਮੈਂ ਸਰਦਾਰ ਕਿਰਪਾਲ ਸਿੰਘ ਬਾਰੇ ਬਹੁਤਾ ਵਾਕਫੀਅਤ ਨਹੀਂ ਸੀ। ਹੁਣ ਮੈਂ ਜਦੋਂ ਉਹਨਾਂ ਦੇ ਬਾਰੇ ਪੜ੍ਹਿਆ, ਉਹਨਾਂ ਦਾ ਜ਼ਿਕਰ ਪੜ੍ਹਿਆ, ਹੁਣ ਮੈਂ 2 and 2 4 ਜੋੜ ਕੇ ਫਿਰ ਤੁਹਾਡੇ ਨਾਲ ਮੁਲਾਕਾਤ ਕੀਤੀ, ਅਤੇ ਮੈਂ ਇੰਨੇ ਸਾਲਾਂ ਬਾਅਦ ਉਸ ਸਾਰੀ ਪਿਕਚਰ ਨੂੰ ਇਕੱਠਿਆਂ ਕਰ ਸਕਦਾ। ਹੁਣ ਮੈਨੂੰ ਲੱਗਾ ਕਿ ਮੈਂ ਉਹਨਾਂ ਦੀ 1998 ਦੇ ਵਿੱਚ ਸਰਦਾਰ ਕਿਰਪਾਲ ਸਿੰਘ ਦੀ ਉਹ ਫੋਟੋ ਦੇਖੀ, ਅਤੇ ਵੀਡ ਲਾਈਕ ਟੂ ਲਿਸਨ ਲੋਟ ਮੋਰ ਅਬਾਊਟ ਹਿਸ ਸ਼ਖਸੀਅਤ ਐਂਡ ਹਿਸ ਵਰਕਸ। ਹਾਂਜੀ ਸਮਲੋਕ ਜੀ, ਉਹ ਜਿਹੜੀ ਪੇਂਟਿੰਗ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਡਾਕਟਰ ਇੰਦਰਜੀਤ ਸਿੰਘ ਹੋਰਾਂ ਦੇ ਘਰ ਲੱਗੀ ਸੀ, ਉਹ ਪਿਤਾ ਜੀ ਦੀ ਬਣਾਈ ਹੋਈ ਪੇਂਟਿੰਗ ਸੀਗੀ। ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਅਕਾਲ ਤਖ਼ਤ ਉੱਤੇ, ਅਤੇ ਉੱਤੇ ਬਾਕੀ ਸਿੰਘ ਸ਼ਸਤਰ ਭੇਟਾ ਲਿਆ ਰਹੇ ਨੇ, ਸੰਗਤ ਜੁੜੀ ਬੈਠੀ ਹੈ, ਹਥਿਆਰ, ਘੋੜੇ, ਉਹ ਸਭ ਚੀਜ਼ਾਂ ਦਾ ਉਹ ਪੂਰਾ ਵੱਡਾ ਪੈਨੋਰਾਮਿਕ ਦ੍ਰਿਸ਼ ਹੈਗਾ। ਡਾਕਟਰ ਇੰਦਰਜੀਤ ਸਿੰਘ ਹੋਰੀ ਜਦੋਂ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸੀਗੇ ਤਾਂ ਉਦੋਂ ਵੀ ਉਹਨਾਂ ਨੇ ਕਈ ਕੰਮ ਇਸ ਤਰ੍ਹਾਂ ਦੇ ਕੀਤੇ ਜਿਸ ਦੇ ਨਾਲ ਜਿਹੜੇ ਸਿੱਖ ਗੁਰੂ ਸਾਹਿਬਾਨ ਔਰ ਸਿੱਖੀਜ਼ਮ ਦੀ ਜਿਹੜਾ ਫਿਲਾਸਫੀ ਆ ਉਹਦੇ ਪ੍ਰਚਾਰ ਵਾਸਤੇ ਉਹਨਾਂ ਨੇ ਉਦੋਂ ਕੈਲੰਡਰਸ ਦੀ ਛਾਪਣ ਦੀ ਰਵਾਇਤ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸ਼ੁਰੂ ਕੀਤੀ, ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ 'ਤੇ, ਜਿਸ ਤਰ੍ਹਾਂ ਲੰਗਰ ਦੀ ਪਰੰਪਰਾ, ਸੇਵਾ ਦੀ ਪਰੰਪਰਾ, ਹੋਰ ਇਹੋ ਜਿਹੀਆਂ ਚੀਜ਼ਾਂ, ਗੁਰੂ ਸਾਹਿਬ ਨੇ ਸਮਾਜ ਸੁਧਾਰ ਦੇ ਕੰਮ ਜਿਹੜੇ ਕੀਤੇ ਉਹਨਾਂ ਨੂੰ ਦਰਸਾਉਂਦੀਆਂ ਪੇਂਟਿੰਗ ਦੇ ਬਹੁਤ ਸੋਹਣਾ ਕੈਲੰਡਰ ਹੁੰਦੇ ਸਨ ਉਹਨਾਂ ਦੇ, ਬਣਵਾਉਣੇ ਸ਼ੁਰੂ ਕੀਤੇ। ਅਤੇ ਉਹਦੇ ਵਿੱਚ ਮੇਰੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ, ਦਵਿੰਦਰ ਸਿੰਘ ਹੋਰੀ, ਅਤੇ ਬਾਅਦ ਵਿੱਚ ਮੇਰੇ ਤੋਂ ਵੀ ਉਹਨਾਂ ਨੇ ਇਹ ਸੇਵਾਵਾਂ ਲਈਆਂ। ਅਤੇ ਉਹ ਮਤਲਬ ਉਹਨਾਂ ਦਾ ਇਹ ਸੀ ਕਿ ਗੁਰੂ ਸਾਹਿਬ ਦਾ ਸੁਨੇਹਾ
ਉਹਨਾਂ ਦੇ ਇਤਿਹਾਸ ਚਿੱਤਰਾਂ ਰਾਹੀਂ ਲੋਕਾਂ ਤੱਕ ਪਹੁੰਚਾਏ। ਔਰ ਜਦੋਂ ਕੈਲੰਡਰ ਘਰ ਦੇ ਵਿੱਚ ਰਹਿੰਦਾ ਤਾਂ ਸਾਰਾ ਸਾਲ ਉਹ ਚੀਜ਼ਾਂ ਤੁਹਾਡੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਨੇ। ਬਿਲਕੁਲ ਠੀਕ। ਅਤੇ ਤੁਸੀਂ ਉਹਨਾਂ ਤੋਂ ਕੁਝ ਸਿੱਖਦੇ ਹੋ। ਤੋ ਬਹੁਤ ਹੀ ਉਹਨਾਂ ਦਾ ਮੈਂ ਸਮਝਦਾ ਯੋਗਦਾਨ ਆ। ਫਿਰ ਉਹਨਾਂ ਤਸਵੀਰਾਂ ਦੇ ਨਾਲ ਗੁਰੂ ਇਤਿਹਾਸ ਦੇ ਸਚਿੱਤਰ ਕਿਤਾਬਚੇ ਵੀ ਕਾਫੀ ਛਾਪੇ ਜੋ ਕਾਫੀ ਉਦੋਂ ਪੋਪੂਲਰ ਹੋਏ ਅਤੇ ਬਹੁਤ ਹੀ ਵਧੀਆ ਸ਼ਖਸੀਅਤ ਸੀ। ਬੈਂਕਿੰਗ ਦੇ ਖੇਤਰ ਦੇ ਵਿੱਚ ਤਾਂ ਉਹਨਾਂ ਦਾ ਯੋਗਦਾਨ ਹੈ ਹੀ ਹੈ ਜੋ ਆਪਾਂ ਜਾਣਦੇ ਹਾਂ ਸਾਰਾ, ਪਰ ਉਹਨਾਂ ਨੇ ਜਿਹੜਾ ਸੱਭਿਆਚਾਰਕ ਯੋਗਦਾਨ ਜਿਹੜਾ ਪਾਇਆ ਉਹ ਵੀ ਬਹੁਤ ਸ਼ਲਾਘਾਯੋਗ। ਪਿਤਾ ਜੀ ਦੀਆਂ ਮਤਲਬ ਜਿਹੜੀਆਂ ਖਾਸ ਕੁਝ ਪੇਂਟਿੰਗਸ ਦੇ ਵਿੱਚੋਂ ਜਿਵੇਂ ਹੁਣ ਚਮਕੌਰ ਦੀ ਗੜੀ ਦੀ ਬੜੀ ਹੀ ਕਲਾਸਿਕ ਇੱਕ ਉਹ ਬੜਾ ਹੀ ਵੱਡਾ ਮਤਲਬ ਇੱਕ ਛੋਟੀ ਜਿਹੀ ਮਤਲਬ ਇੱਕ ਛੋਟੇ ਜਿਹੇ ਇੱਕ ਆਕਾਰ ਦੇ ਵਿੱਚ ਬੜਾ ਹੀ ਵੱਡੀ ਹਿਸਟਰੀ, ਉਹ ਪੂਰਾ ਇਤਿਹਾਸ ਸੀ ਉਸ। ਹਾਂਜੀ, ਉਹਦੇ ਵਿੱਚ ਪਿਤਾ ਜੀ ਦਾ ਇਹ ਸੀ ਕਿ ਗੁਰੂ ਸਾਹਿਬਾਨ ਦੀ ਜਿਹੜੀ ਸੋਚ ਹੈ ਉਸਾਰੂ, ਬਰਾਬਰੀ, ਭਾਈਚਾਰਾ ਔਰ ਜ਼ੁਲਮ ਔਰ ਜੱਦੋ-ਜਹਿਦ ਦੇ ਖਿਲਾਫ ਜੱਦੋ-ਜਹਿਦ, ਉਹਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਸੋਚ ਦੇ ਸਦਕਾ ਸਾਰੀ ਸਿੱਖ ਕੌਮ ਦੇ ਵਿੱਚ ਉਹ ਜਿਹੜੀ ਭਾਵਨਾ ਆਈ ਉਹਨੂੰ ਦਰਸਾਉਂਦੀਆਂ ਚੀਜ਼ਾਂ ਉਹਨਾਂ ਨੇ ਮਤਲਬ ਬਹੁਤ ਚਿੱਤਰੀਆਂ। ਜਿਸ ਤਰ੍ਹਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ, ਭਾਈ ਮਨੀ ਸਿੰਘ ਦੇ ਬੰਦ ਖਿੱਟੇ, ਮਤਲਬ ਸਿੱਖੀ ਸਿਦਕ ਔਰ ਸਿੱਖ ਸਿਧਾਂਤ ਦੀ ਗੱਲ ਜਿਹੜੀ ਜਿਨ੍ਹਾਂ ਚੀਜ਼ਾਂ ਦੇ ਵਿੱਚ ਪ੍ਰਗਟ। ਹੁਣ ਭਾਈ ਕਨ੍ਹਈਆ ਦੀ ਉਹ ਬੜੀ ਵਧੀਆ ਯੂਨੀਵਰਸਲ ਹੈਗੀ ਹੈ ਕਿ ਰੈੱਡ ਕਰਾਸ ਬਰਾਬਰੀ ਦਾ ਮਤਲਬ ਕਿ ਪਾਣੀ ਪਿਲਾਣਾ ਦੋਨੋਂ ਪਾਸੇ ਦੇ। ਉਹਨਾਂ ਨੇ ਦੋਨੋਂ ਹੀ ਪੇਂਟਿੰਗਸ ਵੀ ਬਣਾਈਆਂ। ਜਦੋਂ ਭਾਈ ਕਨ੍ਹਈਆ ਜੀ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਨੇ ਉਹ ਵੀ ਬਣਾਈ, ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੀ ਇਹ ਸੇਵਾ ਬਾਰੇ ਕੁਛ ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਬਈ ਇਹ ਤਾਂ ਦੇਖੋ ਦੂਜੇ ਸਿਪਾਹੀਆਂ ਨੂੰ ਵੀ ਪਾਣੀ, ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ, ਅਤੇ ਗੁਰੂ ਸਾਹਿਬ ਨੇ ਬੁਲਾਇਆ ਅਤੇ ਭਾਈ ਕਨ੍ਹਈਆ ਜੀ ਨੇ ਕਿਹਾ ਕਿ ਮੈਨੂੰ ਤਾਂ ਜੀ ਤੁਹਾਡਾ ਹੀ ਸਰੂਪ ਦਿਸਦਾ ਹੈ ਹਰ ਪਾਸੇ। ਅਤੇ ਗੁਰੂ ਸਾਹਿਬ ਬਹੁਤ ਖੁਸ਼ ਹੋਏ। ਉਹ ਕਹਿੰਦੇ ਵੀ ਤੁਸੀਂ ਸਾਡੇ ਜਿਹੜਾ ਮਿਸ਼ਨ ਆ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਅਤੇ ਅੱਗੇ ਤੋਂ ਜ਼ਖਮੀਆਂ ਦੀ ਮਰਹਮ ਪੱਟੀ ਵੀ ਕਰਿਆ ਕਰੋ। ਅਤੇ ਉਹ ਮਰਹਮ ਪੱਟੀ ਕਰਦਿਆਂ ਦੀ ਵੀ ਪੇਂਟਿੰਗ ਔਰ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਉਹ ਰੈੱਡ ਕਰਾਸ ਦੀ ਫਾਊਂਡੇਸ਼ਨ ਸੀ। ਰੈੱਡ ਕਰਾਸ ਤਾਂ ਬਹੁਤ ਪਿੱਛੋਂ ਆਈ ਹੈ, ਪਰ ਇਹ ਉਸ ਦਿਨ ਇਹ ਪ੍ਰਿੰਸੀਪਲ ਰੈੱਡ ਕਰਾਸ ਦਾ ਪ੍ਰਿੰਸੀਪਲ ਸੀ ਕਿ ਹਰ ਇੱਕ ਦੀ ਸੇਵਾ ਕਰਨੀ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਪਿਤਾ ਜੀ ਨੇ ਜ਼ਿਆਦਾ ਹਿਸਟੋਰੀਕਲ ਪੱਖ ਜਿਹੜਾ ਹੈਗਾ। ਪਰ ਜਿਹੜੀ ਚੀਜ਼ ਮੈਨੂੰ ਲੱਗੀ ਹੈ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ, ਹੁਣ ਤੁਸੀਂ ਚਮਕੌਰ ਦੀ ਗੜੀ ਦੀ ਗੱਲ ਲੈ ਲਓ ਵੀ ਉਹਨਾਂ ਨੇ ਇਤਿਹਾਸ ਦੇ ਵਿੱਚ ਤਾਂ ਮੇਰਾ ਖਿਆਲ ਅਸੀਂ ਸੈਂਕੜੇ ਪੰਨਿਆਂ ਦੇ ਵਿੱਚ ਉਹ ਸਟੋਰੀ ਲਿਖ ਸਕਦੇ ਹਾਂ, ਪਰ ਉਹਨਾਂ ਨੇ ਇੱਕ ਪਿਕਚਰ ਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਕਿ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਅਵਸਥਾ ਦੇਖ ਲਓ। ਇੱਕ ਤਾਂ ਉਹਨਾਂ ਦੇ ਚਿਹਰੇ 'ਤੇ ਆਉਂਦਾ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਮਤਲਬ ਉਹ ਪਿਕਚਰ ਦੇ ਵਿੱਚ ਇਹ ਤੁਕ ਦਾ ਸਾਫ਼ ਨਜ਼ਰ ਆਉਂਦਾ ਹੈ। ਉਹਨਾਂ ਦੀ ਆਈਜ਼ ਦੇ ਵਿੱਚ ਉਹ ਥੋੜ੍ਹਾ ਜਿਹਾ ਦੁੱਖ ਵੀ ਹੈ ਕਿ ਉਹਨਾਂ ਦੇ ਦੋਨੋਂ ਸਾਹਿਬਜ਼ਾਦੇ ਉਸੇ ਲੜਾਈ ਦੇ ਵਿੱਚ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ, ਔਰ ਨਾਲ ਇਹ ਵੀ ਹੈ ਕਿ ਵੀ ਮੈਂ ਨਿਸ਼ਚੈ ਕਰ ਆਪਣੀ, ਗੁੱਸਾ ਵੀ ਹੈ, ਪ੍ਰਾਈਡ ਵੀ ਹੈਗਾ, ਫਖਰ ਵੀ ਹੈਗਾ ਕਿ ਵੀ ਮੈਂ ਕਿਸੇ ਚੰਗੇ ਕੰਮ ਵਾਸਤੇ ਆਪਣੀ ਜ਼ਿੰਦਗੀ ਮਤਲਬ ਵਾਰ ਰਿਹਾ। ਹਾਂਜੀ, ਉਹ ਤੋਂ ਵੱਡੀ ਗੱਲ ਹੈ ਉਹ ਤੁਸੀਂ ਇਤਿਹਾਸ ਜਾਣਦੇ ਹੀ ਹੋ। ਜਦੋਂ ਫਿਰ ਦੁਬਾਰਾ ਆਪਣਾ ਦਮਦਮਾ ਸਾਹਿਬ ਮੁਕਤਸਰ ਦੀ ਜੰਗ ਤੋਂ ਬਾਅਦ ਇਕੱਠੇ ਹੋਏ ਅਤੇ ਫਿਰ ਉਹਦੇ ਮਾਤਾ ਜੀ ਵੀ ਸੀਗੇ ਅਤੇ ਉਹਨਾਂ ਨੇ ਪੁੱਛਿਆ ਵੀ ਕਿੱਥੇ ਨੇ ਮੇਰੇ ਲਾਲ, ਕਿੱਥੇ ਨੇ? ਅਤੇ ਅੱਗੇ ਸਿੱਖ ਸੰਗਤ ਜਿਹੜੀ ਜੁੜੀ ਸੀ ਗੁਰੂ ਸਾਹਿਬ ਨੇ ਉਹਨਾਂ ਵੱਲ ਇਸ਼ਾਰਾ ਕਿਹਾ ਕਰ ਬਈ ਇਹਨਾਂ ਦੇ ਸਿਰ ਤੋਂ ਮੈਂ 4 ਸੀਸ ਵਾਰ ਗਏ ਤਾਂ ਕੀ ਗੱਲ ਹੈ ਵੀ ਇਹ ਅੱਗੇ ਖਾਲਸਾ ਅੱਗੇ ਜਿਹੜਾ ਹਜ਼ਾਰਾਂ ਦੀ ਗਿਣਤੀ ਵਿੱਚ। ਔਰ ਉਹ ਅੱਜ ਦੀ ਸਥਿਤੀ 'ਚ ਆਪਾਂ ਦੇਖੀਏ ਹਿੰਦੁਸਤਾਨ ਤੋਂ ਬਾਹਰ ਕਿੱਥੇ ਕਿੱਥੇ ਖਾਲਸੇ ਦੀ ਸੋਚ ਫੈਲੀ ਹੋਈ ਆ। ਔਰ ਆਪਾਂ ਸਰੀ 'ਚ ਬੈਠੇ, ਸਰੀ ਤਾਂ ਲਾਰਜੈਸਟ ਖਾਲਸਾ ਡੇ ਪਰੇਡ ਇਨ ਦਾ ਵਰਲਡ ਹੁੰਦੀ ਹੈਗੀ ਆ। 5 ਮਤਲਬ 500 ਮਿਲੀਅਨ ਬੰਦਾ ਉੱਧਰ ਸੜਕ 'ਤੇ ਸਰੀ ਭਾਗਾਂ ਭਰੀ ਵੀ ਤਾਂ ਹੀ ਹੈ ਕਿ ਪੰਜਾਬੀਅਤ ਉੱਥੇ ਵਸਦੀ ਹੈ। ਗੁਰੂ ਸਾਹਿਬ ਦੀ ਮਤਲਬ ਉੱਥੇ ਹੈਗੀ ਹੈ, ਮਿਹਰ ਹੈਗੀ ਹੈ, ਆਸ਼ੀਰਵਾਦ ਹੈਗਾ ਉੱਥੇ। ਅਤੇ ਪਰ ਦੂਜਾ ਇਹ ਦੇਖਿਆ ਨਾ ਤੁਸੀਂ ਹੁਣ ਦੁਨੀਆ 'ਚ 3-4 ਬੜੇ ਵੱਡੇ ਆਰਟਿਸਟ ਨੇ, ਮਾਈਕਲ ਐਂਜਲੋ ਲੈ ਲਓ, ਵਿੰਸੀ ਲੈ ਲਓ। ਹੁਣ ਤੁਸੀਂ ਜਦੋਂ ਤੁਸੀਂ ਮਿਊਜ਼ੀਅਮ ਹੀ ਪੈਰਿਸ ਦੇ ਵਿੱਚ ਮਿਊਜ਼ੀਅਮ ਜਾਂਦੇ ਹੋ, ਮੋਨਾਲੀਜ਼ਾ ਵਗੈਰਾ ਦੇਖਦੇ ਹੋ, ਜਾਂ ਤੁਸੀਂ ਵੈਟੀਕਨ ਵਿੱਚ ਜਾਂਦੇ ਹੋ ਜਦੋਂ ਇਟਲੀ ਦੇ ਵਿੱਚ,
ਤੇ ਉੱਥੇ ਤੁਸੀਂ ਜੋ ਮਾਈਕਲ ਐਂਜਲੋ ਦੀਆਂ ਦੇਖਦੇ ਹੋ ਕਈ ਫੋਟੋਆਂ ਨੂੰ ਤੁਸੀਂ ਅਗਰ ਘੰਟਿਆਂ ਬੱਧੀ ਵੀ ਦੇਖਦੇ ਰਹੋ ਤੇ ਤੁਸੀਂ ਜਿੰਨੀ ਵਾਰੀ ਵੀ ਵੇਖੋ ਤੁਹਾਨੂੰ ਉਹਦੇ ਵਿੱਚੋਂ ਕੋਈ ਨਾ ਕੋਈ ਨਵਾਂ ਲੱਭਦਾ ਪਰ ਦੈਟ ਸ਼ੋਜ਼ ਕਿ ਵੀ ਇੱਕ ਆਰਡੀਨਰੀ ਅਗਰ ਮੈਂ ਦੇਖ ਰਿਹਾ ਕੋਈ ਇੱਕ ਆਰਡੀਨਰੀ ਬੰਦਾ ਦੇਖ ਰਿਹਾ ਤੇ ਮੈਨੂੰ ਤੇ 10 ਸਾਲ ਲੱਗ ਜਾਣਗੇ ਉਸ ਨੂੰ ਵੇਖਦਿਆਂ ਪਰ ਜਿਸ ਬੰਦੇ ਨੇ ਬਣਾਈ ਹੈ ਉਹਨੇ ਹੋ ਸਕਦਾ 2 ਸਾਲ 'ਚ ਜਾਂ 1 ਸਾਲ ਜਾਂ 4 ਸਾਲ 'ਚ ਬਣਾਈ ਹੋਵੇ ਪਰ ਕਿੰਨਾ ਵਿਜ਼ਨ ਹੋਏਗਾ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਵੀ ਬਰਸ਼ ਚੱਕਣ ਤੋਂ ਪਹਿਲੇ ਕਿੰਨੀ ਸਾਰੀ ਸਟੋਰੀ ਮਤਲਬ ਉਹਨਾਂ ਨੇ ਇੱਕ ਇਤਿਹਾਸਕ ਇੱਕ ਪਾਤਰ ਨੂੰ ਜੀਵਤ ਕਰ ਦਿੱਤਾ। ਹਾਂਜੀ ਬਿਲਕੁਲ ਸਭ ਲੋਕ ਜੀ ਇਸ ਤਰ੍ਹਾਂ ਕਿ ਅੱਜ ਕੱਲ੍ਹ ਤਾਂ ਹੁਣ ਸਾਇੰਟੀਫਿਕਲੀ ਉਹ ਮਤਲਬ ਰਿਸਰਚ ਵੀ ਉਹ ਵੀ ਆ ਚੁੱਕੀਆਂ ਨੇ ਵੀ ਬੰਦਾ ਜਿੰਨਾ ਨੌਲੇਜ ਆਪਣੀ ਲਾਈਫ 'ਚ ਗੇਨ ਕਰਦਾ ਉਹ 80% ਵਿਜ਼ੂਅਲੀ ਗੇਨ ਕਰਦਾ ਦੇਖ ਕੇ ਗੇਨ ਕਰਦਾ ਹੈਗਾ। ਸੋ ਜਿਹੜਾ ਹੁਣ ਜਿਸ ਤਰ੍ਹਾਂ ਗੁਰਇਤਿਹਾਸ ਹੈ ਜਿਸ ਤਰ੍ਹਾਂ ਮਾਈਕਲ ਐਂਜਲੋ ਦਾ ਕੰਮ ਆ ਮਾਈਕਲ ਐਂਜਲੋ ਦਾ ਕੰਮ ਹੁਣ ਪਿਛਲੇ ਦਿਨੀਂ ਇੱਥੇ ਵੈਨਕੂਵਰ ਦੇ ਵਿੱਚ ਵੀ ਮਾਈਕਲ ਐਂਜਲੋ ਦੇ ਵੈਟੀਕਨ ਜਿਹੜਾ ਕੰਮ ਕੀਤਾ ਉਹਦੀ ਐਗਜ਼ੀਬਿਸ਼ਨ ਲੱਗੀ ਸੀ ਔਰ ਮੈਂ ਉਹ ਦੇਖੀ ਔਰ ਉਹਦੇ ਬਾਰੇ ਮਾਈਕਲ ਐਂਜਲੋ ਦੇ ਬਾਰੇ ਜਿਹੜਾ ਫਿਲੋਸਫਰ ਗੇਟੇ ਜਰਮਨ ਉਹਦਾ ਇਹ ਕਹਿਣਾ ਸੀ ਕਹਿੰਦਾ ਵੀ ਜਦੋਂ ਤੱਕ ਲੋਕੀ ਸਿਸਟੀਨ ਚੈਪਲ ਦੀ ਸੀਲਿੰਗ ਨਹੀਂ ਨਾ ਦੇਖ ਲੈਂਦੇ ਔਰ ਉਹ ਸੀਲਿੰਗ 'ਤੇ ਬਣਾਉਣਾ ਮੈਂ ਗਿਆ ਹਾਂ ਆਪ ਤੁਸੀਂ ਜਾਣਾ ਕਿਧਰੇ ਮੌਕਾ ਮਿਲੇ ਅਤੇ ਮੈਂ ਗਿਆ ਹਾਂ ਉੱਥੇ ਮੈਂ ਕਾਫੀ ਟਾਈਮ ਲਗਾਇਆ ਜੋ ਤੁਸੀਂ ਉਹ ਸੀਲਿੰਗ ਵੱਲ ਵੇਖ ਕੇ ਤੁਹਾਨੂੰ ਵੇਖਦਿਆਂ ਥੱਕ ਜਾਂਦੇ ਹੋ ਤੁਸੀਂ ਉੱਪਰ ਪਰ ਉਸ ਬੰਦੇ ਨੇ ਉਹਦੇ 'ਤੇ ਬੈਠ ਕੇ ਜਾਂ ਸਪੋਰਟ ਲੈ ਕੇ ਅਤੇ ਲੇਟ ਕੇ ਬਣਾਈਆਂ ਨੇ ਉਹ। ਹਾਂਜੀ ਉਹ ਕਹਿੰਦੇ ਵੀ ਜਦ ਤੱਕ ਤੁਸੀਂ ਇਹ ਦੇਖ ਨਹੀਂ ਨਾ ਲੈਂਦੇ ਤੁਹਾਨੂੰ ਮਨੁੱਖ ਦੀ ਕ੍ਰੀਏਟਿਵ ਕੈਪੇਬਿਲਿਟੀ ਬਾਰੇ ਅੰਦਾਜ਼ਾ ਹੀ ਨਹੀਂ ਹੋ ਸਕਦਾ। ਬਿਲਕੁਲ ਨਹੀਂ ਹੋ ਬਿਲਕੁਲ ਠੀਕ ਤੁਸੀਂ ਕਹਿੰਦੇ ਹੋ ਔਰ ਮੈਂ ਕਦੀ ਕਦੀ ਇਹ ਸੋਚਦਾ ਕਿ ਕੋਈ ਅੰਤ ਹੀ ਨਹੀਂ ਹੈਗਾ ਪਰਫੈਕਸ਼ਨ ਦਾ ਨਾ ਬਿਲਕੁਲ ਔਰ ਜਾਂ ਤੁਸੀਂ ਕਹੋ ਵੀ ਇੱਕ ਜਿਹੜੀ ਐਕਸਟ੍ਰੀਮਨੈਸ ਦਾ ਕੋਈ ਅੰਤ ਹੀ ਨਹੀਂ ਹੈ। ਬਿਲਕੁਲ ਜਿਹੜਾ ਵੀ ਤੁਸੀਂ ਕਹਿੰਦੇ ਹੋ ਕਿ ਹੁਣ ਇਹ ਓਲੰਪਿਕ ਜਿੱਤਿਆ ਇਹ ਪਲੇਅਰ ਹੋ ਗਿਆ ਇਹ ਮਿਊਜ਼ਿਕ ਹੋ ਗਿਆ ਇਹ ਮਾਈਕਲ ਐਂਜਲੋ ਹੋ ਗਿਆ ਇਹ ਅੰਤ ਹੈ ਨਹੀਂ ਕੋਈ ਹੋਰ ਮਾਈਕਲ ਐਂਜਲੋ ਆ ਜਾਏਗਾ ਕੋਈ ਹੋਰ ਹੁਣ ਜਿਸ ਤਰ੍ਹਾਂ ਕਿਰਪਾਲ ਸਿੰਘ ਗਏ ਨੇ ਅਤੇ ਜਰਨੈਲ ਸਿੰਘ ਆ ਗਏ ਨੇ ਜਰਨੈਲ ਸਿੰਘ ਤੋਂ ਬਾਅਦ ਉਹਨਾਂ ਦਾ ਕੋਈ ਹੋਰ ਬੇਟਾ ਆ ਜਾਏਗਾ ਕੋਈ ਹੋਰ ਮੇਰਾ ਮਤਲਬ there is no end there is no end। ਇਹ ਤਾਂ ਤੁਸੀਂ ਬਹੁਤ ਚਲੋ ਮੇਰੇ ਦੋਸਤ ਹੋ ਅਤੇ ਮੇਰੀ ਵਡਿਆਈ ਕਰ ਰਹੇ ਹੋ ਜਿੰਨੀ ਉਹਨਾਂ ਦੀ ਓਰੀਜਨਲ ਟੇਲੈਂਟ ਕ੍ਰੀਏਟਿਵਿਟੀ ਸੀਗੀ ਮੈਂ ਸਮਝਦਾ ਵੀ ਮੈਂ ਤਾਂ ਉਹਦੇ 5% ਵੀ ਨਹੀਂ ਹੈਗਾ। ਯੂ ਆਰ ਹੈਡਿੰਗ ਟੂਵਰਡਸ ਦੈਟ ਕਿਉਂਕਿ ਰੂਹ ਤਾਂ ਉਹੀ ਹੈ ਨਾ ਇੰਸਪੀਰੇਸ਼ਨ ਵੀ ਹੋਈ ਹੈ ਔਰ ਜੈਨੇਟਿਕਲੀ ਬਲੱਡ ਵੀ ਹੋਈ ਹੈ ਔਰ ਉਹਨਾਂ ਦੀ ਆਸ਼ੀਰਵਾਦ ਹੀ ਤੁਹਾਡੇ ਨਾਲ ਹੈਗਾ ਕਿਉਂਕਿ ਜਿਹੜਾ ਕੰਮ ਉਹ ਨਹੀਂ ਕਰ ਸਕੇ ਸਡਨਲੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਅਚਾਨਕ ਡੈਥ ਹੋ ਗਈ ਪਰ ਜਿਹੜਾ ਕੰਮ ਉਹਨਾਂ ਕੋਲੋਂ ਨਹੀਂ ਹੋਇਆ ਅਤੇ ਕੁਦਰਤ ਨੇ ਉਹਨਾਂ ਨੂੰ ਤੁਸੀਂ ਦਿੱਤੇ ਹੋਏ ਸੀ ਅਤੇ ਉਹਨਾਂ ਨੇ ਤੁਹਾਡੇ ਜਿੰਮੇ ਲਾ ਦਿੱਤਾ। ਹਾਂਜੀ ਉਹ ਮੈਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਵੀ ਉਹ ਜਿਹੜਾ ਹਰ ਆਰਟ ਦੀ ਪ੍ਰੋਜਨੀ ਉਹਦੀ ਅੱਗੇ ਇੱਕ ਐਕਸਟੈਂਸ਼ਨ ਹੀ ਹੁੰਦੀ ਹੈ ਬਿਲਕੁਲ ਅਤੇ ਹਾਂਜੀ ਬਿਲਕੁਲ ਇਹ ਬਿਲਕੁਲ ਮਤਲਬ ਮੈਂ ਸਰ ਕਿਰਪਾਲ ਸਿੰਘ ਉਹਨਾਂ ਨੇ 2 ਚੀਜ਼ਾਂ 'ਚ ਤਾਂ ਬੜੀ ਉਹਨਾਂ ਦੀ ਮਹਾਰਤ ਸੀ ਇੱਕ ਯੋਧੇ ਹਾਂਜੀ ਜਰਨੈਲ ਲੜਾਈਆਂ ਵੱਖਰੇ ਲੜਾਈਆਂ ਦੇ ਸੀਨ ਚਾਹੇ ਗੁੱਡ ਔਰ ਬੈਡ ਜਾਂ ਜਿਸ ਤਰ੍ਹਾਂ ਵੀ ਹੈ ਹਰੀ ਸਿੰਘ ਨਲੂਏ ਲੈ ਲਓ ਕੁਦਰਤ ਵੀ ਲੈ ਲਓ ਉਹਨੂੰ ਪਿਕਚਰਾਈਜ਼ ਕਰਨਾ ਬਲਕਿ ਇੱਥੋਂ ਤੱਕ ਵੀ ਉਹਨਾਂ ਨੇ ਕੀਤਾ ਹੈ ਕਿ ਜਦੋਂ 65 ਦੀ ਵਾਰ ਹੋਈ ਉਦੋਂ ਵੀ ਸ਼ਹਾਦਤਾਂ ਹੋਈਆਂ ਉਦੋਂ ਵੀ ਜੰਗ ਹੋਈਆਂ ਉਦੋਂ ਵੀ ਕਮਾਲ ਕੀਤੇ ਲੋਕਾਂ ਨੇ ਅਤੇ ਪ੍ਰੈਜ਼ੈਂਟ ਇੰਡੀਅਨ ਆਰਮੀ ਦੇ ਵੀ ਉਹਨਾਂ ਨੇ ਕਈਆਂ ਦੇ ਮਤਲਬ ਉਹਨਾਂ ਦੇ ਕਈਆਂ ਨੇ ਚਿੱਤਰਕਾਰੀ ਕੀਤੀ ਹਾਂਜੀ ਉਹਨਾਂ ਨੇ ਬਣਾਈਆਂ ਜਿਹੜੀਆਂ ਪਾਕਿਸਤਾਨ ਜੰਗਾਂ ਹੋਈਆਂ ਇੱਕ ਬਰਕੀ ਦੀ ਬੈਟਲ ਬਹੁਤ ਮਸ਼ਹੂਰ ਹੋਈ ਸੀਗੀ ਅਤੇ ਉਹ ਜਗ੍ਹਾ ਜਾ ਕੇ ਦੇਖ ਕੇ ਆਏ ਫਿਰ ਉੱਧਰ ਜੰਮੂ ਕਸ਼ਮੀਰ ਦੇ ਵਿੱਚ ਬੈਟਲ ਆਫ ਓਪੀ ਹਿੱਲ ਬੜੀ ਮਾਰਕੇ ਦੀ ਇੱਕ ਜੰਗ ਹੋਈ ਸੀ ਉਹ ਵੀ ਉਹਨਾਂ ਨੇ ਪੇਂਟ ਕੀਤੀ ਅਤੇ ਇਸੇ ਕਰਕੇ ਨਾ ਬਹੁਤ ਸਾਰੇ ਆਰਮੀ ਜਨਰਲ ਔਰ ਆਰਮੀ ਪਰਸਨਲ ਜਨਰਲ ਸੁਬੇਗ ਸਿੰਘ ਵਗੈਰਾ ਔਰ ਉਹ ਸਾਰੇ ਉਹਨਾਂ ਦੇ ਨਾਲ ਕਾਫੀ ਇਨਵੋਲਵ ਇਸੇ ਕਰਕੇ ਕਿਉਂਕਿ ਹੀ ਸਪੈਸ਼ਲਾਈਜ਼ਸ ਕਿ ਇਨ ਆਰਮਾਮੈਂਟ ਆਰਮੀ ਵਾਰ ਘੋੜੇ ਹਾਥੀ ਹਥਿਆਰ ਉਹ ਸਾਰੇ ਉਸ ਚੀਜ਼ ਨਾ ਉਹਨਾਂ ਦੀ ਸਪੈਸ਼ਲਿਟੀ ਸੀ। ਉਹ ਤਾਂ ਉਹਨਾਂ ਦੀਆਂ ਪੇਂਟਿੰਗ ਦੇਖ ਕੇ ਤੁਸੀਂ ਉਸ ਮੌਕੇ ਦੇ ਵਿੱਚ ਉਸ ਟਾਈਮ ਦੀਆਂ ਐਥੋਜ਼ ਉਹਦੇ ਨੇੜੇ ਪਹੁੰਚ ਜਾਂਦੇ ਹੋ ਉਹ ਜਿਹੜੇ ਕਰੈਕਟਰ ਸੀ ਜਾਂ ਮਾਹੌਲ ਉਦੋਂ ਉਸ ਤਰ੍ਹਾਂ ਦਾ ਹੁੰਦਾ ਸੀਗਾ ਔਰ ਮਤਲਬ ਮੈਂ ਇਟਸ ਅਮੇਜ਼ਿੰਗ ਕਿ ਮੈਂ ਬਈ
ਇੰਨੀ ਇਮੇਜਿਨੇਸ਼ਨ ਉਹਨਾਂ ਦੀ। ਇੱਕ ਸੇਂਟ ਪੇਂਟਰ ਸੀ ਜਿਹਦੇ ਵਿੱਚ ਵਾਰੀਅਰ ਕੁਆਲਿਟੀਜ਼ ਵੀ ਹੈਗੀਆਂ ਸੀ। ਜਿਵੇਂ ਸਾਡੇ ਗੁਰੂ ਸਾਹਿਬ ਵਿੱਚ ਵੀ ਤਾਂ ਇਹੀ ਹੈ ਨਾ ਕਿ ਭਗਤੀ ਵੱਲ ਵੀ ਬਹੁਤ ਜ਼ਿਆਦਾ ਸਨ, ਪਰ ਜਦੋਂ ਲੋੜ ਪਈ ਹੈ ਤਲਵਾਰ ਉਠਾਉਣ ਦੀ, ਤੇ ਹੁਣ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਓ, ਜੇ ਤੁਸੀਂ ਉਹਨਾਂ ਦਾ ਨੌਲੇਜ ਦੇਖੋ, ਉਹਨਾਂ ਦੀ ਲੈਂਗੁਏਜ ਦੀ ਕਮਾਂਡ ਦੇਖੋ, ਸੰਸਕ੍ਰਿਤ, ਪਰਸ਼ੀਅਨ, ਅਰਬੀ ਇਹ ਵਗੈਰਾ ਇੰਨੀ ਔਰ ਇੰਨਾ ਕੁਝ ਕਰਕੇ, ਪਰ ਜੇ ਜੰਗ ਦੀ ਕਮਾਲ ਵੇਖੋ ਤੇ ਉਹ ਵੀ ਕਮਾਲ ਸੀ, ਮਤਲਬ ਸੋ ਲਾਈਕ ਦੈਟ। ਅਤੇ ਸਰਦਾਰ ਕਿਰਪਾਲ ਸਿੰਘ ਹੋਰਾਂ ਨੇ ਇਹਦੇ ਨਾਲ ਨਾਲ ਸ਼ਹਾਦਤਾਂ ਦੇ ਉੱਤੇ ਵੀ ਬੜਾ ਕੁਛ, ਮਤਲਬ ਉਹ ਵੀ ਉਹ ਪਾਸਾ ਉਹਨਾਂ ਦਾ ਨਾ ਬੜਾ ਹੀ ਸੌਖਾ ਹੈ ਕਿ ਸ਼ਹੀਦੀਆਂ, ਜਿਵੇਂ ਭਾਈ ਬੰਨੀ ਸਿੰਘ ਦੀ। ਐਕਚੁਅਲੀ ਜਦੋਂ ਉਹ 1956 ਦੇ ਵਿੱਚ ਉਹਨਾਂ ਨੂੰ SGPC ਉੱਥੇ ਅੰਮ੍ਰਿਤਸਰ ਉਹਨਾਂ ਨੂੰ ਲੈ ਕੇ ਗਏ, ਅਤੇ ਫਿਰ ਉਹ ਸੈਂਟਰਲ ਸਿੱਖ ਮਿਊਜ਼ੀਅਮ ਦਾ ਕੰਮ ਸ਼ੁਰੂ ਹੋਇਆ, ਕੇਂਦਰੀ ਸਿੱਖ ਕਰ। ਉਸ ਟਾਈਮ ਉਹਨਾਂ ਨੇ ਜਿਹੜੇ ਪਹਿਲੇ ਚਿੱਤਰ ਬਣਾਏ ਉਹਦੇ 'ਚ ਉਹੀ ਨੇ ਸ਼ਹੀਦੀਆਂ ਦੇ, ਜਿਹੜਾ ਆਪਾਂ ਰੋਜ਼ ਗੁਰਦੁਆਰਿਆਂ ਦੀ ਅਰਦਾਸ 'ਚ ਆਪਾਂ ਯਾਦ ਕਰਦੇ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ ਕਟਾਏ, ਚਰਖੜੀਆਂ ਦੇ ਚੜ੍ਹੇ, ਖੋਪੜੀਆਂ ਲੋਹਾਈਆਂ, ਮਾਤਾਵਾਂ ਨੇ ਸਵਾ ਮਣ ਪੀਸੇ। ਉਹ ਸਾਰੀਆਂ ਚੀਜ਼ਾਂ ਮਤਲਬ ਇੱਕ ਥੀਮਿਕ ਉਹ ਯੂਨਿਟੀ ਰੱਖ ਕੇ ਪੇਂਟ ਕੀਤੇ ਸ਼ੁਰੂ ਦੇ ਵਿੱਚ। ਫਿਰ ਉਦੋਂ ਜਰਨੈਲ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਪਹਿਲਾ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਜਿਹਨੇ ਰਾਜ ਕਾਇਮ ਕੀਤਾ, ਗੁਰੂ ਸਾਹਿਬ ਦੇ ਨਾਂ ਦਾ ਸਿੱਕਾ ਚਲਾਇਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਮਤਲਬ ਕੌਨਸ਼ੀਅਸਲੀ ਇਹ ਸੋਚ ਕੇ ਪੇਂਟ ਕੀਤੀਆਂ ਬਈ। ਮਤਲਬ ਮੈਂ ਸੋਚਾਂ ਜੇ ਅੱਜ ਆਪਾਂ ਇਤਿਹਾਸ ਦੇ ਉਹਨਾਂ ਸੂਰਬੀਰਾਂ ਨੂੰ ਜਾਣਦੇ ਅਤੇ ਉਹਨਾਂ ਦੀ ਚਿੱਤਰਾਂ ਰਾਹੀਂ, ਕਿਉਂਕਿ ਉਦੋਂ ਪਹਿਲਾਂ ਤਾਂ ਕੋਈ ਹੈ ਨਹੀਂ ਸੀ, ਬਿਲਕੁਲ ਵਾਕਫੀਅਤ ਉਹਨਾਂ ਨਾਲ ਸਾਨੂੰ ਇੰਟਰੋਡਿਊਸ ਕਰਾਤਾ, ਉਹਨਾਂ ਦੀਆਂ ਪੇਂਟਿੰਗ ਨੇ ਦਿੱਤੀ ਸਾਨੂੰ, ਬਿਲਕੁਲ ਇੰਟਰੋਡਕਸ਼ਨ ਦੇ ਦਿੱਤੀ ਉਹਨਾਂ ਦੀ, ਔਰ ਇੱਕ ਸਦੀਵੀ ਯਾਦ ਦੇ ਦਿੱਤੀ ਹੈ। ਬਿਲਕੁਲ ਕਰੈਕਟ। ਹੁਣ ਅੱਜ ਦੀ ਡੇਟ 'ਚ ਕੋਈ ਜੇ ਉਹਨਾਂ ਦੇ ਬਾਬਾ ਦੀਪ ਸਿੰਘ ਹੋਰਾਂ ਨਾਲੋਂ ਵੱਖਰਾ ਬਾਬਾ ਦੀਪ ਸਿੰਘ ਬਣਾਊਗਾ ਤਾਂ ਲੋਕਾਂ ਨੇ ਇਹ ਕਹਿਣਾ ਵੀ ਇਹਦੀ ਸ਼ਕਲ ਨਹੀਂ ਰਲਦੀ। ਉਹਨਾਂ ਨੇ ਨਾ ਇੱਕ ਲੈਂਡਮਾਰਕ ਕ੍ਰੀਏਟ ਕਰ ਦਿੱਤਾ, ਇਮੇਜ ਇੱਕ ਇਹੋ ਜਿਹੀ ਪਰਸਨੈਲਿਟੀ ਦਾ ਕ੍ਰੀਏਟ ਕਰ ਦਿੱਤਾ ਕਿ ਉਹ ਲੋਕਾਂ ਦੇ ਮਨਾਂ 'ਚ ਵਸ ਗਏ ਵੀ ਇਹੋ ਜਿਹੇ ਹੀ ਹੁੰਦੇ ਹੋਣਗੇ। ਉਹਨਾਂ ਨੇ ਨਾ ਉਹ ਯੋਧਿਆਂ ਦਾ ਨਾ ਜਾਂ ਜਰਨੈਲਾਂ ਦਾ ਜਾਂ ਉਹ ਸ਼ਹਾਦਤ ਦਾ ਮਤਲਬ ਇੱਕ ਹਾਈਟ 'ਤੇ ਲਿਜਾ ਕੇ ਨਾ ਇੱਕ ਪਰਮਾਨੈਂਟ ਇਮੇਜ ਕ੍ਰੀਏਟ ਕਰ ਦਿੱਤੀ ਕਿ ਜੇ ਸ਼ਹਾਦਤ ਹੈਗੀ ਤੇ ਇਸ ਤਰ੍ਹਾਂ ਦੀ ਹੈਗੀ ਹੈ, ਜੇ ਖੋਪੜੀ ਮਤਲਬ ਲਵਾਣੀ ਹੈ ਜਾਂ ਕੁਰਬਾਨੀ ਦੇਣੀ ਹੈ, ਜਾਂ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਦੇ ਉੱਤੇ, ਜਾਂ ਗੁਰੂ ਤੇਗ ਬਹਾਦਰ, ਉਹਨਾਂ ਨੇ ਨਾ ਮਤਲਬ ਹਰ ਚੀਜ਼ ਦਾ ਨੇ ਇੱਕ ਲੈਂਡਮਾਰਕ ਬਣਾਤਾ ਹੈ ਕਿ ਦਿਸ ਇਜ਼ ਦੀ ਅਲਟੀਮੇਟ, ਇਸ ਤੋਂ ਬਿਯੋਂਡ ਨਹੀਂ ਹੋ ਸਕਦਾ। ਪਰ ਮੈਂ ਜ਼ਰੂਰ ਇਹ ਕਹਾਂਗਾ ਵੀ ਸਾਡੇ ਕੌਮ ਦੇ ਵਿੱਚ ਇਹ ਰਵਾਇਤ ਹੈ ਕਿ ਤਕਰੀਬਨ ਅਸੀਂ ਹਰ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ। ਜੇ ਪ੍ਰਕਾਸ਼ ਨਹੀਂ ਕੀਤਾ ਹੁੰਦਾ ਤਾਂ ਥੋੜ੍ਹਾ ਜਿਹਾ ਇੱਕ ਪੂਜਾ ਸਥਾਨ ਜ਼ਰੂਰ ਬਣਾਇਆ ਹੁੰਦਾ ਹੈ ਜਿੱਥੇ ਅਸੀਂ ਅਰਦਾਸ ਕਰਦੇ ਹਾਂ। ਉੱਥੇ ਕੋਈ ਨਾ ਕੋਈ ਫੋਟੋ ਗੁਰੂ ਨਾਨਕ ਦੇਵ ਜੀ ਦੀ ਜਾਂ ਕਿਸੇ ਨਾ ਕਿਸੇ ਦੀ। ਮੇਰੀ ਇਹ ਦਿਲੀ ਖਾਸ਼ ਹੈ ਔਰ ਮੇਰੀ ਇਹ ਦਰਖਾਸਤ ਹੈ ਹਰ ਆਪਣੇ ਸਰੋਤੇ ਨੂੰ ਵੀ ਕਿ ਵੀ ਜਿੱਥੋਂ ਤੱਕ ਹੋ ਸਕੇ ਆਪਣੇ ਉਹਨਾਂ ਅਰਦਾਸ ਵਾਲੀ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਆਪਣੇ ਗੁਰੂ ਸਾਹਿਬਾਨ ਦਾ ਨਾਂ ਲੈਂਦੇ ਹੋ, ਉੱਥੇ ਇਹ ਆਪਣੇ ਉਹਨਾਂ ਦੇ ਕਾਰਨਾਮਿਆਂ ਦੀਆਂ ਚਿੱਤਰਕਾਰੀ ਦੀ ਵੀ ਨਾ ਇੱਕ ਜਾਂ ਦੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ। ਕੋਈ ਵੀਰ ਰਸਤੇ 'ਚ ਹੈਗੇ ਨੇ, ਕੋਈ ਭਗਤੀ ਰਸਤੇ 'ਚ ਨੇ, ਕੋਈ ਸ਼ਹਾਦਤ ਦੇ ਵੀ ਨੇ, ਜੋ ਵੀ ਤੁਹਾਡਾ ਮਨ ਲੱਗਦਾ ਉੱਥੇ ਉਹਨਾਂ ਦੀ ਨਾ ਇੱਕ ਦੋ ਫੋਟੋਆਂ ਜ਼ਰੂਰ ਰੱਖੋ। ਅਤੇ ਘਰਾਂ ਦੇ ਤੁਹਾਡੇ ਟੇਬਲਾਂ ਦੇ ਉੱਤੇ ਜਨਰਲੀ ਕੀ ਹੁੰਦਾ ਕਿ ਐਲਬਮਸ ਪਈਆਂ ਹੁੰਦੀਆਂ ਨੇ, ਤੁਹਾਡੇ ਬੱਚਿਆਂ ਦੇ ਬਚਪਨ ਤੋਂ ਲੈ ਕੇ ਦੀਆਂ ਫੋਟੋਆਂ, ਤੁਹਾਡੇ ਮੈਰਿਜ ਦੀਆਂ ਫੋਟੋਆਂ। ਅਤੇ ਕੋਸ਼ਿਸ਼ ਕਰੋ ਕਿ ਹਰ ਘਰ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਮਤਲਬ ਜਿਹੜੀਆਂ ਹੈਗੀਆਂ ਨਾ ਕੀ ਕਹਿੰਦੇ ਨੇ ਅਮਰ ਜਿਹੜੀਆਂ ਇਹ ਹੈਗੀਆਂ ਨੇ ਕਾਰਨਾਮੇ ਅਮਤ ਜਿਹੜੀਆਂ ਬਿਲਕੁਲ ਅਮਰ ਹੋ ਗਈਆਂ ਨੇ ਜਿਹੜੀਆਂ ਇਹ ਲਿਖਤਾਂ ਜਾਂ ਜਿਹੜੀਆਂ ਕਿਤਾਬਾਂ ਜਾਂ ਇਹ ਚਿੱਤਰਕਾਰੀ ਉਹ ਜ਼ਰੂਰ ਤੁਹਾਡੇ ਟੇਬਲ ਦੇ ਉੱਤੇ, ਕਿਉਂਕਿ ਜੇ ਸਾਰੇ ਬੱਚੇ ਨਹੀਂ ਤਾਂ ਹੋ ਸਕਦੇ ਅੱਧੇ ਬੱਚੇ, ਕੋਈ ਬੱਚਾ ਕੋਈ ਗੈਸਟ ਹੀ ਫਲਿੱਪ ਕਰੇਗਾ, ਸ਼ਾਇਦ ਉਸ ਨੂੰ ਕੋਈ ਚੀਜ਼ ਚੰਗੀ ਕੀ ਕਿਹਾ ਜਾ ਸਕਦਾ, ਕਿੱਥੇ ਕਿਸ ਨੂੰ ਮਤਲਬ ਕੋਈ ਨਵੀਂ ਚੀਜ਼ ਬਣ ਜਾਏ, ਨਵੀਂ ਚੀਜ਼ ਲੱਗ ਜਾਏ। ਇਹ ਐਕਚੁਅਲੀ ਸਾਡਾ ਸਬਜੈਕਟ ਇੰਨਾ ਜ਼ਿਆਦਾ ਰੋਚਕ ਹੈਗਾ ਕਿ ਮੈਨੂੰ
ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਟਾਈਮ ਨਿਕਲ ਜਾਂਦਾ ਔਰ ਫਲਾਈ ਕਰ ਜਾਂਦਾ। ਮੈਂ ਵੈਰੀ ਸੌਰੀ, ਮੈਂ ਆਪਣੇ ਸਰੋਤਿਆਂ ਕੋਲੋਂ ਮਾਫੀ ਮੰਗਦਾ ਕਿਉਂਕਿ ਮੈਂ ਤੁਹਾਡੀਆਂ ਕਾਲਸ ਨਹੀਂ ਲੈ ਸਕਿਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਸਬਜੈਕਟ ਹੀ ਇੰਨੇ ਇੰਟਰਸਟਿੰਗ ਔਰ ਇੰਨੇ ਲੰਬੇ ਹੁੰਦੇ ਨੇ ਕਿ ਟਾਈਮ ਹੀ ਨਹੀਂ ਨਿਕਲਦਾ। ਅਸੀਂ ਕੋਸ਼ਿਸ਼ ਕਰਾਂਗੇ ਲਾਸਟ ਹਾਫ ਐਨ ਆਵਰ ਦੇ ਵਿੱਚ। ਦੇਖਣੇ 'ਚ ਆਇਆ ਹੈ ਕਿ ਕਿਸੇ ਵੀ ਚਿੱਤਰਕਾਰ ਜਾਂ ਆਰਟਿਸਟ ਵਾਸਤੇ ਸਭ ਤੋਂ ਵੱਡੀ ਜਿਹੜੀ ਰੈਕਗਨਾਈਜੇਸ਼ਨ ਜਾਂ ਉਹਦੀ ਪਹਿਚਾਣ ਹੁੰਦੀ ਹੈ ਉਹ ਐਗਜ਼ੀਬਿਸ਼ਨਸ ਦੇ ਉੱਤੇ ਹੁੰਦੀ ਹੈ। ਐਗਜ਼ੀਬਿਸ਼ਨ ਦੇ ਵਿੱਚ ਪ੍ਰਸ਼ੰਸਕ ਜਾਂ ਉਹਨਾਂ ਦੇ ਆਰਟ ਦੇ ਖਰੀਦਦਾਰ ਜਾਂ ਪਰਚੇਜ਼ਰ ਹੁੰਦੇ ਨੇ। ਮੈਂ ਸਰਦਾਰ ਜਰਨੈਲ ਸਿੰਘ ਜੀ ਕੁਛ ਤੇ ਪਹਿਲੇ ਪਿਤਾ ਜੀ ਬਾਰੇ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਕੁਛ ਐਗਜ਼ੀਬਿਸ਼ਨਸ ਬਾਰੇ ਕੁਛ ਥੋੜ੍ਹਾ ਜਿਹਾ ਜ਼ਿਕਰ ਦੱਸੋ ਸਾਨੂੰ। ਹਾਂਜੀ, ਉਹਨਾਂ ਦੀ ਜਿਹੜੀ ਪਹਿਲੀ ਐਗਜ਼ੀਬਿਸ਼ਨ ਹੈਗੀ ਉਹ ਦਿਆਲ ਸਿੰਘ ਕਾਲਜ ਕਰਨਾਲ ਦੇ ਵਿੱਚ ਲੱਗੀ ਸੀਗੀ, ਔਰ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਐਗਜ਼ੀਬਿਸ਼ਨ ਸੀ ਉਹ ਜਲੰਧਰ ਲਾਇਲਪੁਰ ਖਾਲਸਾ ਕਾਲਜ ਵਿੱਚ ਲੱਗੀ ਸੀ, ਔਰ ਉਦੋਂ ਗੁਰਬਚਨ ਸਿੰਘ ਤਾਲਬ ਪ੍ਰਿੰਸੀਪਲ ਹੁੰਦੇ ਸੀਗੇ। ਔਰ ਉਸ ਐਗਜ਼ੀਬਿਸ਼ਨ ਤੋਂ ਹੀ ਉਹਨਾਂ ਦਾ ਜਿਹੜਾ ਸਮਝੋ ਇਹ ਮਿਸ਼ਨ ਸੀ ਗੁਰੂਆਂ ਦੇ ਮੈਸੇਜ ਨੂੰ ਪੇਂਟ ਕਰਨ ਦਾ, ਉਹ ਨੇ ਕੰਕਰੀਟ ਸ਼ੇਪ ਲਈ ਕਿ ਉਹਨਾਂ ਦਿਨਾਂ ਵਿੱਚ ਪ੍ਰੋਫੈਸਰ ਸਤਵੀਰ ਸਿੰਘ ਉਦੋਂ ਪ੍ਰੋਫੈਸਰ ਹੁੰਦੇ ਸੀ, ਉਹ ਉੱਤੇ ਪੜ੍ਹਾਉਂਦੇ ਸੀਗੇ ਖਾਲਸਾ ਕਾਲਜ ਦੇ ਵਿੱਚ। ਔਰ ਉਹਨਾਂ ਨੇ ਦੇਖਿਆ ਕਿ ਇਹ ਮਤਲਬ ਬਹੁਤ ਚੰਗਾ ਕੰਮ ਹੈਗਾ, ਵਧੀਆ ਕਲਾਕਾਰ ਹੈ, ਅਤੇ ਕਿਉਂ ਨਾ ਇਹਦੀਆਂ ਸੇਵਾਵਾਂ ਲਈਆਂ ਜਾਣ। ਅਤੇ ਉਹ ਉਦੋਂ ਜਿਹੜੀ SGPC ਦੀ ਧਰਮ ਪ੍ਰਚਾਰ ਕਮੇਟੀ ਸੀ ਉਹਦੇ ਵਿੱਚ ਸੀਗੇ, ਅਤੇ ਉਹਨਾਂ ਦੇ ਫਿਰ ਉਹਨਾਂ SGPC ਨਾਲ ਗੱਲਬਾਤ ਕੀਤੀ ਕਿ ਦੇਖੋ ਆਰਟਿਸਟ ਹੈਗਾ ਔਰ ਆਪਾਂ ਇਹਨਾਂ ਤੋਂ ਕੰਮ ਕਰਵਾਈਏ। ਉਦੋਂ ਫਿਰ ਉਹ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ ਉੱਥੇ ਉਹਨਾਂ ਨੇ ਪੇਂਟਿੰਗਸ ਬਣਾਈਆਂ, ਔਰ ਜਿਹੜੇ ਸਮੁੱਚੀ ਪਹਿਲਾਂ ਅਰਦਾਸ ਚਿੱਤਰੀ ਸਿੱਖ ਜਰਨੈਲਾਂ ਦੇ ਚਿੱਤਰ ਉਹ ਬਣਾਏ। ਮਤਲਬ ਕਿ ਜਿਹੜਾ ਅਰਦਾਸ ਦੇ ਵਿੱਚ ਆਪਾਂ ਜਿਹੜਾ ਸਾਰਾ ਸਿੱਖ ਇਤਿਹਾਸ ਯਾਦ ਕਰਦੇ ਹਾਂ ਰੋਜ਼ਾਨਾ ਗੁਰਦੁਆਰਿਆਂ। ਪ੍ਰੋਫੈਸਰ ਸਤਵੀਰ ਸਿੰਘ ਦੀ ਬੜੀ ਵੱਡੀ ਦੇਣ ਹੈਗੀ ਇਸ ਸਿੱਖ ਨੂੰ। ਅਤੇ ਉਹਨਾਂ ਨੇ ਮਤਲਬ ਉਹਨਾਂ ਦੇ ਵਿਚਲੀ ਉਹ ਜਿਹੜੀ ਸੀ ਚਿਣਗ ਸੀਗੀ ਉਹਨੂੰ ਪਛਾਣ ਲਿਆ, ਅਤੇ ਫਿਰ 56 ਤੋਂ ਉਹਨਾਂ ਨੇ 2 ਸਾਲ ਲਗਾਤਾਰ ਇਹ ਸਾਰਾ ਸਿੱਖ ਇਤਿਹਾਸ ਚਿੱਤਰਿਆ। ਅਤੇ ਫਿਰ 1958 ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਦਰਬਾਰ ਸਾਹਿਬ ਵਿਖੇ ਆਪਾਂ ਦੇਖਦੇ ਹਾਂ ਉਹਦਾ ਰਸਮੀ ਉਦਘਾਟਨ ਹੋਇਆ। ਅਤੇ ਉਸ ਤੋਂ ਬਾਅਦ ਫਿਰ 6 ਸਾਲ ਉੱਥੇ ਕੰਮ ਕੀਤਾ, ਫਿਰ ਦਿੱਲੀ ਆ ਗਏ। ਦਿੱਲੀ ਕਾਫੀ ਉੱਥੇ ਗੋਲਡਨ ਟੈਂਪਲ 'ਚ ਵੀ ਕਾਫੀ ਰੈਕਗਨਾਈਜੇਸ਼ਨ ਕਿਉਂਕਿ ਉਸ ਅਜਾਇਬ ਘਰ 'ਚ ਕਿਉਂਕਿ ਜਿਹੜਾ ਵੀ ਸ਼ਰਧਾਲੂ ਜਾਂਦਾ ਦਰਬਾਰ ਸਾਹਿਬ ਉੱਥੇ ਅਜਾਇਬ ਘਰ ਤਾਂ ਦੇਖਦਾ ਅਜਾਇਬ ਘਰ, ਔਰ ਉੱਥੇ ਪਹਿਲੀ ਵਾਰੀ ਸੀ ਕਿ ਇਸ ਤਰ੍ਹਾਂ ਇਤਿਹਾਸ ਚਿੱਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ। ਔਰ ਉਹ ਪਿਤਾ ਜੀ ਦੱਸਦੇ ਹੁੰਦੇ ਵੀ ਕਈ ਤਾਂ ਲੋਕੀ ਉੱਥੇ ਮਤਲਬ ਉਹ ਜਿਹੜੇ ਸਿੰਘਣੀਆਂ ਅਤੇ ਜ਼ੁਲਮ ਜਾਂ ਹੋਰ ਉਹ ਜਿਹੇ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਮੈਂ ਖੁਦ ਕਈ ਤਸਵੀਰਾਂ ਦੇਖ ਕੇ ਪਹਿਲੀ ਵਾਰੀ ਰੈਕਗਨਾਈਜ਼ ਕੀਤਾ ਹੈ ਕਿ ਇਹ ਵੀ ਇਤਿਹਾਸ 'ਚ ਹੋਇਆ ਹੈ। ਹਾਂਜੀ, ਕਿਉਂਕਿ ਇਤਿਹਾਸ ਪੜ੍ਹਨ ਲੱਗਿਆ ਤੇ ਘੰਟਿਆਂ ਬੱਧੀ ਤੁਹਾਨੂੰ ਚਾਹੀਦੇ ਨੇ, ਦਿਨਾਂ ਦੇ ਦਿਨ ਚਾਹੀਦੇ ਨੇ। ਪਿਕਚਰ ਤੇ ਤੁਸੀਂ 15 ਮਿੰਟ 'ਚ ਰਾਊਂਡ ਲਾ ਲਿਆ ਐਂਡ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ। ਅਤੇ ਉਹ ਲੋਕੀ ਬਹੁਤ ਹੀ ਮਤਲਬ ਪ੍ਰਭਾਵਿਤ ਹੁੰਦੇ ਸੀ ਔਰ ਦੇਖਦੇ ਸੀ ਵੀ ਕਿਉਂਕਿ ਜਿਹੜੀ ਸੁਣਨ ਵਾਲੀ ਚੀਜ਼ ਹੈ ਜੇ ਆਪਾਂ ਰੋਜ਼ ਅਰਦਾਸ 'ਚ ਸੁਣਦੇ, ਪਰ ਹੁਣ ਜਦੋਂ ਸਾਹਮਣੇ ਸਾਕਾਰ ਹੋਇਆ ਦੇਖਦੇ ਹਾਂ ਕਿ ਇੰਨਾ ਜ਼ੁਲਮ ਹੋਇਆ। ਫਿਰ ਉਸ ਤੋਂ ਮਤਲਬ ਉਸ ਅਰਦਾਸ ਦਾ ਨਾ ਮਤਲਬ ਜਿਹੜੀ ਉਹ ਕੁਰਬਾਨੀਆਂ ਦਾ ਜ਼ਿਕਰ ਅਤੇ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਨਾ, ਉਹ ਪਿਕਚਰ ਸਾਹਮਣੇ ਆ ਕੇ ਫਿਰ ਉਹ ਪਰ ਮੀਨਿੰਗ ਨਜ਼ਰ ਆ ਜਾਂਦਾ, ਵਿਜ਼ੂਅਲਸ ਬਣ ਜਾਂਦੇ। ਕਿੰਨੀਆਂ ਕੁਰਬਾਨੀਆਂ ਗੁਰੂ ਸਾਹਿਬ ਨੇ ਔਰ ਸਿੱਖਾਂ ਨੇ ਧਰਮ ਦੇ ਖਾਤਰ ਸਹਿਣ ਕੀਤੀਆਂ। ਅਤੇ ਉਸ ਤੋਂ ਬਾਅਦ ਫਿਰ ਦਿੱਲੀ ਚਲੇ ਗਏ। ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿਹੜਾ ਅਜਾਇਬ ਘਰ ਆ ਉਹਦੇ ਵਾਸਤੇ ਚਿੱਤਰ ਬਣਾਏ, ਔਰ ਫਿਰ ਉੱਥੇ ਦਿੱਲੀ ਵੀ ਐਗਜ਼ੀਬਿਸ਼ਨ ਲਾਈ। ਅਤੇ ਉਸ ਤੋਂ ਬਾਅਦ ਫਿਰ ਦਰਅਸਲ 1966 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ 300 ਸਾਲਾ ਸ਼ਤਾਬਦੀ ਸੀ, ਅਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਉਹ ਪਹਿਲਾਂ ਪਿਤਾ ਜੀ ਨੂੰ ਮਿਲ ਚੁੱਕੇ ਸੀ, ਅੰਮ੍ਰਿਤਸਰ ਆ ਕੇ ਉਹਨਾਂ ਦਾ ਕੰਮ ਦੇਖ ਚੁੱਕੇ ਸੀ। ਉਦੋਂ ਦਿੱਲੀ ਹੁੰਦੇ ਸੀਗੇ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ। ਰੰਧਾਵਾ ਸਾਹਿਬ ਦੀ ਵੀ ਪੰਜਾਬੀਅਤ ਨੂੰ ਬੜੀ ਕੰਟਰੀਬਿਊਸ਼ਨ। ਹਾਂਜੀ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ। ਅਤੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਪੇਂਟਿੰਗ ਸੀ ਉਹ ਬਣਾਈਆਂ ਦਿੱਲੀ ਸੀਗੀਆਂ, ਔਰ ਦਿੱਲੀੋਂ ਫਿਰ ਉਹ ਜਦੋਂ ਪਟਿਆਲੇ ਉੱਤੇ ਲੈ ਕੇ ਆਉਣੀਆਂ ਸੀਗੀਆਂ
ਤਾਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਪਟਿਆਲੇ ਤਾਂ ਮੈਂ ਆਇਆ, ਅਤੇ ਉਦੋਂ ਚਿਰ ਤੱਕ ਡਾਕਟਰ MS ਰੰਧਾਵਾ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਲੱਗ ਕੇ ਚੰਡੀਗੜ੍ਹ ਆ ਚੁੱਕੇ ਸੀ। ਅੱਛਾ ਅੱਛਾ ਅੱਛਾ। ਅਤੇ ਉਹਨਾਂ ਨੇ ਸੋਚਿਆ ਵੀ ਚਲੋ ਰੰਧਾਵਾ ਸਾਹਿਬ ਨੂੰ ਵੀ ਮਿਲ ਚੱਲਦੇ, ਮੈਂ ਹੁਣ ਆਇਆ ਹੈਗਾ। ਅਤੇ ਰੰਧਾਵਾ ਸਾਹਿਬ ਨੂੰ ਮਿਲੇ, ਰੰਧਾਵਾ ਸਾਹਿਬ ਕਹਿੰਦੇ ਕਿਰਪਾਲ ਸਿੰਘ ਹੁਣ ਮੈਂ ਇੱਥੇ ਆ ਗਿਆ, ਤੂੰ ਵੀ ਇੱਥੇ ਹੀ ਆ। ਸੀ ਕਿੰਨਾ ਉਹਦੇ 'ਚ ਗ੍ਰੇਟਨੈਸ ਸੀ, ਕਿੰਨੀ ਮਤਲਬ ਕਿੰਨਾ ਲਾਈਫ ਸਿੰਪਲ ਹੁੰਦੀ ਸੀ, ਮੈਂ ਆ ਗਿਆ ਤੂੰ ਵੀ ਆ ਜਾ। ਬਿਲਕੁਲ। ਔਰ ਉਹਨਾਂ ਨੇ ਵੀ ਕਿਹਾ ਚੱਲ ਮੈਂ ਵੀ ਆ ਜਾਣਾ। ਯੈਸ। ਅਤੇ ਉਦੋਂ ਬਾਅਦ ਫਿਰ 1966 ਦੇ ਵਿੱਚ ਪਿਤਾ ਜੀ ਚੰਡੀਗੜ੍ਹ ਆ ਗਏ ਅਤੇ ਫਿਰ ਉੱਥੇ ਰਹੇ। ਗੁੱਡ। ਤੁਸੀਂ ਆਪਣੀਆਂ ਤੁਸੀਂ ਵੀ ਤਾਂ ਐਗਜ਼ੀਬਿਸ਼ਨਸ ਕੀਤੀਆਂ ਨੇ ਕੈਨੇਡਾ 'ਚ ਆ ਕੇ ਵੀ, ਉਂਝ ਵੀ ਕੁਝ ਆਪਣੇ ਬਾਰੇ ਵੀ ਸਾਨੂੰ ਦੱਸੋ ਕੁਝ। ਹਾਂਜੀ, ਮੇਰੀ ਪਹਿਲੀ ਐਗਜ਼ੀਬਿਸ਼ਨ ਤਾਂ ਉੱਥੇ ਸੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿੱਚ ਲੱਗੀ ਸੀ, ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉੱਥੇ ਲੱਗਦੀਆਂ ਰਹੀਆਂ। ਉਦੋਂ ਬਾਅਦ ਦਿੱਲੀ, ਬੰਬੇ, ਕੈਲਕਟਾ, ਬਾਹਰ ਇੰਗਲੈਂਡ 'ਚ, ਹੋਰ ਫਿਰ ਤਾਂ ਸਾਰੀ ਜਗ੍ਹਾ ਹੀ ਮਤਲਬ ਲੱਕੀ ਆ ਮੈਂ ਇਸ ਗੱਲੋਂ ਕਿ ਲੋਕ ਬਹੁਤ ਪਿਆਰ ਕਰਦੇ ਨੇ। ਔਰ ਜਿਹੜਾ ਸਭ ਤੋਂ ਮਤਲਬ ਕਮੈਂਟ ਮੈਨੂੰ ਰੈਗੂਲਰ ਮਿਲਦਾ ਨਾ, ਜਿੱਥੇ ਵੀ ਐਗਜ਼ੀਬਿਸ਼ਨ ਲਗਾਈ ਦੀਆਂ ਨੇ, ਉਹ ਕਹਿੰਦੇ ਵੀ ਸਾਨੂੰ ਇਹ ਲੱਗਦਾ ਵੀ ਇਹ ਸਾਡੀਆਂ ਆਪਣੀਆਂ ਪੇਂਟਿੰਗਸ ਨੇ। ਔਰ ਲੋਕ ਐਨੀਮੇਟਡ ਆਪਣੇ ਜੀਵਨ 'ਚੋਂ ਨੇ, ਆਪਣੇ ਜੀਵਨ ਸਾਡੇ ਨਾਲ ਜੁੜੀਆਂ ਹੋਈਆਂ ਨੇ। ਅਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਗਜ਼ੀਬਿਸ਼ਨ ਲਾਈ ਸੀ, ਸਟੂਡੈਂਟ ਹੋਮ 'ਚ ਲੱਗੀ ਸੀਗੀ, ਔਰ ਉਹਨਾਂ ਦਿਨਾਂ ਦੇ ਵਿੱਚ ਹੀ ਕਿਸਾਨ ਮੇਲਾ ਵੀ ਚੱਲ ਰਿਹਾ ਸੀਗਾ। ਅਤੇ ਮੈਂ ਵੀ ਉੱਥੇ ਚੰਡੀਗੜ੍ਹੋਂ ਕਦੇ ਕਦੇ ਚਲੇ ਜਾਂਦਾ ਸੀ, ਅਤੇ ਉਹਨਾਂ ਦਿਨਾਂ 'ਚ ਮੈਂ ਵੀ ਉੱਥੇ ਗਿਆ ਹੋਇਆ ਸੀਗਾ। ਅਤੇ ਮੈਂ ਬੈਠਾ ਸੀ ਐਗਜ਼ੀਬਿਸ਼ਨ 'ਤੇ, ਇੱਕ ਬਜ਼ੁਰਗ ਆਏ ਕਿਉਂਕਿ ਕਿਸਾਨ ਮੇਲਾ ਸੀ, ਅਤੇ ਸਧਾਰਨ ਮਤਲਬ ਜ਼ਿਮੀਂਦਾਰ ਸੀਗੇ, ਅਤੇ ਉਹਨਾਂ ਨੇ ਉੱਥੇ ਮੁੰਡਾ ਸੀ, ਉਹਨੂੰ ਪੁੱਛਿਆ ਵੀ ਇਹ ਕਿਹਨੇ ਬਣਾਈਆਂ ਪੇਂਟਿੰਗਸ। ਅੱਛਾ। ਅਤੇ ਉਹਨੇ ਮੇਰੇ ਵੱਲ ਇਸ਼ਾਰਾ ਕੀਤਾ ਵੀ ਉਹਨਾਂ ਜਰਨੈਲ ਸਿੰਘ ਨੇ, ਉਹਨਾਂ ਨੇ ਬਣਾਈਆਂ। ਚਲੋ ਮੇਰੇ ਕੋਲ ਆ ਕੇ ਮੈਂ ਉੱਠ ਕੇ ਉਹਨਾਂ ਨੂੰ ਮਿਲਿਆ, ਅਤੇ ਉਹਨਾਂ ਮੈਨੂੰ ਪੁੱਛਿਆ ਵੀ ਇਹ ਤਸਵੀਰਾਂ ਤੁਹਾਡੀਆਂ ਬਣਾਈਆਂ? ਮੈਂ ਕਿਹਾ ਹਾਂਜੀ ਮੇਰੀਆਂ ਬਣਾਈਆਂ। ਅੱਛਾ, ਉਹ ਬਜ਼ੁਰਗਾਂ ਨੇ ਮੇਰੇ ਹੱਥ ਫੜੇ ਦੋਨੋਂ ਹੱਥਾਂ ਨਾਲ, ਉਹਨਾਂ ਨੂੰ ਚੁੰਮਿਆ ਅਤੇ ਮੱਥੇ ਨਾਲ ਲਾਇਆ ਸੀ, ਔਰ ਬੋਲੇ ਕੁਛ ਨਹੀਂ, ਅਤੇ ਹੱਥ ਜੋੜ ਕੇ ਵਾਪਸ ਚਲੇ ਗਏ। ਮਤਲਬ ਮੈਂ ਸਮਝਦਾ ਅੰਦਾਜ਼ਾ ਲਾ ਸਕਦੇ ਵੀ ਉਹਨੂੰ ਕਿੰਨੀ ਤਸੱਲੀ ਹੋਈ ਹੋਣੀ ਉਹਨਾਂ ਦੇ ਦਿਲ ਨੂੰ। ਵੱਡਾ ਜਿਹੜਾ ਮਾਨ ਸਨਮਾਨ ਮੇਰੇ ਵਾਸਤੇ ਉਹ ਸੀ ਵੀ ਉਹਨਾਂ ਕੋਲੇ ਲਫ਼ਜ਼ ਨਹੀਂ ਸੀ ਆਪਣੀ ਪ੍ਰਸ਼ੰਸਾ ਜਾਂ, ਪਰ ਇਸ ਤੋਂ ਵੱਡਾ ਸਤਿਕਾਰ ਕੋਈ ਦੇ ਨਹੀਂ ਸਕਦਾ। ਹਾਂਜੀ ਹਾਂ, ਬਿਨੇ ਬੋਲੇ ਮਤਲਬ ਤੁਹਾਨੂੰ ਸਾਰਾ ਕੁਝ ਦੱਸ ਕੇ ਸਾਰਾ ਕੁਝ ਕਹਿ ਗਏ। ਐਕਚੁਅਲੀ ਕੀ ਹੁੰਦਾ ਹੈ ਕਿ ਸਾਡਾ ਇਤਿਹਾਸ ਇੰਨਾ ਵਧੀਆ ਹੈ ਕਿ ਜਿਹੜੇ ਲੋਕ ਇਸ ਨੂੰ ਪੜ੍ਹਦੇ ਵੀ ਨਹੀਂ ਨਾ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਗੁਰਦੁਆਰੇ ਜਾਂਦੇ ਸੀ, ਅਤੇ ਉੱਥੇ ਇੱਕ ਭਾਈ ਸਾਹਿਬ ਕਥਾਵਾਚਕ ਸਨ, ਅਤੇ ਹੁਣੇ ਨੇ 30-35, ਮੈਂ ਤਾਂ ਬੱਚਾ ਸੀ, ਛੋਟਾ ਸੀ, 10-12 ਸਾਲ ਦਾ, ਅਤੇ 35-36 ਸਾਲ ਦੇ ਹੋਣੇ ਨੇ। ਉਹ ਜਦੋਂ ਕਥਾ ਕਰਦੇ ਸੀ ਨਾ, ਅਤੇ ਕਥਾ ਸੁਣਾਉਂਦਿਆਂ ਅਤੇ ਬੜਾ ਰੋਂਦੇ ਸਨ। ਜਿਵੇਂ ਉਹ ਇਸ ਤਰ੍ਹਾਂ ਕਰਦੇ ਸਨ ਵੀ ਜਿਵੇਂ ਹੁਣ ਕੋਈ ਸਾਹਿਬਜ਼ਾਦਿਆਂ ਦੀ ਕੁਝ ਦੇਣਾ, ਕੋਈ ਕੁਰਬਾਨੀ ਦੇਣੀ, ਕੋਈ ਜੰਗ ਹੋਣੀ, ਕੋਈ ਤਪੱਸਿਆ, ਗੁਰੂ ਅਰਜਨ ਦੇਵ ਜੀ ਦੀ ਗੱਲ ਕਰਨਾ, ਗੁਰੂ ਤੇਗ ਬਹਾਦਰ ਦੀ, ਉਹ ਰੋਂਦੇ ਸਨ। ਨਹੀਂ, ਵਿਰਾਗ ਆ ਜਾਂਦਾ। ਅੱਛਾ, ਉਹ ਅਥਰੂ ਬਿਲਕੁਲ ਉਹਨਾਂ ਦੇ ਅਥਰੂ ਡਿੱਗਦੇ ਸਨ। ਉਹਨਾਂ ਦਾ ਜਿਹੜਾ ਨਾ ਉਹ ਕੁੜਤਾ ਭਰ ਜਾਂਦਾ ਸੀ। ਅੱਛਾ, ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ, ਕਹਿੰਦਾ ਆਈ ਫੀਲ ਕਿ ਵੀ ਇਹ ਹੈਪਨ ਹੋ ਰਿਹਾ ਹੈ, ਮੇਰੇ ਸਾਹਮਣੇ ਵਾਪਰ ਰਿਹਾ ਹੈ। ਕਹਿੰਦਾ ਆਈ ਗੋ ਇਨ ਟੂ ਦੈਟ। ਉਹ ਹੁਣ ਮੈਨੂੰ ਉਦੋਂ ਉਸ ਚੀਜ਼ ਦੀ ਮੈਨੂੰ ਇੰਨੀ ਰੀਅਲਾਈਜੇਸ਼ਨ ਨਹੀਂ। ਹੁਣ ਮੈਂ ਜਦੋਂ ਇਹ ਦੇਖਦਾ ਨਾ, ਹੁਣ ਉਹ ਤੁਸੀਂ ਇੰਨੇ 100 ਸਾਲ 500 ਸਾਲ ਹੋ ਗਏ, ਅੱਜ ਵੀ ਤੁਸੀਂ ਵੇਖ ਲਓ ਕਿ ਜਿਹੜਾ ਸਿੱਖੀ ਭਾਵ, ਸਿੱਖੀ ਜਜ਼ਬਾ, ਉਹ ਜਜ਼ਬਾਤ, ਉਹ ਕੁਰਬਾਨੀਆਂ, ਉਹ ਦੇਸ਼ ਸੇਵਾ, ਆਪਣੇ ਕਿਸਾਨ ਅੰਦੋਲਨ ਨੂੰ ਲੈ ਲਓ, ਉਹ ਅੱਜ ਵੀ ਉਨਾ ਹੀ ਹੈਗਾ ਕਿ ਉਹ ਘੱਟ ਨਹੀਂ ਹੈਗਾ। ਔਰ ਇਹ ਉਹਨਾਂ ਕੁਰਬਾਨੀਆਂ ਦਾ ਹੀ ਸਿਦਕਾ ਹੈ ਕਿ ਉਹਦੀ ਪਾਣ ਜਿਹੜੀ ਹੈ ਨਾ ਹੁਣ ਵੀ ਮਟੀ ਕੱਟੀ ਨਹੀਂ।
ਉਹ ਉਨੇ ਹੀ ਉਸ ਤਰੀਕੇ ਨਾਲ ਚੱਲ ਰਹੀ ਹੈ। ਤੁਸੀਂ ਜਦੋਂ ਇੱਥੇ ਆ ਗਏ ਅਤੇ ਕੈਨੇਡਾ ਦੀ ਨਵੀਂ ਤੁਹਾਡੇ ਲਈ ਨਵੀਂ ਧਰਤੀ ਸੀ, ਆਫਕੋਰਸ ਬਈ ਸਾਰੇ ਆਪਣੇ ਬੰਦੇ ਕਾਫੀ ਪਾਪੂਲੇਸ਼ਨ, ਇਟਸ ਅ ਮਿਨੀ ਪੰਜਾਬ, ਇਟਸ ਅਨਦਰ ਪੰਜਾਬ। ਬਿਲਕੁਲ। ਪਰ ਤੁਹਾਨੂੰ ਇੱਕ ਤਾਂ ਜਿਹੜੇ ਆਪਣੇ ਵੀ ਅੱਧੇ ਲੋਕ ਗੋਰੇ ਬਣ ਜਾਂਦੇ ਨੇ ਅਤੇ ਕੁਛ ਗੋਰੇ ਹੀ ਹੁੰਦੇ ਨੇ, ਉਹ ਸਾਰਿਆਂ ਨਾਲ ਰਲ ਕੇ ਅੱਧੇ ਪੰਜਾਬੀ ਬਣ ਜਾਂਦੇ ਨੇ। ਕੁਛ ਪੰਜਾਬੀ ਅੱਧੇ ਗੋਰੇ ਹੋ ਜਾਂਦੇ ਅਤੇ ਗੋਰੇ ਅੱਧੇ ਪੰਜਾਬੀ ਹੋ ਜਾਂਦੇ ਨੇ। ਕੁਝ ਇੱਥੇ ਦੇ ਐਕਸਪੀਰੀਅੰਸ ਦੱਸੋ ਐਗਜ਼ੀਬਿਸ਼ਨਸ ਦੇ ਵਿੱਚ। ਇੱਥੇ ਉਹਦੇ ਵੀ ਇੱਕ ਬਹੁਤ ਮਤਲਬ ਟੱਚਵੁੱਡ ਮੈਂ ਕਹਿੰਦਾ ਕਿ ਆਈ ਐਮ ਵੈਰੀ ਬਹੁਤ ਲੱਕੀ ਹੈਗਾ ਮੈਂ ਕਿ ਮੈਂ ਜਿੱਥੇ ਵੀ ਗਿਆ ਓਨਾ ਹੀ ਵਧੀਆ ਦੋਸਤ ਮਿੱਤਰ ਮਾਹੌਲ ਔਰ ਸਮਾਜ ਵੱਲੋਂ ਓਨਾ ਹੀ ਸਤਿਕਾਰ ਮਿਲਿਆ। ਅਤੇ ਮਤਲਬ ਮੈਂ ਤਾਂ ਸ਼ੁਕਰ ਹੀ ਕਰਦਾ ਵਾਹਿਗੁਰੂ ਦਾ ਬਈ ਇਸ ਤਰ੍ਹਾਂ ਹੋਇਆ ਇੱਥੇ। ਮਤਲਬ ਮੈਂ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਨਾ ਕਿ ਉਹ ਸਮੇਂ ਦੇ ਵਿੱਚ ਪਹੁੰਚ ਜਾਂਦੇ। ਜਦੋਂ ਮੈਂ ਇੱਥੇ ਆਇਆ ਤਾਂ ਚਰਨਪਾਲ ਗਿੱਲ ਹੋਰਾਂ ਨਾਲ ਮੁਲਾਕਾਤ ਹੋਈ ਉਹਨਾਂ, ਅਤੇ ਉਹ ਫਿਰ ਉਹ ਕਾਮਾਗਾਟਾ ਮਾਰੂ ਦੀ ਗੱਲ ਚੱਲੀ, ਕਹਿੰਦੇ ਵੀ ਆਪਾਂ ਕਾਮਾਗਾਟਾ ਮਾਰੂ ਬਾਰੇ ਕੁਛ ਕਰੀਏ। ਅਤੇ ਉਦੋਂ ਉਹਨਾਂ ਦੀ ਜਿਹੜੀ ਪਿਕਸ ਵਾਲੀ ਬਜ਼ੁਰਗਾਂ ਵਾਲੀ ਸੀਨੀਅਰ ਆ ਉਹ ਬਿਲਡਿੰਗ ਬਣ ਚੁੱਕੀ ਸੀਗੀ, ਅਤੇ ਮੈਂ ਕਿਹਾ ਆਪਾਂ ਕਾਮਾਗਾਟਾ ਮਾਰੂ ਦਾ ਮਿਊਰਲ ਬਣਾਉਣੇ ਇੱਥੇ। ਕਹਿੰਦੇ ਠੀਕ ਹੈ। ਅਤੇ ਉਹ 3-4 ਮਹੀਨੇ ਉਹਨੂੰ ਲੱਗ ਗਏ ਬਣਾਉਂਦਿਆਂ। ਅਤੇ ਵੈਨਕੂਵਰ ਦਾ ਮੌਸਮ ਤੁਹਾਨੂੰ ਪਤਾ ਹੀ ਆ, ਬਿਲਕੁਲ ਸਕੈਫਲਡ ਲਾਈ ਉੱਤੇ ਤਰਪਾਲ ਸੁੱਟੀ ਅਤੇ ਪੇਂਟਿੰਗਸ ਬਣਾਉਂਦਿਆਂ ਮਤਲਬ ਕਿਉਂਕਿ ਸਾਰਾ ਹੀ ਉਹ ਹਿਸਟਰੀ ਪੜ੍ਹੀ ਸੀਗੀ। ਅਤੇ ਮੈਂ ਸੋਚਣਾ ਬਈ ਦੇਖੋ ਉਹਨਾਂ ਸਮਿਆਂ ਦੇ ਵਿੱਚ, ਹੁਣ ਤਾਂ ਹਰ ਜਗ੍ਹਾ ਜਿੱਥੇ ਆਪਾਂ ਨੂੰ ਮਿਲ ਜਾਂਦੇ ਨੇ ਆਪਣੇ ਬੰਦੇ ਮਿਲ ਜਾਂਦੇ, ਪੰਜਾਬੀ ਬੋਲਣ ਵਾਲੇ ਮਿਲ ਜਾਂਦੇ ਨੇ, ਉਹਨਾਂ ਸਮਿਆਂ 'ਚ ਜਹਾਜ਼ ਦੇ ਵਿੱਚ ਸਮੁੰਦਰ 'ਚ ਖੜ੍ਹੇ ਰਹਿਣਾ 2 ਮਹੀਨੇ 3 ਮਹੀਨੇ, ਭੁੱਖਣ ਪਾਣੇ, ਰਾਸ਼ਨ ਨਹੀਂ। ਤੁਸੀਂ ਯਕੀਨ ਕਰੋ ਵੀ ਉਹਨਾਂ ਦੀ ਸਥਿਤੀ ਸੋਚ ਕੇ ਹੀ ਮੇਰੀਆਂ ਅੱਖਾਂ 'ਚ ਹੰਝੂ ਆ ਜਾਣ ਵੀ ਦੇਖੋ ਕਿੰਨਾ ਔਖਾ ਟਾਈਮ। ਪਰ ਤੁਸੀਂ ਦੇਖ ਲਓ ਜਜ਼ਬਾ ਕਿੰਨਾ ਪੱਕਾ ਸੀ। ਪਰ ਜਜ਼ਬਾ ਉਹਨਾਂ ਦਾ ਕਿੰਨਾ ਸੀ, ਜਦੋਂ ਟੁੱਟੇ ਨਹੀਂ ਹਾਂਜੀ, ਮੁੜ ਗਏ ਨੇ ਬਿਲਕੁਲ, ਜਾ ਕੇ ਵੀ ਕੁਰਬਾਨੀਆਂ ਕਈ ਉਹਨਾਂ 'ਚੋਂ ਸ਼ਹੀਦ ਹੋ ਗਏ ਨੇ, ਪਰ ਟੁੱਟੇ ਨਹੀਂ। ਮਤਲਬ ਉਹ ਜਿਹੜੀ ਸਪਿਰਿਟ ਹੈਗੀ ਆ ਨਾ ਉਹ ਮਤਲਬ, ਔਰ ਉਹਨਾਂ ਦੀ ਜਿਹੜੀ ਜੱਦੋ-ਜਹਿਦ ਔਰ ਸਟਰਗਲ ਆ ਉਹ ਤੁਹਾਨੂੰ ਮੂਵ ਕਰਦੀ ਆ। ਅਤੇ ਉਸ ਤੋਂ ਬਾਅਦ ਫਿਰ ਇੱਥੇ ਦੂਜੀਆਂ ਐਗਜ਼ੀਬਿਸ਼ਨਸ ਮੈਂ ਲਗਾਈਆਂ, ਸਾਰੀ ਆਰਟ ਗੈਲਰੀ ਦੇ ਵਿੱਚ ਲਗਾਈਆਂ, ਅਤੇ ਉਹਦਾ ਵੀ ਬੜਾ ਭਰਵਾਂ ਹੁੰਗਾਰਾ ਮਿਲਿਆ। ਤੁਸੀਂ ਜਦੋਂ ਐਗਜ਼ੀਬਿਸ਼ਨ ਲੱਗਦੀਆਂ ਉੱਥੇ ਫਿਰ ਪੇਂਟਿੰਗਸ ਵਗੈਰਾ ਫਿਰ ਕੁਛ ਵਿਕਦੀਆਂ ਵੀ ਨੇ? ਹਾਂਜੀ, ਪਿਤਾ ਜੀ ਦੀਆਂ ਪੇਂਟਿੰਗਸ ਅਜੇ ਵੀ ਅਵੇਲੇਬਲ ਹੈਗੀਆਂ ਨੇ ਕਿਧਰੇ? ਹਾਂਜੀ ਹੈਗੀਆਂ, ਕੁਛ ਤੁਹਾਡੇ ਕੋਲ ਵੀ ਹੋਣਗੀਆਂ ਇੱਥੇ? ਅਵੇਲੇਬਲ ਹੈਗੀਆਂ ਨੇ। ਗੁੱਡ। ਤੁਹਾਡੀਆਂ ਵੀ ਫਿਰ ਵਿਕਦੀਆਂ ਨੇ? ਮੇਰੀਆਂ ਵੀ ਉੱਥੇ ਕੁਛ ਚੰਡੀਗੜ੍ਹ ਵਾਲੇ ਸਾਡੇ ਸਟੂਡੀਓ 'ਚ ਵੀ ਹੈਗੀਆਂ ਪਈਆਂ ਹਾਲੇ। ਅੱਛਾ। ਅਤੇ ਅਵੇਲੇਬਲ ਨੇ। ਹਾਂਜੀ। ਤੁਹਾਨੂੰ ਵੇਲੇ ਕੁ ਵੇਲੇ ਕੋਈ ਈਵੈਂਟ, ਕੋਈ ਇਤਿਹਾਸ, ਕੋਈ ਚੀਜ਼, ਕੋਈ ਨਵਾਂ ਫੁਰਨਾ, ਕੋਈ ਨਵੀਂ ਇੰਸਪੀਰੇਸ਼ਨ? ਹਾਂਜੀ, ਨਵਾਂ ਫੁਰਨਾ ਤਾਂ ਆਉਂਦੇ ਰਹਿੰਦੇ। ਜਦੋਂ ਮੈਨੂੰ ਯਾਦ ਆ ਉੱਥੇ 88 'ਚ ਮੈਂ ਐਗਜ਼ੀਬਿਸ਼ਨ ਲਾਈ ਬੰਬੇ ਦੇ ਵਿੱਚ, ਅਤੇ ਮੇਰਾ ਥੀਮ ਤਾਂ ਉਹੀ ਹੁੰਦਾ ਪੰਜਾਬ, ਤਾਜ ਆਰਟ ਗੈਲਰੀ ਸੀਗੀ ਲਗਾਈ। ਅਤੇ ਬਹੁਤ ਲੋਕਾਂ ਦਾ ਇਹੀ ਸਵਾਲ ਸੀ ਬਈ ਇਹ ਤਾਂ ਚਲੋ ਗੁਰੂਆਂ ਦੇ ਵੇਲੇ ਦਾ ਪੰਜਾਬ ਆ ਅਤੇ ਚਲੋ ਕਲਚਰਲ ਹਿਸਟਰੀ ਹੈਗੀ ਆ, ਇਹ ਠੀਕ ਹੈ, ਪਰ ਅੱਜ ਕੱਲ੍ਹ ਜੋ ਪੰਜਾਬ 'ਚ ਹੋ ਰਿਹਾ ਉਹਦੇ ਬਾਰੇ ਨਹੀਂ ਕੋਈ ਤੁਹਾਡੀ ਪੇਂਟਿੰਗ ਬਣਾਈ। ਅਤੇ ਉਦੋਂ ਮੈਂ ਉਹ ਜਵਾਬ ਦਿੱਤਾ ਸੀ, ਮੈਂ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਪੰਜਾਬ 'ਚ ਹੋ ਕੀ ਰਿਹਾ। ਕਿਉਂਕਿ ਉਦੋਂ ਹਾਲਾਤ ਇੰਨੇ ਸੀ ਵੀ ਕੋਈ ਕਲੀਅਰ ਪਿਕਚਰ ਹੀ ਨਹੀਂ ਸੀ ਬਣ ਰਹੀ, ਕੋਈ ਪਤਾ। ਰਾਈਟ। ਅਤੇ ਉਹ ਤਾਂ ਹੁਣ ਸਹੀ ਇਤਿਹਾਸ ਵੀ ਜਿਹੜਾ ਉਹ 100 ਸਾਲ ਬਾਅਦ ਆਉਂਦਾ ਸਹੀ ਆ, ਕਿਉਂਕਿ ਉਸ ਵਕਤ ਦੇ ਜਿਹੜੇ ਹੁਕਮਰਾਨ ਨੇ ਉਹ ਆਪਣੇ ਮਤਲਬ ਦੀ ਨਿਊਜ਼, ਆਪਣੇ ਮਤਲਬ ਦਾ ਜਿਹੜਾ ਇਤਿਹਾਸ ਕਰਦੇ ਰਹੇ।